सत श्री अकाल, तुसीं देख रहे हो इंडिया प्लस USA। मैं मनप्रीत कौर तुहाडे लई लैके आई हाँ अज दीयां कुछ खास खबरां। चन्नी सरकार ने बिजली समझौतिਆਂ बारे वाइट पेपर पेश करके कीता ड्रामा। अमन अरोड़ा पंजाब के मुख मंत्री नाल मीटिंग तो पहला पंजाब दीयां 32 किसान जथेबंदियां ने चंडीगढ़ विखे किसान भवन 'च कीती मीटिंग। धरने नूं लैके गुरनाम चड़ूनी दा वड्डा बयान। सुखबीर बादल दा विरोध करदे किसानां ने बादल दे मूँह ते पुछे तिखे सवाल। फ्लाइट 'च यात्री दी तबीयत हुई खराब तां मंत्री ने कीती मदद। PM मोदी ने बन्ने तरीफा दे पुल। तहबाजारी टीम अते ट्रैफिक पुलिस वालों PNB चौंक तो लैके भगवान श्री वाल्मीक चौंक तक दा दौरा। जलंधर विच अज वकीलां ने प्रशासन के खिलाफ किया प्रदर्शन। सप्लाई वर्कर्स वालों ठेके ते कीतिया भर्तियां दी मंग नूं लैके लगाया धरना। स्कूल दे बच्चों नूं लैके जा रहे ऑटो ड्राइवर ने मारी कार नूं टक्कर। सूबे विचाले विरोध प्रदर्शन छड्ड के संघर्ष नूं दोबारा दिल्ली के बार्डरां ते केंद्रित करिए। मनजीत सिंह राय मनुखता नूं महान गुरु दी दात। करतारपुर लांघा नूं लैके बोले नवजोत सिद्धू। चाइल्ड पोर्नोग्राफी के मामले च CBI दी पंजाब च छापेमारी। हमले तो बाद कीती लुट, इलाके च फैली सनसनी। चन्नी सरकार ने बिजली समझौतिਆਂ बारे वाइट पेपर पेश करके कीता ड्रामा। अमन अरोड़ा पर मैं समझदा कि यह एक तरीके नाल झूठां दा पलंदा है। जिहड़ा कुछ अकाली दल दे समय दे विच होया ਉਹ ਤਾਂ ਬਿਆਨ ਕਰ ਦਿੱਤਾ ਜਿਹੜਾ ਇਹਦੇ ਵਿੱਚ ਵੀ ਦਰਜ ਹੈ ਤੇ ਚਾਹੇ ਉਸ ਤੋਂ ਬਾਅਦ ਇਹਨਾਂ 5 ਸਾਲਾਂ ਦਾ ਉਹ ਨਹੀਂ ਇਹਨਾਂ ਨੇ ਦਰਜ ਕੀਤਾ। ਇਸੇ ਕਰਕੇ 8 ਪੇਜ ਦੇ ਜਿਹੜੇ ਘਟ ਕੇ 17 ਦੇ 9 ਹੀ ਰਹਿ ਗਏ ਨੇ। ਵਾਈਟ ਪੇਪਰਾਂ ਦੇ ਵਿੱਚ ਅੱਧਾ ਪਚੱਧਾ ਕਾਲਾ ਝੂਠ ਲਿਖ ਕੇ ਇਹ ਬਚ ਕੇ ਨਹੀਂ ਜਾ ਸਕਦੇ ਹੈਗੇ। ਮੈਂ ਚੈਲੰਜ ਕਰਕੇ ਕਹਿਣਾ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ। ਇਹਦੇ ਭਾਗੀਦਾਰ ਹੋ ਜਿਹੜੇ ਉਹ ਤੁਸੀਂ ਖੁਦ ਆਪ ਹੋ। ਚੰਨੀ ਸਾਹਿਬ ਦੀ ਸਰਕਾਰ ਇਸ ਸੈਸ਼ਨ ਦੇ ਵਿੱਚ 11 ਤਰੀਕ ਨੂੰ ਸਾਹਿਬ ਮਨਪ੍ਰੀਤ ਸਿੰਘ ਬਾਦਲ ਵਾਈਟ ਪੇਪਰ ਲੈ ਕੇ ਆਏ ਨੇ। ਇਹ ਵਾਈਟ ਬੁਕਲੇਟ ਹੈ ਜਿਹੜੀ ਇਹ ਵਾਈਟ ਤਾਂ ਚਿੱਟੀ ਤਾਂ ਜ਼ਰੂਰ ਨਜ਼ਰ ਆਉਂਦੀ ਹੈ, ਪਰ ਮੈਂ ਸਮਝਦਾ ਕਿ ਇਹ ਇੱਕ ਤਰੀਕੇ ਨਾਲ ਝੂਠਾਂ ਦਾ ਪਲੰਦਾ ਹੈ। ਇਹ ਜਿਹੜਾ ਵਾਈਟ ਪੇਪਰ ਉਹਨਾਂ ਨੇ ਜਾਰੀ ਕੀਤਾ ਉਹ 9 ਪੇਜ ਦਾ ਹੈ ਤੇ ਜਿਹੜਾ ਅਸਲੀ ਵਾਈਟ ਪੇਪਰ ਹੈ ਉਹ 17 ਪੇਜ ਦਾ ਹੈ। ਜਿਹੜੇ 8 ਪੇਜ ਇਹਨਾਂ ਨੇ ਇਸ ਵਾਈਟ ਪੇਪਰ ਦੇ ਵਿੱਚ ਇਹਨਾਂ ਨੇ ਜਿਹੜਾ ਕੁਝ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੋਇਆ ਉਹ ਤਾਂ ਬਿਆਨ ਕਰ ਦਿੱਤਾ ਜਿਹੜਾ ਇਹਦੇ ਵਿੱਚ ਵੀ ਦਰਜ ਹੈ। ਪਰ ਜਿਹੜੀਆਂ ਕਰਤੂਤਾਂ ਕਾਰਨਾਮੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਚਾਹੇ 2006 ਜਦੋਂ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਦੋਂ ਤੇ ਚਾਹੇ ਉਸ ਤੋਂ ਬਾਅਦ ਇਹਨਾਂ 5 ਸਾਲਾਂ ਦਾ ਉਹ ਨਹੀਂ ਇਹਨਾਂ ਨੇ ਦਰਜ ਕੀਤਾ। ਇਸੇ ਕਰਕੇ 8 ਪੇਜ ਨੇ ਜਿਹੜੇ ਘਟ ਕੇ 17 ਦੇ 9 ਹੀ ਰਹਿ ਗਏ ਨੇ। ਹੁਣ ਮੈਂ ਪੁਆਇੰਟ ਵਾਈਜ਼ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਇਸ ਵਾਈਟ ਪੇਪਰ ਦੇ ਵਿੱਚ ਕਿਉਂਕਿ ਜੇ ਪਹਿਲਾਂ ਦਿੱਤਾ ਹੁੰਦਾ ਤੇ ਉਸੇ ਦਿਨ ਵਿਧਾਨ ਸਭਾ ਦੇ ਵਿੱਚ ਵੀ ਖੈਰ ਅਸੀਂ ਇਹ ਜਦੋਂ ਸਾਰਾ ਕੁਝ ਬੋਲੇ ਸੀਗੇ ਉਹਨਾਂ ਕੋਲ ਮਨਪ੍ਰੀਤ ਬਾਦਲ ਜੀ ਕੋਲ ਜਵਾਬ ਨਹੀਂ ਸੀਗਾ। ਅੱਜ ਮੈਂ ਵਿਸਤਾਰ ਦੇ ਵਿੱਚ ਕਿਉਂਕਿ ਉਸ ਦਿਨ ਸੁਨਾਮ ਚਲੇ ਗਏ ਸੀਗੇ ਅੱਜ ਹੀ ਆਇਆ। ਮੈਂ ਪੰਜਾਬ ਦੇ ਲੋਕਾਂ ਸਾਹਮਣੇ ਸਪਸ਼ਟ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਾਵਰ ਸੈਕਟਰ ਦੇ ਵਿੱਚ ਕੀ ਲੰਮੇ ਸਮੇਂ ਤੋਂ ਪਹਿਲੇ ਦਿਨ ਤੋਂ ਅੱਜ ਤੱਕ ਹੋਇਆ ਮੈਂ ਉਹ ਰੱਖਣਾ ਚਾਹੁੰਦਾ। ਉਸ ਦਿਨ ਸਰ ਮਨਪ੍ਰੀਤ ਸਿੰਘ ਬਾਦਲ ਨੇ ਗੱਲ ਕੀਤੀ ਕਿ ਜਦੋਂ ਇਹ ਪਿਛਲੇ ਸਮੇਂ ਦੇ ਵਿੱਚ ਇਹ ਐਗਰੀਮੈਂਟ ਨੇ ਜਿਹੜੇ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਹੋਏ 2007 ਉਹਨਾਂ ਨੇ ਗੱਲ ਸ਼ੁਰੂ ਕੀਤੀ, ਪਰ ਸਹੀ ਮਾਇਨੇ ਦੇ ਵਿੱਚ ਇਹ ਜਿਹੜੇ ਐਗਰੀਮੈਂਟ ਹੋਏ ਇਹਨਾਂ ਨੂੰ ਮਨਜ਼ੂਰੀ ਇਨ ਪ੍ਰਿੰਸੀਪਲ ਮਿਲੀ 24/3/2006 ਨੂੰ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ। ਉਸ ਸਮੇਂ 2 ਯੂਨਿਟ ਬਣਾਵਾਲੀ ਔਰ ਰਾਜਪੁਰੇ ਵਾਲਾ ਯੂਨਿਟ ਇਹਨਾਂ ਨੂੰ 1000 ਮੈਗਾਵਾਟ 2000 ਮੈਗਾਵਾਟ ਲਾਉਣ ਦੀ ਮਨਜ਼ੂਰੀ ਮਿਲੀ ਸੀਗੀ। ਤੇ ਉਸ ਤੋਂ ਬਾਅਦ ਜਦੋਂ ਇਲੈਕਸ਼ਨਾਂ ਨੇੜੇ ਆਈਆਂ ਉਹੀ ਯੂਨਿਟ ਇਹ ਤੋਂ ਇਹਨਾਂ ਨੇ ਇਹ ਤਾਂ ਕਿਹਾ ਕਿ ਇਹ ਅਕਾਲੀ ਦਲ ਵੇਲੇ ਲੱਗੇ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦੋਂ ਸੀਗੀ ਇਲੈਕਸ਼ਨਾਂ ਤੋਂ ਮਹਿਜ਼ 14 ਕੁ ਦਿਨ ਪਹਿਲਾਂ ਇਹਨਾਂ ਨੇ 20/1/2017 ਨੂੰ ਪੰਜਾਬ ਜਿਹੜੇ PSC ਜਿਹੜਾ ਕਿ ਹੁਣ PSPL ਹੈ ਉਹਨਾਂ ਨੇ ਇਹਦੀ ਜਿਹੜੀ ਸੀਗੀ 2000 ਮੈਗਾਵਾਟ ਤੋਂ ਵਧਾ ਕੇ ਉਹ 2400 ਮੈਗਾਵਾਟ ਦਾ ਉਸ ਸਮੇਂ ਹੀ ਕਰ ਦਿੱਤੀ ਸੀਗੀ। ਔਰ ਜੇ ਤੁਸੀਂ ਇਹ ਸੈਸ਼ਨ ਧਿਆਨ ਨਾਲ ਸੁਣਿਆ ਹੋਵੇ ਤੇ ਉਸ ਸੈਸ਼ਨ ਦੇ ਵਿੱਚ ਸਰ ਮਨਪ੍ਰੀਤ ਸਿੰਘ ਬਾਦਲ ਨੇ ਬੜੇ ਵਿਸਤਾਰ ਦੇ ਵਿੱਚ ਔਰ ਬੜੇ ਦਰਦ ਭਰੇ ਲਹਿਜੇ ਦੇ ਵਿੱਚ ਕਿਵੇਂ ਅਕਾਲੀ ਭਾਜਪਾ ਸਰਕਾਰ ਨੇ BOT ਤੋਂ ਬਦਲ ਕੇ BOO ਕਰ ਦਿੱਤਾ ਕਿ BOT ਮੀਨਸ ਬਿਲਡ ਓਨ ਆਪਰੇਟ ਤੇ ਟ੍ਰਾਂਸਫਰ ਟੂ ਸਟੇਟ, ਯਾਨੀ ਕਿ 25 ਸਾਲ ਬਾਅਦ ਇਹ ਯੂਨਿਟ ਪੰਜਾਬ ਦੇ ਹੋ ਜਾਣੇ ਸੀਗੇ ਤੇ ਇਹਨਾਂ ਨੇ ਉਹ ਬਦਲ ਕੇ ਕਰ ਦਿੱਤਾ BOO ਬਿਲਡ ਓਨ ਆਪਰੇਟ ਤੇ ਮਲਕੀਤੀ ਜਿਹੜੀ 25 ਸਾਲ ਬਾਅਦ ਵੀ ਇਹਨਾਂ ਥਰਮਲ ਪਲਾਂਟਾਂ ਦੇ ਮਾਲਕਾਂ ਦੀ ਰਹਿ ਜਾਣੀ ਸੀਗੀ। ਇਹ ਮੈਂ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਜਿਹੜਾ ਲੁਕੋ ਇਹਦੇ ਵਿੱਚ ਰੱਖ ਗਏ ਇਹ ਦੱਸਣਾ ਚਾਹੂੰਗਾ ਕਿ ਬਾਦਲ ਸਾਹਿਬ ਇਹ ਹੋਇਆ ਸੀਗਾ 20
ਜਨਵਰੀ 2007 ਨੂੰ ਜਦ ਕੈਪਟਨ ਅਮਰਿੰਦਰ ਸਿੰਘ ਦੀ ਹੀ ਸਰਕਾਰ ਸੀਗੀ, ਉਹਨਾਂ ਦੇ ਵੇਲੇ ਹੀ BOOT ਤੋਂ BOO ਹੋ ਚੁੱਕਿਆ। ਨੰਬਰ 1। ਨੰਬਰ 2, ਉਹਨਾਂ ਨੇ ਬੜੇ ਦਰਦ ਭਰੇ ਲਹਿਜੇ ਦੇ ਵਿੱਚ ਇਹ ਗੱਲ BOT ਤੋਂ BOO ਦੀ ਗੱਲ ਕੀਤੀ ਸੀਗੀ। ਇਹਦੇ ਬਾਰੇ ਬੜਾ ਸਪਸ਼ਟ ਹੈ, ਮੈਂ ਚੈਲੰਜ ਕਰਕੇ ਕਹਿਣਾ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ, ਇਹਦੇ ਭਾਗੀਦਾਰ ਹੋ ਜਿਹੜੇ ਉਹ ਤੁਸੀਂ ਖੁਦ ਆਪ ਹੋ। ਔਰ ਉਸ ਤੋਂ ਬਾਅਦ ਜਦੋਂ ਇਹ ਕੈਬਨਿਟ ਦੇ ਵਿੱਚ ਆਇਆ, ਉਹ ਆਇਆ 10/10/2007 ਨੂੰ, ਜਦ ਕਿ ਅਕਾਲੀ ਭਾਜਪਾ ਸਰਕਾਰ ਬਣ ਚੁੱਕੀ ਸੀਗੀ ਔਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਖੁਦ ਆਪ ਉਸ ਕੈਬਨਿਟ ਦੇ ਵਿੱਚ ਖਜ਼ਾਨਾ ਮੰਤਰੀ ਸੀਗੇ ਤੇ ਇਹਨਾਂ ਦੇ ਤਾਇਆ ਜੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ। ਤੇ ਉਸ ਸਮੇਂ ਇਹ ਕਹਿ ਕੇ ਕਿ ਸ਼ਾਇਦ ਗਲਤੀ ਦੇ ਨਾਲ BOOT ਤੋਂ BOO ਪੈ ਗਿਆ, ਜਿਹੜਾ ਕਿ ਸਰਾਸਰ ਝੂਠ ਹੈ, ਜਿਹੜਾ ਕਿ ਇਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਕਿ ਕਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਉਸ ਤੋਂ ਬਾਅਦ ਸਾਹਿਬ ਪ੍ਰਕਾਸ਼ ਸਿੰਘ ਬਾਦਲ ਤੇ ਦੋਨਾਂ ਦੇ ਵਿੱਚ ਜਿਹੜਾ ਕਾਮਨ ਲਿੰਕ ਉਹ ਸਾਹਿਬ ਮਨਪ੍ਰੀਤ ਸਿੰਘ ਬਾਦਲ ਰਹੇ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਇਹ ਜਿਹੜੀ ਜ਼ਮੀਨ ਹੈ, ਇਹ ਜ਼ਮੀਨ 2200 ਏਕੜ ਹੈ, ਜਿਹੜੀ 2250 ਏਕੜ, ਇਹ ਵੀ ਪੰਜਾਬ ਸਰਕਾਰ ਨੇ ਇਹਨਾਂ ਨੂੰ ਖਰੀਦ ਕੇ ਦੇਣੀ ਸੀਗੀ ਤੇ ਦਿੱਤੀ ਵੀ ਹੈ। ਇਸ ਤੋਂ ਅੱਗੇ ਚੱਲਦੇ ਆ। ਉਹਨਾਂ ਨੇ ਗੱਲ ਕੀਤੀ ਕਿ ਕਿਸ, ਮੈਂ ਪੁਆਇੰਟ ਵਾਈਜ਼ ਤੁਹਾਨੂੰ, ਔਰ ਜਿਹੜੀ ਗੱਲ ਅਸੀਂ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਹੁਣ ਤੱਕ ਤਾਂ ਇਹ ਮੰਨਦੇ ਨਹੀਂ ਸੀਗੇ, ਇਹਦੇ ਵਿੱਚ ਘੱਟੋ ਘੱਟ ਇੱਕ ਗੱਲ ਤਾਂ ਸੱਚ ਮੰਨ ਗਏ ਸਾਹਿਬ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਸਰਕਾਰ ਕਿ ਸੈਂਟਰਲ ਸੈਕਟਰ ਨੂੰ 1482 ਕਰੋੜ ਔਰ ਇਹਨਾਂ ਤਿੰਨੇ ਜਿਹੜੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਨੇ NPL, TSPL ਔਰ GVK, ਉਹਨਾਂ ਨੂੰ 3620 ਕਰੋੜ ਹੈ ਜਿਹੜਾ ਇਹ ਫਿਕਸ ਚਾਰजेस ਦੇ ਰੂਪ ਦੇ ਵਿੱਚ ਮਹਿਜ਼ ਇਹਨਾਂ 4 ਸਾਲਾਂ ਦੇ ਵਿੱਚ, ਸਿਰਫ ਇਹਨਾਂ 4 ਸਾਲਾਂ ਦੇ ਵਿੱਚ, ਯਾਨੀ ਕਿ ਤਕਰੀਬਨ 5000 ਕਰੋੜ ਪਲੱਸ ਹੈ ਜਿਹੜਾ ਉਹ ਥਰਮਲ ਪਾਵਰ ਪਲਾਂਟਾਂ ਨੂੰ ਫਿਕਸਡ ਕਾਸਟ ਦੇ ਵਿੱਚ ਇਹ ਦੇ ਚੁੱਕੇ ਨੇ 4 ਸਾਲਾਂ ਦੇ ਵਿੱਚ। ਸੋ ਇਹੀ ਤਾਂ ਅਸੀਂ ਕਹਿੰਦੇ ਆ ਰਹੇ ਹਾਂ, ਜਿਹੜਾ ਕਿ ਇੰਨਾ ਸ਼ੁਕਰ ਹੈ ਕਿ ਹੁਣ ਮੰਨੇ ਨੇ। ਔਰ ਇਸ ਤੋਂ ਅੱਗੇ ਉਹ ਗੱਲ ਕਰਦੇ ਨੇ, ਐਕਚੁਅਲੀ ਇਹਦੇ ਵਿੱਚ ਅੱਧੀ ਗੱਲ ਕਰਦੇ ਨੇ ਤੇ ਅੱਧੀ ਗੱਲ ਲੁਕਾਉਂਦੇ ਰਹੇ ਨੇ ਉਹ, ਇਸੇ ਕਰਕੇ ਅੱਜ ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਮਹਿਸੂਸ ਹੋਈ ਹੈ। ਇਹਦੇ 'ਚ ਇਹਨਾਂ ਨੇ ਗੱਲ ਕੀਤੀ ਪਿਛਲੀ ਅਕਾਲੀ ਦਲ ਦੀ ਸਰਕਾਰ ਦੇ ਉੱਪਰ ਕਿ ਜੀ ਕੋਈ ਸੇਫਗਾਰਡ ਸੀ ਜਿਹੜਾ ਜਦੋਂ ਪੂਰਾ ਸਾਲ ਬਿਜਲੀ ਲੈਣ ਦਾ ਐਗਰੀਮੈਂਟ ਹੈ ਜਿਹੜਾ ਉਹ ਕਰ ਲਿਆ ਗਿਆ ਸਰਕਾਰ ਵੱਲੋਂ, ਤੇ ਕੋਈ ਸੇਫਗਾਰਡ ਨਹੀਂ ਰੱਖਿਆ ਵੀ ਜਦੋਂ ਨੌਨ ਪੀਕ ਆਵਰਸ ਨੇ। ਅੱਜ ਪੰਜਾਬ ਦੀ ਪਾਵਰ ਸੈਕਟਰ ਦੀ ਪੋਜੀਸ਼ਨ ਇਹ ਹੈ ਕਿ ਜਦੋਂ ਗਰਮੀਆਂ ਨੇ ਔਰ ਝੋਨੇ ਦੀ ਬਿਜਾਈ ਹੋਣੀ ਹੈ ਉਦੋਂ ਤਕਰੀਬਨ 14000 ਮੈਗਾਵਾਟ ਚਾਹੀਦਾ ਹੈ, ਤੇ ਜਦੋਂ ਸਰਦੀਆਂ ਨੇ ਦਿਨੇ 6000 ਮੈਗਾਵਾਟ, ਰਾਤ ਨੂੰ 3000 ਮੈਗਾਵਾਟ ਚਾਹੀਦਾ। ਤੇ ਇਹਨਾਂ ਨੇ ਐਗਰੀਮੈਂਟ ਇਹ ਕਰ ਲਏ ਕਿ ਸਾਰੇ ਦਾ ਸਾਰਾ ਸਾਲ ਸਾਰੀ ਦੀ ਸਾਰੀ ਬਿਜਲੀ ਇਹਨਾਂ ਵੱਲੋਂ ਬਣਾਈ ਹੋਈ ਉਹ ਪੰਜਾਬ ਸਰਕਾਰ ਖਰੀਦੇਗੀ। ਇਹਨਾਂ ਨੇ ਇਹ ਤਾਂ ਦੱਸ ਦਿੱਤਾ, ਅਸੀਂ ਵੀ ਦੱਸਦੇ ਰਹੇ ਹਾਂ ਇਹ, ਪਰ ਇਹਨਾਂ ਨੇ ਇਹ ਨਹੀਂ ਦੱਸਿਆ ਹੈਗਾ ਕਿ ਪਿਛਲੇ 5 ਸਾਲਾਂ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਅਜਿਹਾ ਕੋਈ ਇੱਕ ਸਟੈਪ ਵੀ ਚੱਕਿਆ ਕਿ ਗੁਜਰਾਤ ਦੇ ਥਰਮਲ ਪਾਵਰ ਪਲਾਂਟਾਂ ਦੀ ਪਾਲਿਸੀ ਦੀ ਤਰ੍ਹਾਂ ਸੈਕਸ਼ਨ 9 ਐਂਡ ਸੈਕਸ਼ਨ 11 ਕੀ ਇਹਨਾਂ ਨੇ ਪੰਜਾਬ ਦੇ ਇਹਨਾਂ ਥਰਮਲ ਪਲਾਂਟਾਂ ਦੇ ਨਾਲ ਕੋਈ ਗੱਲਬਾਤ ਕੀਤੀ, ਕੋਈ ਡਿਸਕਸ਼ਨ ਇਨੀਸ਼ੀਏਟ ਕੀਤੀ ਕਿ ਸੈਕਸ਼ਨ 9 ਔਰ 11 ਗੁਜਰਾਤ ਪਾਲਿਸੀ ਦਾ ਉਹ ਇੰਪਲੀਮੈਂਟ ਕਰ ਸਕਣ। ਗੁਜਰਾਤ ਦਾ ਸੈਕਸ਼ਨ 9 ਕਹਿੰਦਾ ਹੈ ਕਿ ਜੇ ਸਟੇਟ ਗਵਰਨਮੈਂਟ ਲਿਖ ਕੇ ਦੇ ਦੇ 3 ਮਹੀਨੇ ਪਹਿਲਾਂ ਕਿ ਜੀ ਸਾਨੂੰ ਆਹ ਮਹੀਨਿਆਂ ਦੇ ਵਿੱਚ ਸਾਨੂੰ ਤੁਹਾਡੀ ਬਿਜਲੀ ਦੀ ਲੋੜ ਨਹੀਂ ਹੈਗੀ, ਤੇ ਉਹ ਪ੍ਰਾਈਵੇਟ ਥਰਮਲ ਪਲਾਂਟਾਂ ਨੇ ਬਿਜਲੀ ਹੈ ਜਿਹੜੀ ਉਹ ਆਪਦੀ ਬਾਹਰ ਕਿਤੇ ਵੀ ਵੇਚ ਸਕਦੇ ਨੇ, ਸਟੇਟ ਫਿਕਸ ਚਾਰजेस ਤੋਂ ਫਿਕਸਡ ਕਾਸਟ ਤੋਂ ਬਚ ਸਕਦਾ ਹੈ। ਮਹਿਜ਼ 4 ਤੋਂ 5 ਮਹੀਨੇ ਜਿਹੜਾ ਉਹ ਪੰਜਾਬ ਨੂੰ 14000 ਮੈਗਾਵਾਟ ਚਾਹੀਦਾ, ਇਸ ਤੋਂ ਇਲਾਵਾ ਚਾਹੀਦੇ ਨਹੀਂ ਹੈਗੇ। ਜੇ ਲਿਖ ਕੇ ਦੇ ਦਿੱਤਾ ਜਾਂਦਾ ਤਾਂ ਇਹ ਇਸ ਤੋਂ ਬਚਿਆ ਜਾ ਸਕਦਾ ਸੀਗਾ। ਸੈਕਸ਼ਨ 11 ਉਸ ਪਾਲਿਸੀ ਦਾ ਕੀ ਕਹਿੰਦਾ ਕਿ 20% ਹੈ ਜਿਹੜਾ ਉਹ ਸਿਰਫ ਵੇਰੀਏਬਲ ਕਾਸਟ ਦੇ ਉੱਪਰ, ਯਾਨੀ ਕਿ ਜਿੰਨੀ ਕੋਲੇ ਦੀ ਕਾਸਟ ਹੈ ਉਹਦੇ ਉੱਪਰ ਬਿਜਲੀ ਮਿਲੂਗੀ। ਟੋਟਲ ਪ੍ਰੋਡਕਸ਼ਨ ਦਾ 20% ਹੈ ਜਿਹੜੇ ਫਿਕਸ ਚਾਰजेस ਨੇ ਉਸ ਤੋਂ ਬਚਿਆ ਜਾ ਸਕਦਾ ਸੀਗਾ। ਪਰ ਇਹਨਾਂ ਮੋਤੀ ਵਾਲੀ ਸਰਕਾਰ ਨੇ ਪਿਛਲੇ 5 ਸਾਲਾਂ ਦੇ ਵਿੱਚ ਇਹਨਾਂ ਸੈਕਸ਼ਨਸ ਨੂੰ ਇਨਕਲੂਡ ਕਰਨ ਦੇ ਲਈ ਇਹਨਾਂ ਥਰਮਲ ਪਾਵਰ ਪਲਾਂਟਾਂ ਦੇ ਨਾਲ ਇੱਕ ਵੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਹੈਗੀ। ਇਸ ਵਿੱਚ ਪੁਆਇੰਟ 9 ਦੇ ਉੱਪਰ ਸਭ ਮਨਪ੍ਰੀਤ ਸਿੰਘ ਬਾਦਲ ਇਹ ਤਾਂ ਲਿਖਦੇ ਨੇ ਕਿ ਲਿਕੁਇਡੇਟਡ ਚਾਰजेस ਨੇ, ਜਿਹੜੇ ਲਿਕੁਇਡੇਟਡ ਡੈਮੇजेस ਹੁੰਦੇ ਨੇ ਕਿ 3 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਲੱਗਣਾ ਸੀਗਾ, ਉਹ ਲੱਗਿਆ 5 ਮਹੀਨੇ ਦੇ ਵਿੱਚ। ਜਿਹੜੀ 2 ਮਹੀਨੇ ਦੀ ਦੇਰੀ ਹੋਈ ਉਹਦੇ ਡੈਮੇजेस ਉਸ ਕੰਪਨੀ ਨੇ ਕੰਟਰੈਕਟ ਮੁਤਾਬਕ ਸਟੇਟ ਨੂੰ ਦੇਣੇ ਹੁੰਦੇ ਨੇ। ਇਹ ਨਹੀਂ ਦੱਸਿਆ ਹੈਗਾ ਕਿ ਉਹ ਤਕਰੀਬਨ 1000 ਕਰੋੜ ਰੁਪਇਆ ਇਹਨਾਂ ਦੋਨੋਂ ਪ੍ਰਾਈਵੇਟ ਥਰਮਲ ਪਲਾਂਟਾਂ ਦਾ, ਤਲਵੰਡੀ ਔਰ ਰਾਜਪੁਰਾ ਦਾ। ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿਖੇ ਕਿਸਾਨ ਭਵਨ 'ਚ ਕੀਤੀ ਮੀਟਿੰਗ।
ਅੱਜ ਅਸੀਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਜਿਹੜੇ ਪੰਜਾਬ ਦੇ ਕਰੰਟ ਇਸ਼ੂ ਹੈ ਉਹਨਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਅਸੀਂ ਉਹ ਸਾਰੇ ਮੁੱਦਿਆਂ ਤੇ ਡਿਸਕਸ ਕਰ ਲਿਆ। ਜਿਹੜੇ ਭਾਖਵੇਂ ਮੁੱਦੇ ਆ, ਭਾਖਵੇਂ ਮੁੱਦਿਆਂ ਦੇ ਵਿੱਚ ਕਾਂਗਰਸ ਸਰਕਾਰ ਨੇ ਜਦੋਂ ਕੈਪਟਨ ਮੁੱਖ ਮੰਤਰੀ ਸੀ ਵਾਅਦਾ ਕੀਤਾ ਸੀ ਕਿ ਜਿਹੜਾ ਕਿਸਾਨਾਂ ਸਿਰ ਚੜਿਆ ਕਰਜ਼ਾ ਸਾਰੇ ਦਾ ਸਾਰਾ ਖਤਮ ਕਰਾਂਗੇ। ਇਹਦਾ ਅਸੀਂ ਜਵਾਬ ਲੈਣ ਜਾ ਰਹੇ ਹਾਂ ਮੁੱਖ ਮੰਤਰੀ ਚੰਨੀ ਕੋਲੋਂ ਕਿ ਉਹ ਕੀ ਕਰ ਰਿਹਾ ਹੈ। ਦੂਸਰਾ ਮੁੱਦਾ ਜਿਹੜਾ ਝੋਨੇ ਦੀ ਪੇਮੈਂਟ ਹੈ, ਉਹ 70,000 ਕਿਸਾਨਾਂ ਦੀ ਪੇਮੈਂਟ ਰੁਕ ਚੁੱਕੀ ਹੈ। ਜਿਹੜਾ ਨਵਾਂ ਫਾਰਮੂਲਾ ਫਰਦਾਂ ਵਾਲਾ ਇਹ ਪੰਜਾਬ ਸਰਕਾਰ ਨੇ ਲਾਗੂ ਕੀਤਾ, ਇਸ ਕਰਕੇ ਉਹਨਾਂ ਦੀ ਵੱਡੀ ਪ੍ਰੋਬਲਮ ਆਈ ਖੜੀ ਹੈ ਕਿ ਉਹਨਾਂ ਨੂੰ ਪੇਮੈਂਟ ਨਹੀਂ ਹੋ ਰਹੀ। ਦੂਸਰਾ ਜਿਹੜਾ ਕਰੰਟ ਇਸ਼ੂ ਹੈ ਭਖਿਆ ਹੋਇਆ, ਡੀਏਪੀ ਖਾਦ ਨਾ ਮਿਲਣ ਕਾਰਨ ਬਹੁਤ ਸਾਰੀ ਕਣਕ ਦੀ ਬਜਾਂਦ ਪਸੜੀ ਹੋਈ ਹੈ ਤੇ ਨਾਲ ਹੀ ਇਹਦੇ ਯੂਰੀਏ ਦੀ ਵੀ ਸ਼ਾਰਟੇਜ ਪੈ ਰਹੀ ਹੈ। ਇਦੋਂ ਅੱਗੇ ਜਿਹੜਾ ਮਤਲਬ ਨਰਮਾ ਸੁੰਡੀ ਨੇ ਖਾ ਲਿਆ, ਕੁਦਰਤੀ ਬਾਰਿਸ਼ਾਂ ਨਾਲ ਕਾਫੀ ਹੋਰ ਫਸਲਾਂ ਦਾ ਮਾਝੇ ਦੁਆਬੇ ਦੇ ਵਿੱਚ ਨੁਕਸਾਨ ਹੋ ਗਿਆ। ਉਹਨਾਂ ਦੀ ਭਰਪਾਈ ਲਈ ਵੀ ਅਸੀਂ ਜਾ ਕੇ ਇਹ ਮੁੱਦਾ ਅੱਜ ਦੁਬਾਰਾ ਉਠਾਉਣੇ ਆ ਜਾ ਕੇ ਕਿ ਤੁਰੰਤ ਉਹ ਮੁਆਵਜ਼ਾ ਜਿਹੜਾ ਦਿੱਤਾ ਜਾਵੇ। ਇਸ ਤੋਂ ਅੱਗੇ ਕਾਫੀ ਜਿਹੜੇ ਅੰਦੋਲਨ ਦੌਰਾਨ ਕਿਸਾਨਾਂ ਸਿਰ ਝੂਠੇ ਕੇਸ ਪਾਏ ਹੋਏ ਆ, ਉਹ ਕੇਸਾਂ ਦਾ ਵੀ ਮੁੱਦਾ ਅਸੀਂ ਉਠਾਵਾਂਗੇ। ਹੋਰ ਸਾਡਾ ਇਹ ਕਾਫੀ 18-20 ਨੁਕਤੇ ਆ ਜਿਹੜੇ ਅੱਜ ਅਸੀਂ ਲੈ ਕੇ ਜਾ ਰਹੇ ਹਾਂ। ਉਹ ਮੁੱਦਿਆਂ ਦੇ ਆਧਾਰ ਤੇ ਜਾ ਕੇ ਅਸੀਂ ਮੁੱਖ ਮੰਤਰੀ ਨਾਲ ਗੱਲ ਕਰਾਂਗੇ। ਧਰਨੇ ਨੂੰ ਲੈ ਕੇ ਗੁਰਨਾਮ ਚੜੂਨੀ ਦਾ ਵੱਡਾ ਬਿਆਨ। साथियों नमस्कार। साथियों, आपको पता है कि हमने 25 तारीख का अम्बाला से दिल्ली तक का यात्रा का प्रोग्राम किया था और उसके बाद कुछ लोगों ने 24 तारीख को यात्रा का प्रोग्राम रख दिया है और वो कई दिन से सोशल मीडिया पे लोग आरोप प्रत्यारोप लगा रहे हैं और लोगों के अंदर असमंजस पैदा हो रही है, एक दूसरे से कटता पैदा हो रही है। तो हमें दुख है इस बात का कि जिन नेताओं के ऊपर भरोसा करके 700 लोगों ने अपनी जानें गंवा दी, हजारों लोगों ने अपने ऊपर मुकदमे दर्ज करवा लिए, कितने लोगों ने जेड़ें काटी, कितने लोगों ने सिर फड़वाए, हड्डियां तड़वाई, 1 साल जिंदगी का सड़कों पे गुजार दिया। वो लोग इतना बड़ा झूठ बोल सकते हैं, इतना बड़ा फरेब कर सकते हैं किसी आदमी को नीचा दिखाने के लिए कि ये पहले हरियाणा की कमेटी में पास हुआ है, फिर ये 9 मेंबरी कमेटी में पास हुआ है, फिर ये 24 तारीख का बड़ी कमेटी में रखा गया है। बिल्कुल पहली बात तो ये कि हरियाणा की कोई एसकेएम जो बनी थी वो 8 महीने पहले बनी तो उसका अध्यक्ष मेरे को बनाया गया था। अब ये एक नकली एसकेएम और बना दी गई। कुछ लोगों ने बीच में पड़ के, पंजाब के लोगों ने जो है वो मीटिंग करके ये तय किया कि हरियाणा में फूट डाली जाए, हरियाणा के लोगों को खिलाफ किया जाए। और हमारे लोग, कुछ लोग उनकी बातों में आए और एक नकली स्कीम और खड़ी कर दी और ये दिखाया गया कि उसमें पास, उस कमेटी में भी 24 का पास नहीं हुआ, उसमें भी हमारे आदमी बीच में मौजूद थे, उसमें भी पास नहीं हुआ। और उसके बाद जो 9 मेंबरी कमेटी थी उसमें हमारे राकेश बैस और करम सिंह बीच में थे, जिन्होंने एक एक पॉइंट नोट किया, किसने क्या कहा ये नोट किया, उसमें कोई बात नहीं चली। जो बड़ी कमेटी थी उसमें हम भी मौजूद थे, उसमें कोई चर्चा नहीं हुई। उसके बाद सारे के सारे नेता वीडियो डाल रहे हैं, सारे तो नहीं कह सकते, बहुत से नेता वीडियो डाल रहे हैं और ये कह रहे हैं कि ये पास हुआ था। दुख है हमें इस बात का। और ये केवल इतना सा है कि पंजाब में जो है वो लोग हमारे जो है वो फॉलो हमें करना उन्होंने शुरू कर दिया है। पंजाब के लोगों ने हमें पसंद करना शुरू कर दिया। पंजाब के लोग जगह जगह हमारी रैलियां करवाना चाहते हैं, हमारी पंचायतें करवाना चाहते हैं। इसलिए पंजाब वाले जो लीडर हैं उनको जंग पैदा होगी और ये सारा षड्यंत्र खेल दिया है। पंजाब के लोग वीडियो डाल रहे हैं कि हरियाणा से अम्बाला से यात्रा होगी, तो दुख है हमें इस बात का। लेकिन इस सब के बावजूद, क्योंकि इस आंदोलन को लोगों ने अपने खून से सींचा है, इसलिए हम इस आंदोलन को किसी कीमत पर टूटना नहीं देना चाहते। हमें पता है कि लोगों की भावना हमारे साथ जुड़ी है, लेकिन उसके बावजूद भी हम लोगों से ये अपील करेंगे कि इसमें हमें किसी के विरुद्ध हम कुछ ना बोलें, कोई हमारा भाई कोई कमेंट ना करे। और हम इस आंदोलन को बचाने के लिए हम सिर झुका भी सकते हैं, सिर कटवा भी सकते हैं, कुछ भी कर सकते हैं, कुछ भी कुर्बानी हमें देनी पड़े, हम इस आंदोलन को बचाएंगे। और ये पूरे मामले को देखते हुए हम अपना 25 का दिल्ली कूच का प्रोग्राम वापस लेते हैं। और हमें खुशी है
कि ये प्रोग्राम हमने हरियाणा की तरफ से रखा था और अब ये प्रोग्राम सारे देश के किसान यहाँ से रख रहे हैं। बहुत अच्छा है, बहुत बड़ा पैदल यात्रा होगी जिसमें लाखों लोग पहुंचेंगे। हमें अच्छा है, हमें खुशी है, बहुत इससे जागृति आएगी और जो वो इंडिया गेट पे जाएंगे वो उससे भी बड़ा काम होगा, जो बड़ा एक धमाका आंदोलन में होगा जो इंडिया गेट पे पहुंचेंगे। तो इस सारे चीज को हम देखते हुए कि अच्छा है, वो हमारे से बड़ा आंदोलन कर रहे हैं इंडिया गेट पे जाने का, तो इसलिए हम अपना आंदोलन वापस ले रहे हैं और हम उन सारे भाइयों से अनुरोध करेंगे कि वो भाई अपना प्रोग्राम करें और जो हमारे लिए कोई सहयोग की जरूरत हो हमें बताएं और हम इस आंदोलन के साथ हैं। हमें कोई भी कुर्बानी देनी पड़े हम साथ रहेंगे। हम 25 का अपना कॉल वापस लेते हैं और सब भाइयों से अपील करते हैं कि जिन भाइयों ने हमारे लिए वीडियो डाले, सोशल उस पर कमेंट किए, उन सभी से माफी चाहते हैं और प्रार्थना करते हैं कि के लिए शांति बनाए रखें। आप सभी का बहुत बहुत धन्यवाद। ਸੁਖਬੀਰ ਬਾਦਲ ਦਾ ਵਿਰੋਧ ਕਰਦੇ ਕਿਸਾਨਾਂ ਨੇ ਬਾਦਲ ਦੇ ਮੂੰਹ ਤੇ ਪੁੱਛੇ ਤਿੱਖੇ ਸਵਾਲ। ਨਹੀਂ ਫਿਰ ਤੁਸੀਂ ਇੱਕ ਹੋਰ ਗੁਰਸਿੱਖ ਨੂੰ ਕਿਵੇਂ ਕਹਿੰਦੇ ਹੋ ਕਿ ਤੁਹਾਨੂੰ ਨਹੀਂ ਕਹਿੰਦੇ ਅਸੀਂ ਨਹੀਂ ਇੱਕ ਮਿੰਟ ਖੜੇ ਕਿਉਂ ਨਹੀਂ ਬੰਦੇ ਕਿਉਂ ਨਹੀਂ ਖੜੇ? ਇੱਕ ਮਿੰਟ ਮੇਰੀ ਗੱਲ ਸੁਣੋ। ਤੁਸੀਂ ਜ਼ਿੰਮੇਵਾਰ ਸੀ 1.5 ਸਾਲ, ਨਹੀਂ ਫਿਰ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲੂਗਾ इंसाफ मिलना चाहिए, सियासत करनी चाहिए, इंसाफ मिल जूगा। इस तरह नहीं मिलना। 5 साल कांग्रेस का राज रहा है, उन्होंने भी सियासत की है तो तुसी भी 1.5 साल सियासत की। ਅਸੀਂ ਨਹੀਂ ਕਰਦੇ। एसजीपीसी ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਟਾਰਗੇਟ ਕਿਉਂ ਕਰ ਰਹੇ ਹੈ? ਕਿਉਂਕਿ ਕਮਜ਼ੋਰ ਕਰਨਾ ਚਾਹੁੰਦੇ ਕੌਮ। ਜੇ ਕਮਜ਼ੋਰ ਹੋ ਗਏ ਤੁਸੀਂ ਸੋਨੀਆ ਗਾਂਧੀ ਤੋਂ ਇਨਸਾਫ ਮੰਗੋਗੇ ਜਾ ਕੇ। ਮੈਨੂੰ ਇਕੱਲੇ ਕਿਸਾਨੀ ਦੇ ਸਵਾਲ ਪੁੱਛ ਲਓ ਕਿਉਂਕਿ ਮੈਂ ਵੀ ਨਹੀਂ, ਤੁਸੀਂ ਸਰਕਾਰ ਬਣਾਣੀ ਆ। ਤੁਸੀਂ ਸਰਕਾਰ ਬਣਾਉਣ ਲਈ ਰੈਲੀਆਂ ਕਰ ਰਹੇ ਹੋ। ਮੈਂ ਅੱਜ ਤੁਹਾਡੇ ਕੋਲ ਰੁਕਿਆ। ਮੇਰੀ ਗੱਲ ਸ਼੍ਰੋਮਣੀ ਅਕਾਲੀ ਦਲ ਵੇਲੇ 10 ਸਾਲ ਅਕਾਲੀ ਦਲ ਦਾ ਰਾਜ ਰਿਹਾ, ਹਜ਼ਾਰਾਂ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਉਸ ਵੇਲੇ ਵੀ ਹੋਈਆਂ, ਹੁਣ ਵੀ ਹੋ ਰਹੀਆਂ। ਕਿਸਾਨੀ ਲਈ ਕੀ ਵਿਜ਼ਨ ਸੀ, ਕੀ ਕਿਸਾਨੀ ਲਈ ਅੱਜ ਤੱਕ ਉਹਨਾਂ ਖੁਦਕੁਸ਼ੀਆਂ ਦਾ ਕਾਰਨ ਨਹੀਂ ਲੱਭੇਗਾ। ਕੋਈ ਪੋਲੀਟੀਕਲ ਲੋਕ ਕਿਉਂ ਨਹੀਂ ਮਰਦਾ? ਹਮੇਸ਼ਾ ਕਿਸਾਨ, ਮਜ਼ਦੂਰ ਜਾਂ ਆਮ ਲੋਕ ਹੀ ਕਿਉਂ ਮਰਦੇ ਨੇ? 90% ਨਹਿਰਾਂ ਜਿਹੜੀ ਖੇਤੀ ਪਾਣੀ ਕਰਕੇ ਅਕਾਲੀ ਦਲ ਨੇ ਕੀਤੀਆਂ, ਟਿਊਬਲਾਂ ਦੇ ਬਿੱਲ ਅਕਾਲੀ ਦਲ ਨੇ ਮਾਫ ਕੀਤੇ। 15 ਲੱਖ ਟਿਊਬਲ ਕਨੈਕਸ਼ਨ ਹੈ, 12 ਲੱਖ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਵੰਡੇ ਹੈ। ਜਿਹੜੇ ਤੁਹਾਡੇ ਆਪਣਾ ਪੱਕੇ ਖਾਲੇ ਹੈ ਸਾਰੇ ਅਕਾਲੀ ਦਲ ਨੇ ਕੀਤੇ। ਟਰੈਕਟਰ ਤੋਂ ਟੈਕਸ ਅਕਾਲੀ ਦਲ ਨੇ ਮੋੜਿਆ। ਇੱਕ ਨਿਸ਼ਾਨੀ ਕਿਸੇ ਹੋਰ ਪਾਰਟੀ ਦੀ ਕਿਸਾਨੀ ਬਾਰੇ ਦੱਸ ਦਿਓ ਤੇ ਮੈਂ ਸਿਆਸਤ ਛੱਡਣ ਨੂੰ ਤਿਆਰ ਹਾਂ। ਤੁਹਾਡੇ ਸਰਕਾਰ ਨਾਲ ਮੈਂ ਅੱਧਾ ਘੰਟਾ ਰੁਕਿਆ। ਸਵਾਲ ਤਾਂ ਸਾਡੇ ਪੂਰੇ ਨਹੀਂ ਹੋਏ। ਐ ਕਰ ਅਗਲੀ ਵਾਰ ਕਰ ਲਾਂਗੇ। ਅਗਲੀ ਵਾਰ ਅਸੀਂ ਮੇਰੇ ਕੋਲੇ ਐ ਕਰਿਓ 2 ਆਪਾਂ ਕਿਤੇ ਹੋਰ ਬਹਿ ਜਾਾਂਗੇ। ਨਹੀਂ ਦੇਖੋ ਸਰ, ਜੇ ਤਾਂ ਸਵਾਲ ਜਵਾਬ ਦੇਣੇ ਪੈਣਗੇ ਐ ਨਹੀਂ ਪਿਆਰ ਨਾਲ ਜੋ ਮਰਜ਼ੀ ਨਹੀਂ, ਫੇਰ ਮੈਂ ਗੱਲ ਗਲਤ ਆ ਜੀ। ਇਹ ਗੱਲ ਗਲਤ ਆ ਜੀ। ਪਿਆਰ ਨਾਲ ਜੋ ਮਰਜ਼ੀ ਪਿਆਰ ਨਾਲ ਖੜੋ ਨਾ। ਜਾਨ ਹਾਜ਼ਰ ਕੀ ਤੁਸੀਂ ਬੇਅਦਬੀ ਕਰ ਸਕਦੇ? ਨਹੀਂ ਫਿਰ ਤੁਸੀਂ ਇੱਕ ਹੋਰ ਗੁਰਸਿੱਖ ਨੂੰ ਕਿਵੇਂ ਕਹਿੰਦੇ ਹੋ ਬੇਅਦਬੀ? ਤੁਹਾਨੂੰ ਨਹੀਂ ਕਹਿੰਦੇ ਅਸੀਂ ਨਹੀਂ ਇੱਕ ਮਿੰਟ ਖੜੇ ਕਿਉਂ ਨਹੀਂ ਬੰਦੇ ਕਿਉਂ ਨਹੀਂ ਖੜੇ? ਇੱਕ ਮਿੰਟ ਮੇਰੀ ਗੱਲ ਤੁਸੀਂ ਜ਼ਿੰਮੇਵਾਰ ਸੀ 1.5 ਸਾਲ। ਮੈਂ ਕਹਿ ਰਿਹਾ ਮੈਂ ਤਾਂ ਸੁਣ ਤਾਂ ਲਓ ਹਾਂ ਕੀ ਹੋ ਰਿਹਾ। ਮੈਂ ਤੁਹਾਡੇ ਸਾਹਮਣੇ ਦਰਬਾਰ ਸਾਹਿਬ ਦੀ ਅਰਦਾਸ ਕੀਤੀ ਸੀ ਤੇ ਲਗਾਤਾਰ ਕਹਿ ਰਿਹਾ ਜਿਹੜੇ ਬੇਅਦਬੀ ਕੀਤੀ ਕੱਖ ਨਾ ਰਹੇ ਤੇ ਜਿਹੜਾ ਸਿਆਸਤ ਕਰ ਰਿਹਾ ਕੱਖ ਨਾ ਰਹੇ। ਮੈਂ ਪੁੱਛਣਾ ਚਾਹੁੰਦਾ ਜਦੋਂ ਬੇਅਦਬੀ ਹੋਈ ਤੁਸੀਂ ਉਹ ਦਿਨ ਯਾਦ ਕਰ ਲਓ। ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਸਾਰਿਆਂ ਨੇ ਕਿਹਾ ਕਿ ਅਸੀਂ ਪੰਜਾਬ ਪੁਲਿਸ ਤੋਂ ਨਹੀਂ ਕਰਾਉਣੀ ਇਨਵੈਸਟੀਗੇਸ਼ਨ, ਸਾਨੂੰ ਸੀਬੀਆਈ ਚਾਹੀਦੀ ਹੈ। ਉਦੋਂ ਸਾਰੀਆਂ ਜਥੇਬੰਦੀਆਂ ਦੇ ਉੱਥੇ ਬੈਠੇ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਕੋਲ ਕੋਈ ਪੰਜਾਬ ਸਰਕਾਰ ਦਾ ਭਰੋਸਾ ਨਹੀਂ ਹੈ, ਸੀਬੀਆਈ ਨੂੰ ਦਿਓ। ਅਸੀਂ ਸਾਰੀ ਇਨਵੈਸਟੀਗੇਸ਼ਨ ਬੰਦ ਕਰਕੇ ਉਹਨਾਂ ਦੇ ਕਹਿਣ ਤੇ ਸੀਬੀਆਈ ਨੂੰ ਦੇ ਦਿੱਤੀ। ਜਦੋਂ ਸੀਬੀਆਈ ਨੂੰ ਚਲੀ ਜਾਏਗੀ ਇਨਵੈਸਟੀਗੇਸ਼ਨ ਸਾਡਾ ਪੂਰੇ ਰੋਲ ਖਤਮ। ਜਿਹੜੀ ਗੱਲ ਹੁਣ ਮੇਰੀ ਗੱਲ ਸੁਣੋ,
ਇੱਕ ਏਜੰਸੀ ਹਿੰਦੁਸਤਾਨ 'ਚ ਇਨਵੈਸਟੀਗੇਸ਼ਨ ਕਰਦੀ ਹੈ, ਦੋ ਨਹੀਂ ਕਰ ਸਕਦੀ ਕਾਨੂੰਨ ਦੇ ਤਹਿਤ। ਉਹਨਾਂ ਦੇ ਕਹਿੰਦੇ ਅਸੀਂ ਚਾਹੁੰਦੇ ਸੀ ਇਨਵੈਸਟੀਗੇਸ਼ਨ ਕਰਨੀ, ਫੜਨਾ ਬੰਦੇ, ਔਰ ਸਾਰੇ ਉਦੋਂ ਇਮੋਸ਼ਨਲ ਕਰਤੇ ਸਾਰਿਆਂ ਨੇ ਕਿ ਨਹੀਂ ਆ ਤਾਂ ਜਾਣ ਕੇ ਬਚਾਉਣਗੇ, ਇਹਨਾਂ ਨੂੰ ਦੋਸ਼ੀਆਂ ਨੂੰ ਬਚਾਉਣਗੇ, ਇਹ ਕਰਦੇ ਉਹ ਕਰਦੇ। ਸਾਨੂੰ ਕੋਈ, ਅਸੀਂ ਕਿਹਾ ਚਲੋ ਤੁਹਾਡੀ ਭਾਵਨਾ ਨੂੰ ਦੇਖ ਕੇ ਅਸੀਂ ਦਿੰਨੇ ਆ ਉੱਥੇ ਆਪਣਾ ਸੀਬੀਆਈ ਨੂੰ ਦਿੱਤੀ। ਉਹ ਤਾਂ ਕਾਂਗਰਸ ਨੇ ਕਹਿੰਦੇ ਦਿੱਤੀ ਸਾਰੀ ਇਹ ਸੰਤੁਸ਼ਟੀ ਵਾਲਾ ਸਵਾਲ। ਜੇ ਤੁਸੀਂ ਯਾਰ ਮੈਂ ਤਾਂ ਮੈਂ ਹੋਰ ਦੱਸਾਂ 4 ਸਾਲ ਹੋ ਗਏ, 4.5 ਸਾਲ ਹੋ ਗਏ, 4.5 ਸਾਲ ਹੋ ਗਏ ਸਾਡੇ ਆਰਡਰ ਜਿਹੜਾ ਤਾਂ ਪੰਜਾਬ ਸਰਕਾਰ ਦੇ ਅੰਦਰ ਕਿਹੜਾ ਉਹ ਸੈਂਟਰ ਦੇ ਕਿਹੜਾ ਉਹਨਾਂ ਦੇ ਨਾਲ ਆਲੀਆਂ ਪਰ ਗੋਲੀ ਚੱਲੀ ਹੈ ਕਿਹੜੇ ਜਦੋਂ ਉੱਤੇ ਗੋਲੀ ਚੱਲੀ ਉਹ ਵੀ ਉਹਦੇ ਚ ਸਾਰੀ ਇਨਵੈਸਟੀਗੇਸ਼ਨ ਹੋ ਗਈ ਹੈ, ਕਾਂਗਰਸ ਨੇ ਕੀਤੀ ਹੈ। ਇੱਕ ਮੇਰੀ ਗੱਲ ਤਾਂ ਸੁਣੋ ਗੱਲ ਸੁਣ ਲਓ। ਜੇ ਤੁਸੀਂ ਇਹ ਸੰਤੁਸ਼ਟੀ ਵਾਲਾ ਜਵਾਬ ਨਹੀਂ। ਸੰਤੁਸ਼ਟੀ ਤਾਂ ਭਾਵੇਂ ਮੈਂ ਸੰਤੁਸ਼ਟ ਕਰਦਾ ਨਹੀਂ, ਫਿਰ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲੂਗਾ ਇਨਸਾਫ। ਇਨਸਾਫ ਮਿਲਣਾ ਚਾਹੀਦਾ, ਸਿਆਸਤ ਕਰਨੀ ਚਾਹੀਦੀ, ਇਨਸਾਫ ਮਿਲ ਜੂਗਾ। ਇਸ ਤਰ੍ਹਾਂ ਨਹੀਂ ਮਿਲਣਾ। 5 ਸਾਲ ਕਾਂਗਰਸ ਦਾ ਰਾਜ ਰਿਹਾ ਹੈ, ਉਹਨਾਂ ਨੇ ਵੀ ਸਿਆਸਤ ਕੀਤੀ ਹੈ ਤੇ ਤੁਸੀਂ ਵੀ 1.5 ਸਾਲ ਸਿਆਸਤ ਕੀਤੀ। ਅਸੀਂ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਗੁਰੂ ਘਰ ਦੇ ਮਸਲੇ 'ਚ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਕਿ ਹੁਣ ਮੈਂ ਸਿੱਖ ਕੌਮ ਨੂੰ ਦੱਸਣਾ ਚਾਹਣਾ, ਆਪਾਂ ਭਾਵੇਂ ਤੁਸੀਂ ਕਿਸਾਨ ਯੂਨੀਅਨ, ਮੈਂ ਅਕਾਲੀ ਦਲ, ਬਾਕੀ ਸਿੱਖ ਕੋਈ ਕਿਸੇ ਪਾਰਟੀ 'ਚ ਹੈ, ਆਪਣੀ ਕੋਈ ਇੱਕ ਜਥੇਬੰਦੀ ਹੈ ਅਕਾਲੀ ਦਲ ਤੇ ਐਸਜੀਪੀਸੀ। ਜੇ ਆਪਾਂ ਐਸਜੀਪੀਸੀ ਤੇ ਇੱਕ ਮੇਰੀ ਗੱਲ ਮੈਂ ਸੁਣ ਤਾਂ ਲਓ ਨਾ, ਜੇ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਟਾਰਗੇਟ ਕਿਉਂ ਕਰ ਰਹੇ ਹੈ? ਕਿਉਂਕਿ ਕਮਜ਼ੋਰ ਕਰਨਾ ਚਾਹੁੰਦੇ ਕੌਮ। ਜੇ ਕਮਜ਼ੋਰ ਹੋ ਗਏ ਤੁਸੀਂ ਸੋਨੀਆ ਗਾਂਧੀ ਤੋਂ ਇਨਸਾਫ ਮੰਗੋਗੇ ਜਾ ਕੇ। ਇਨਸਾਫ ਤਾਂ ਸਾਨੂੰ ਆਪਣਿਆਂ ਤੋਂ ਨਹੀਂ ਮਿਲਿਆ ਜੀ, ਸੋਨੀਆ ਗਾਂਧੀ ਤੋਂ ਕੀ ਮੰਗਾਂਗੇ? ਸਰਕਾਰ ਹੈ 5 ਸਾਲ ਉਹਨਾਂ ਨੇ ਸੋਨੀਆ ਤੋਂ ਨਹੀਂ ਮੰਗਣਾ ਸੀ। ਪੰਥ ਜੰਗਲਾਂ 'ਚ ਰਹਿੰਦਾ ਸੀ, ਉਦੋਂ ਦਾ ਕੋਈ ਖਤਰਾ ਨਹੀਂ ਸੀ। ਹੁਣ ਖਤਰਾ ਹੈ ਪੰਥ ਨੂੰ। ਪੰਥ ਨੂੰ ਖਤਰਾ ਕਿਸੇ ਤੋਂ ਨਹੀਂ, ਆਪਣੇ ਵਿੱਚ ਗਦਾਰਾਂ ਤੋਂ ਹੈ। ਇਹ ਸੰਤੁਸ਼ਟੀ ਵਾਲਾ ਜਵਾਬ ਨਹੀਂ ਸਰ। ਪਹਿਲੇ ਮੈਂ ਇੱਕ ਬੇਨਤੀ ਕਰਨਾ ਚਾਹਣਾ ਯਾਰ, ਹਾਂਜੀ, ਮੈਨੂੰ ਇਕੱਲੇ ਕਿਸਾਨੀ ਦੇ ਸਵਾਲ ਪੁੱਛ ਲਓ, ਕਿਉਂਕਿ ਮੈਂ ਵੀ ਨਹੀਂ, ਤੁਸੀਂ ਸਰਕਾਰ ਬਣਾਣੀ ਆ, ਤੁਸੀਂ ਸਰਕਾਰ ਬਣਾਉਣ ਲਈ ਰੈਲੀਆਂ ਕਰ ਰਹੇ ਹੋ। ਮੈਂ ਅੱਜ ਤੁਹਾਡੇ ਕੋਲ ਰੁਕਿਆ, ਮੇਰੀ ਗੱਲ, ਮੈਂ ਤੁਹਾਡੇ ਸਰਕਾਰ ਨਾਲ ਰੁਕਿਆ, ਕਿਸਾਨੀ ਦੇ ਕਿਸਾਨੀ ਦੇ ਸੰਬੰਧ। ਐਂ ਤਾਂ ਮੈਂ ਕਹੂੰਗਾ ਘਰ ਨੌਕਰੀ ਨਹੀਂ ਦਿੱਤੀ, ਤੁਸੀਂ ਜਵਾਬ ਦਿਓ, ਆ ਨਹੀਂ ਕੀਤੀ। ਮੈਂ ਉਹਦੇ ਚ ਪੈਣਾ ਨਹੀਂ ਚਾਹੁੰਦਾ। ਸਰਕਾਰ ਨਹੀਂ ਬਣਾਣੀ, ਅਸੀਂ ਤੁਸੀਂ ਜਾਂ ਤਾਂ ਕਹਿ ਦਿਓ ਵੀ ਮੈਂ ਸਰਕਾਰ ਨਹੀਂ ਬਣਾਣੀ, ਮੈਂ ਜਵਾਬ ਦੇ ਦੂੰ। ਮੈਂ ਜਵਾਬ ਅੱਜ ਕਿਸਾਨੀ ਦੇ ਮੁੱਦੇ ਤੇ ਦੇਣਾ ਹੈ। ਨਹੀਂ, ਇਹ ਨਹੀਂ ਗੱਲ। ਨਹੀਂ, ਜਾਂ ਤੁਸੀਂ ਕਹੋ ਤਾਂ ਮੈਂ ਅਸੀਂ ਕਿਸਾਨੀ ਦਾ ਮੁੱਦਾ ਨਹੀਂ ਪੁੱਛਣਾ, ਦੂਜੇ ਪੁੱਛਣਾ। ਕਿਸਾਨੀ ਦੇ ਅਸੀਂ ਸਾਰੇ ਪੁੱਛਣੇ ਆ। ਨਹੀਂ, ਬਿਲਕੁਲ ਗੱਲ ਗਲਤ ਆ ਸਰ, ਬਿਲਕੁਲ ਗੱਲ ਗਲਤ ਆ। ਦੇਖੋ ਤੁਸੀਂ ਲੋਕਾਂ ਨੂੰ ਸ਼ਾਂਤ ਕੀਤਾ, ਤੁਹਾਡੇ ਸਤਿਕਾਰ ਕਰਕੇ ਮੈਂ ਇੱਥੇ ਰੁਕ ਕੇ ਤੁਹਾਡੇ ਕਿਸਾਨ, ਪਰ ਬੇਨਤੀ ਹੈ ਕਿਸਾਨੀ ਦਾ ਕੋਈ ਮਰਜ਼ੀ ਸਵਾਲ ਪੁੱਛ ਲਓ। ਚਲੋ ਅਸੀਂ ਹੋਰ ਪੁੱਛ ਲਾਂਗੇ। ਗੁਰੂ ਗ੍ਰੰਥ ਸਾਹਿਬ ਉਹਦਾ ਆਪੇ ਹੀ ਹੋਊਗਾ, ਮਹਾਰਾਜ ਲਊਗਾ ਜਦੋਂ ਵੀ ਹੋਊਗਾ, ਤੇ ਇਹਨੂੰ ਅਸੀਂ ਛੱਡ ਦਿੰਦੇ ਆ। ਇਹਦਾ ਸੰਤੁਸ਼ਟ ਨਹੀਂ ਹੋਏ ਇਸ ਸਵਾਲ ਤੇ। ਇਹਨੂੰ ਵਿਵਾਦ ਨਹੀਂ ਬਣਾਉਣਾ ਅਸੀਂ। ਸ਼੍ਰੋਮਣੀ ਅਕਾਲੀ ਦਲ ਵੇਲੇ 10 ਸਾਲ ਅਕਾਲੀ ਦਲ ਦਾ ਰਾਜ ਰਿਹਾ, ਹਜ਼ਾਰਾਂ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਉਸ ਵੇਲੇ ਵੀ ਹੋਈਆਂ, ਹੁਣ ਵੀ ਹੋ ਰਹੀਆਂ। ਕਿਸਾਨੀ ਲਈ ਕੀ ਵਿਜ਼ਨ ਸੀ, ਕੀ ਕਿਸਾਨੀ ਲਈ ਅੱਜ ਤੱਕ ਉਹਨਾਂ ਖੁਦਕੁਸ਼ੀਆਂ ਦਾ ਕਾਰਨ ਨਹੀਂ ਲੱਭੇਗਾ। ਕੋਈ ਪੋਲੀਟੀਕਲ ਲੋਕ ਕਿਉਂ ਨਹੀਂ ਮਰਦਾ? ਹਮੇਸ਼ਾ ਕਿਸਾਨ, ਮਜ਼ਦੂਰ ਜਾਂ ਆਮ ਲੋਕ ਹੀ ਕਿਉਂ ਮਰਦੇ ਨੇ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅੱਜ ਪੰਜਾਬ ਦੀ ਕਿਸਾਨੀ ਇਸ ਚੀਜ਼ ਤੇ ਤੁਸੀਂ ਲੜਾਈ ਲੜ ਰਹੇ ਹੋ। ਪੰਜਾਬ ਦੇ ਕਿਸਾਨ ਜਥੇਬੰਦੀਆਂ ਐਮਐਸਪੀ ਕਰਕੇ ਕਰ ਰਹੇ ਹੋ। 3 ਲੱਖ ਦਾ ਕਰਜ਼ਾ ਹੋ ਗਿਆ ਜੀ, 4 ਦਾ ਹੋ ਜਾਣਾ ਅਗਲੇ 5 ਸਾਲਾਂ ਮੇਰੀ ਗੱਲ ਤਾਂ ਸੁਣੋ। ਕਿਸਾਨ ਜਥੇਬੰਦੀਆਂ ਸੰਘਰਸ਼ ਕੀ ਕਰ ਰਹੀਆਂ? ਪਹਿਲਾ ਸੰਘਰਸ਼ ਕਰ ਰਹੀਆਂ ਕਿ ਐਮਐਸਪੀ ਖਤਮ ਨਾ ਹੋ ਜਾਏ। ਕਰ ਰਹੀਆਂ ਕਿ ਨਹੀਂ? ਐਮਐਸਪੀ ਦੇਸ਼ 'ਚ ਲਾਗੂ ਕਿਹਨੇ ਕਰਾਈ? ਸ਼੍ਰੋਮਣੀ ਅਕਾਲੀ ਦਲ ਨੇ 1966 ਵਿੱਚ ਮੋਰਚਾ ਲਾ ਕੇ। ਐਮਐਸਪੀ ਕੱਲਾ ਪੰਜਾਬ ਤੇ ਹਰਿਆਣੇ ਤੇ ਮੱਧ ਪ੍ਰਦੇਸ਼ 'ਚ ਹੈਗੀ ਹੁਣ, ਨਹੀਂ ਤਾਂ ਕਿਤੇ ਨਹੀਂ ਹੈ। ਅਕਾਲੀ ਦਲ ਨੇ ਕਰਾਈ। ਜਿਹੜੀਆਂ ਮੰਡੀਆਂ ਤੁਸੀਂ ਕਹਿੰਦੇ ਹੋ ਕਿ ਮੰਡੀਆਂ ਖੁੱਲ ਜਾਣਗੀਆਂ, ਆਰਟੀਏ ਤੇ ਕਢਾ ਲਓ, 90 ਤੋਂ 95% ਪੰਜਾਬ ਮੰਡੀਆਂ ਬਣੀਆਂ ਅਕਾਲੀ ਦਲ ਨੇ ਬਣਾਈਆਂ। ਜਿਹੜੀਆਂ ਨਹਿਰਾਂ ਕੱਢੀਆਂ ਗਈਆਂ 90% ਖੇਤੀ ਵਾਸਤੇ। ਮੇਰੀ ਗੱਲ ਹੁਣ ਜਵਾਬ ਸੁਣ ਲੈਂਦੇ 90% ਨਹਿਰਾਂ ਜਿਹੜੀ ਖੇਤੀ ਪਾਣੀ ਕਰਕੇ ਅਕਾਲੀ ਦਲ ਨੇ ਕੀਤੀਆਂ। ਟਿਊਬਲਾਂ ਦੇ ਬਿੱਲ
ਅਕਾਲੀ ਦਲ ਨੇ ਮਾਫ ਕੀਤੇ। 15 ਲੱਖ ਟਿਊਬਲ ਕਨੈਕਸ਼ਨ ਹੈ, 12 ਲੱਖ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਵੰਡੇ ਹੈ। ਜਿਹੜੇ ਤੁਹਾਡੇ ਆਪਣਾ ਵੀ ਪੱਕੇ ਖਾਲੇ ਹੈ ਸਾਰੇ ਅਕਾਲੀ ਦਲ ਨੇ ਕੀਤੇ। ਟਰੈਕਟਰ ਤੋਂ ਟੈਕਸ ਅਕਾਲੀ ਦਲ ਨੇ ਮੋੜਿਆ। ਇੱਕ ਨਿਸ਼ਾਨੀ ਕਿਸੇ ਹੋਰ ਪਾਰਟੀ ਦੀ ਕਿਸਾਨੀ ਬਾਰੇ ਦੱਸ ਦਿਓ ਤੇ ਮੈਂ ਸਿਆਸਤ ਛੱਡਣ ਨੂੰ ਤਿਆਰ ਹਾਂ। ਅਸੀਂ ਕਿਸੇ ਪਾਰਟੀ ਦੀ ਨਹੀਂ ਗੱਲ ਸਰ ਕਰਦੇ, ਅੱਜ ਤਾਂ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦੇਣੇ ਆ। ਕਿਸਾਨੀ ਵਾਸਤੇ ਨਹੀਂ ਫਿਰ ਖੁਦਕੁਸ਼ੀਆਂ ਕਿਉਂ ਨਹੀਂ ਰੁਕੀਆਂ? ਖੁਦਕੁਸ਼ੀਆਂ ਕਿਉਂ ਨਹੀਂ ਰੁਕ ਰਹੀਆਂ? ਖੁਦਕੁਸ਼ੀਆਂ ਦੇ ਬਾਰੇ ਮੈਂ ਆ ਵਿਵਾਦਿਤ ਬਿਆਨ ਹੈ। ਰੀਜ਼ਨ ਕਿਉਂ ਕਰਨਾ ਹੈ, ਕਿਵੇਂ ਲੋਨ ਲਿੱਤਾ, ਕਿਹਦੇ ਵਾਸਤੇ ਲਿੱਤਾ, ਕਿਵੇਂ ਹੋਇਆ, ਹਰ ਕੇਸ ਅਲੱਗ-ਅਲੱਗ ਜਿਹੜਾ ਹੈ। ਕਿਸੇ ਨੇ ਆਪਣੇ ਵਿਆਹ ਵਾਸਤੇ ਲਿੱਤਾ ਲੋਨ ਵੇਚ ਕੇ ਟਰੈਕਟਰ, ਕਿਸੇ ਨੇ ਕੁਝ ਵਾਸਤੇ ਲਿੱਤਾ, ਮੈਨੂੰ ਪਤਾ ਨਹੀਂ ਕਿ ਕਿਸ ਵਾਸਤੇ ਲਿੱਤਾ, ਕਿਉਂ ਮੇਰਾ ਆਪਾਂ ਖੁਦਕੁਸ਼ੀ ਨਹੀਂ ਹੋਣੀ ਚਾਹੀਦੀ। ਖੁਦਕੁਸ਼ੀ ਨਹੀਂ ਹੋਣੀ ਚਾਹੀਦੀ। ਖੁਦਕੁਸ਼ੀ ਦੇ ਬਜਾਏ ਅਸੀਂ ਜਿਹੜਾ ਮੇਰੀ ਸੋਚ ਹੈ ਕਿ ਆਪਣੀ ਸਰਕਾਰ ਬਣੂਗੀ, ਵਿਆਜ ਜਿਹੜੇ ਕੋਆਪਰੇਟਿਵ ਸੁਸਾਇਟੀ ਤੋਂ 10 ਲੱਖ ਰੁਪਏ ਤੱਕ ਬਗੈਰ ਵਿਆਜ ਤੇ ਲੋਨ ਕਿਸਾਨੀ ਨੂੰ ਦੇਵਾਂਗੇ। ਉਹਦਾ ਵਿਆਜ ਅਸਲੀ ਖੁਦਕੁਸ਼ੀ ਹੁੰਦੀ ਹੈ। ਤੁਸੀਂ 2 ਲੱਖ ਲਓ ਤੇ ਬਣ ਜਾਂਦਾ 20 ਲੱਖ। ਸਰ ਯਾਰ ਮੈਂ ਹੁਣ ਬੇਨਤੀ ਕਰਦਾ ਨਹੀਂ ਸਰ ਦੇਖੋ ਅਸੀਂ ਥੈਂਕ ਯੂ ਯਾਰ। ਨਹੀਂ ਫਿਰ ਵਿਰੋਧ ਹੋ ਜਾਣਾ, ਦੇਖੋ ਫਾਇਦਾ ਨਹੀਂ। ਨਹੀਂ ਹਜੇ 8 ਸਵਾਲ ਹੋਏ ਆ। ਥੋੜਾ ਮੋਟਾ ਨਹੀਂ ਸਾਰੇ ਡਿਕਟੇਟਰਸ਼ਿਪ ਨਹੀਂ ਹੋਣੀ ਚਾਹੀਦੀ। ਅਸੀਂ ਡਿਕਟੇਟਰਸ਼ਿਪ ਨਹੀਂ ਕਰ ਰਹੇ। ਛੋਟੇ ਸਰਕਾਰ ਨਾਲ ਮੈਂ ਅੱਧਾ ਘੰਟਾ ਰੁਕਿਆ। ਸਵਾਲ ਤਾਂ ਸਾਡੇ ਪੂਰੇ ਨਹੀਂ ਹੋਏ। ਐ ਕਰ ਅਗਲੀ ਵਾਰ ਕਰ ਲਾਂਗੇ। ਅਗਲੀ ਵਾਰ ਅਸੀਂ ਮੇਰੇ ਕੋਲੇ ਐ ਕਰਿਓ 2 ਆਪਾਂ ਕਿਤੇ ਹੋਰ ਬਹਿ ਜਾਾਂਗੇ। ਨਹੀਂ ਦੇਖੋ ਸਰ ਜੇ ਤਾਂ ਸਵਾਲ ਜਵਾਬ ਦੇਣੇ ਪੈਣਗੇ। ਐ ਨਹੀਂ ਪਿਆਰ ਨਾਲ ਜੋ ਮਰਜ਼ੀ ਨਹੀਂ ਫੇਰ ਮੈਂ ਗੱਲ ਗਲਤ ਆ ਜੀ। ਇਹ ਗੱਲ ਗਲਤ ਆ ਜੀ। ਪਿਆਰ ਨਾਲ ਜੋ ਮਰਜ਼ੀ ਪਿਆਰ ਨਾਲ ਖੜੋ ਨਾ। ਜਾਨ ਹਾਜ਼ਰ ਹੈ ਜੇ ਤੁਸੀਂ ਸਵਾਲਾਂ 'ਚ ਜਿੱਤ ਗਏ ਜਾਂ ਸਵਾਲਾਂ ਦਾ ਸਹੀ ਜਵਾਬ ਦੇ ਗਏ, ਹੋ ਸਕਦਾ ਇਹ ਵੀ ਕਿਸਾਨ ਤੁਹਾਨੂੰ ਵੋਟਾਂ ਪਾ ਦੇਣ ਤੇ ਤੁਹਾਨੂੰ ਪਾ ਦੇਣਗੇ। ਤੁਸੀਂ ਵੋਟਾਂ ਲੈਣ 'ਚ ਮੇਰੀ ਇੱਕ ਬਾਦਲ ਸਾਹਿਬ ਬੇਨਤੀ ਆ, ਬਾਦਲ ਸਾਹਿਬ ਇੱਕ ਬੇਨਤੀ ਆ। ਜੇ ਤੁਹਾਨੂੰ ਇੱਥੇ ਨਾਲੋਂ ਤੁਹਾਡੀ ਮੀਟਿੰਗ 'ਚ ਬੰਦੇ ਜ਼ਿਆਦਾ ਨਹੀਂ, ਮੈਂ ਤੁਹਾਨੂੰ ਇੱਥੋਂ ਕਹਿ ਦੂੰ। ਕੋਈ ਗੱਲ ਨਹੀਂ ਯਾਰ, ਮੈਂ ਤੁਹਾਨੂੰ ਦੱਸਦਾ ਜੇ ਕਿਆ ਪਤਾ ਤੁਸੀਂ ਜੇ ਇਹਨਾਂ ਲੋਕਾਂ ਨੂੰ ਰਾਜੀ ਕਰ ਗਏ, ਕੀ ਪਤਾ ਤੁਹਾਨੂੰ ਵੋਟਾਂ ਪਾ ਕੇ ਸੀਐਮ ਬਣਾ ਦੇਣ। ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਆਪ ਦੇ ਦਿਓ ਸਾਰੇ ਕੋਈ ਕਮੈਂਟ ਦਾ ਕੰਮ ਨਹੀਂ। ਇਹ ਤਾਂ ਸਭ ਗੱਲਾਂ ਨੇ। ਤੁਹਾਨੂੰ ਮੈਂ ਰਾਜੀ ਕਿਉਂ ਨਹੀਂ ਕਰ ਸਕਦਾ? ਜੇ ਮੈਂ ਤੁਸੀਂ ਮੇਰੇ ਹੱਥ ਬੋਲ ਰਿਹਾ ਤੁਹਾਨੂੰ ਲਾ ਦੇਣਾ ਕਿਸਾਨ ਯੂਨੀਅਨ। ਬਿਲਕੁਲ ਨਹੀਂ। ਥੈਂਕ ਯੂ ਨਹੀਂ ਸਾਰੀ ਗਲਤ ਹੀ ਗਲਤ ਹਾਂ ਸਾਥੀ ਯਾਰ ਵਿੱਚ ਫੋਨ ਆਈ ਜਾਂਦਾ ਤੈਨੂੰ ਬਿੱਲੂ ਭਾਈ ਦਾ ਫੋਨ
ਤੁਸੀਂ ਬੇਅਦਬੀ ਕਰ ਸਕਦੇ ਨਹੀਂ ਫਿਰ ਤੁਸੀਂ ਇੱਕ ਹੋਰ ਗੁਰਸਿੱਖ ਨੂੰ ਕਿਵੇਂ ਕਹਿੰਦੇ ਹੋ ਬੇਅਦਬੀ? ਤੁਹਾਨੂੰ ਨਹੀਂ ਕਹਿੰਦੇ ਅਸੀਂ ਨਹੀਂ ਇੱਕ ਮਿੰਟ ਖੜੇ ਕਿਉਂ ਨਹੀਂ ਬੰਦੇ ਕਿਉਂ ਨਹੀਂ ਖੜੇ? ਇੱਕ ਮਿੰਟ ਮੇਰੀ ਗੱਲ ਤੁਸੀਂ ਜ਼ਿੰਮੇਵਾਰ ਸੀ 1.5 ਸਾਲ ਨਹੀਂ ਫਿਰ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲੂਗਾ ਇਨਸਾਫ। ਇਨਸਾਫ ਮਿਲਣਾ ਚਾਹੀਦਾ ਹੈ, ਸਿਆਸਤ ਕਰਨੀ ਨਹੀਂ ਚਾਹੀਦੀ ਹੈ, ਇਨਸਾਫ ਮਿਲ ਜੂਗਾ। ਇਸ ਤਰ੍ਹਾਂ ਨਹੀਂ ਮਿਲਣਾ। 5 ਸਾਲ ਕਾਂਗਰਸ ਦਾ ਰਾਜ ਰਿਹਾ ਹੈ, ਉਹਨਾਂ ਨੇ ਵੀ ਸਿਆਸਤ ਕੀਤੀ ਹੈ ਤੇ ਤੁਸੀਂ ਵੀ 1.5 ਸਾਲ ਸਿਆਸਤ ਕੀਤੀ। ਅਸੀਂ ਨਹੀਂ ਕਰਦੇ। ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਟਾਰਗੇਟ ਕਿਉਂ ਕਰ ਰਹੇ ਹੈ? ਕਿਉਂਕਿ ਕਮਜ਼ੋਰ ਕਰਨਾ ਚਾਹੁੰਦੇ ਕੌਮ। ਜੇ ਕਮਜ਼ੋਰ ਹੋ ਗਏ ਤੁਸੀਂ ਸੋਨੀਆ ਗਾਂਧੀ ਤੋਂ ਇਨਸਾਫ ਮੰਗੋਗੇ ਜਾ ਕੇ? ਮੈਨੂੰ ਇਕੱਲੇ ਕਿਸਾਨੀ ਦੇ ਸਵਾਲ ਪੁੱਛ ਲਓ ਕਿਉਂਕਿ ਮੈਂ ਵੀ ਨਹੀਂ ਤੁਸੀਂ ਸਰਕਾਰ ਬਣਾਣੀ ਆ। ਨਹੀਂ ਤੁਸੀਂ ਸਰਕਾਰ ਬਣਾਉਣ ਲਈ ਰੈਲੀਆਂ ਕਰ ਰਹੇ ਹੋ। ਮੈਂ ਅੱਜ ਤੁਹਾਡੇ ਕੋਲ ਰੁਕਿਆ ਮੇਰੀ ਗੱਲ। ਸ਼੍ਰੋਮਣੀ ਅਕਾਲੀ ਦਲ ਵੇਲੇ 10 ਸਾਲ ਅਕਾਲੀ ਦਲ ਦਾ ਰਾਜ ਰਿਹਾ। ਹਜ਼ਾਰਾਂ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਉਸ ਵੇਲੇ ਵੀ ਹੋਈਆਂ, ਹੁਣ ਵੀ ਹੋ ਰਹੀਆਂ। ਕਿਸਾਨੀ ਲਈ ਕੀ ਵਿਜ਼ਨ ਸੀ, ਕੀ ਕਿਸਾਨੀ ਲਈ ਅੱਜ ਤੱਕ ਉਹਨਾਂ ਖੁਦਕੁਸ਼ੀਆਂ ਦਾ ਕਾਰਨ ਨਹੀਂ ਲੱਭਿਆ। ਕੋਈ ਪੋਲੀਟੀਕਲ ਲੋਕ ਕਿਉਂ ਨਹੀਂ ਮਰਦਾ? ਹਮੇਸ਼ਾ ਕਿਸਾਨ, ਮਜ਼ਦੂਰ ਜਾਂ ਆਮ ਲੋਕ ਹੀ ਕਿਉਂ ਮਰਦੇ ਨੇ? 90% ਨਹਿਰਾਂ ਜਿਹੜੀ ਖੇਤੀ ਪਾਣੀ ਕਰਕੇ ਅਕਾਲੀ ਦਲ ਨੇ ਕੀਤੀ ਆ। ਟਿਊਬਲਾਂ ਦੇ ਬਿੱਲ ਅਕਾਲੀ ਦਲ ਨੇ ਮਾਫ ਕੀਤੇ। 15 ਲੱਖ ਟਿਊਬਲ ਕਨੈਕਸ਼ਨ ਹੈ, 12 ਲੱਖ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਵੰਡੇ ਹੈ। ਜਿਹੜੇ ਤੁਹਾਡੇ ਆਪਣਾ ਵੀ ਪੱਕੇ ਖਾਲੇ ਹੈ ਸਾਰੇ ਅਕਾਲੀ ਦਲ ਨੇ ਕੀਤੇ। ਟਰੈਕਟਰ ਤੋਂ ਟੈਕਸ ਅਕਾਲੀ ਦਲ ਨੇ ਮੋੜਿਆ। ਇੱਕ ਨਿਸ਼ਾਨੀ ਕਿਸੇ ਹੋਰ ਪਾਰਟੀ ਦੀ ਕਿਸਾਨੀ ਬਾਰੇ ਦੱਸ ਦਿਓ ਤੇ ਮੈਂ ਸਿਆਸਤ ਛੱਡਣ ਨੂੰ ਤਿਆਰ। ਤੁਹਾਡੇ ਸਰਕਾਰ ਨਾਲ ਮੈਂ ਅੱਧਾ ਘੰਟਾ ਰੁਕਿਆ। ਸਵਾਲ ਤਾਂ ਸਾਡੇ ਪੂਰੇ ਨਹੀਂ ਹੋਏ। ਐ ਕਰ ਅਗਲੀ ਵਾਰ ਕਰ ਲਾਂਗੇ। ਅਗਲੀ ਵਾਰ ਅਸੀਂ ਮੇਰੇ ਕੋਲੇ ਐ ਕਰਿਓ ਲੋਕ ਆਪਾਂ ਕਿਤੇ ਹੋਰ ਬਹਿ ਜਾਗੇ। ਨਹੀਂ। ਮੈਂ ਦੇਖੋ ਸਰ, ਜੇ ਤਾਂ ਸਵਾਲ ਜਵਾਬ ਦੇਣੇ ਪੈਣਗੇ। ਐ ਨਹੀਂ ਇੱਕ ਪਿਆਰ ਨਾਲ ਜੋ ਮਰਜ਼ੀ ਨਹੀਂ ਫੇਰ ਮੈਂ ਗੱਲ ਗਲਤ ਆ ਜੀ। ਇਹ ਗੱਲ ਗਲਤ ਆ ਜੀ। ਪਿਆਰ ਨਾਲ ਜੋ ਮਰਜ਼ੀ ਤੇ ਪਿਆਰ ਨਾਲ ਖੜੋ ਨਾ। ਜਾਨ ਹਾਜ਼ਰ ਹੈ। ਕੀ ਤੁਸੀਂ ਬੇਅਦਬੀ ਕਰ ਸਕਦੇ? ਨਹੀਂ ਫਿਰ ਤੁਸੀਂ ਇੱਕ ਹੋਰ ਗੁਰਸਿੱਖ ਨੂੰ ਕਿਵੇਂ ਕਹਿੰਦੇ ਹੋ ਬੇਅਦਬੀ? ਤੁਹਾਨੂੰ ਨਹੀਂ ਕਹਿੰਦੇ ਅਸੀਂ ਨਹੀਂ ਇੱਕ ਮਿੰਟ ਖੜੇ ਕਿਉਂ ਨਹੀਂ ਬੰਦੇ ਕਿਉਂ ਨਹੀਂ ਖੜੇ? ਇੱਕ ਮਿੰਟ ਮੇਰੀ ਗੱਲ ਤੁਸੀਂ ਜ਼ਿੰਮੇਵਾਰ ਸੀ 1.5 ਸਾਲ। ਮੈਂ ਕਹਿ ਰਿਹਾ ਮੈਂ ਤਾਂ ਸੁਣ ਤਾਂ ਲਓ ਹਾਂ ਕੀ ਹੋ ਰਿਹਾ। ਮੈਂ ਤੁਹਾਡੇ ਸਾਹਮਣੇ ਦਰਬਾਰ ਸਾਹਿਬ ਦੀ ਅਰਦਾਸ ਕੀਤੀ ਸੀ ਤੇ ਲਗਾਤਾਰ ਕਹਿ ਰਿਹਾ ਜਿਹੜੇ ਬੇਅਦਬੀ ਕੀਤੀ ਕੱਖ ਨਾ ਰਹੇ ਤੇ ਜਿਹੜਾ ਸਿਆਸਤ ਕਰ ਰਿਹਾ ਕੱਖ ਨਾ ਰਹੇ। ਮੈਂ ਪੁੱਛਣਾ ਚਾਹਣਾ ਜਦੋਂ ਬੇਅਦਬੀ ਹੋਈ ਤੁਸੀਂ ਉਹ ਦਿਨ ਯਾਦ ਕਰ ਲਓ। ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਸਾਰਿਆਂ ਨੇ ਕਿਹਾ ਕਿ ਅਸੀਂ ਪੰਜਾਬ ਪੁਲਿਸ ਤੋਂ ਨਹੀਂ ਕਰਾਉਣੀ ਇਨਵੈਸਟੀਗੇਸ਼ਨ, ਸਾਨੂੰ ਸੀਬੀਆਈ ਚਾਹੀਦੀ ਹੈ। ਉਦੋਂ ਸਾਰੀਆਂ ਜਥੇਬੰਦੀਆਂ ਦੇ ਉੱਥੇ ਬੈਠੇ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਕੋਲ ਕੋਈ ਪੰਜਾਬ ਸਰਕਾਰ ਦਾ ਭਰੋਸਾ ਨਹੀਂ ਹੈ, ਸੀਬੀਆਈ ਨੂੰ ਦਿਓ। ਅਸੀਂ ਸਾਰੀ ਇਨਵੈਸਟੀਗੇਸ਼ਨ ਬੰਦ ਕਰਕੇ ਉਹਨਾਂ ਦੇ ਕਹਿਣ ਤੇ ਸੀਬੀਆਈ ਨੂੰ ਦੇ ਦਿੱਤੀ। ਜਦੋਂ ਸੀਬੀਆਈ ਨੂੰ ਚਲੀ ਜਾਏਗੀ ਇਨਵੈਸਟੀਗੇਸ਼ਨ ਸਾਡਾ ਪੂਰੇ ਰੋਲ ਖਤਮ। ਜਿਹੜੀ ਗੱਲ ਹੁਣ ਮੇਰੀ ਗੱਲ ਸੁਣੋ। ਇੱਕ ਏਜੰਸੀ ਹਿੰਦੁਸਤਾਨ 'ਚ ਇਨਵੈਸਟੀਗੇਸ਼ਨ ਕਰਦੀ ਹੈ, ਦੋ ਨਹੀਂ ਕਰ ਸਕਦੀ ਕਾਨੂੰਨ ਦੇ ਉਹਨਾਂ ਦੇ ਕਹਿੰਦੇ। ਅਸੀਂ ਚਾਹੁੰਦੇ ਸੀ ਇਨਵੈਸਟੀਗੇਸ਼ਨ ਕਰਨੀ, ਫੜਨਾ ਬੰਦੇ, ਔਰ ਸਾਰੇ ਉਦੋਂ ਇਮੋਸ਼ਨਲ ਕਰਤੇ ਸਾਰਿਆਂ ਨੇ ਕਿ ਨਹੀਂ ਆ ਤਾਂ ਜਾਣ ਕੇ ਬਚਾਉਣਗੇ, ਇਹਨਾਂ ਨੂੰ ਦੋਸ਼ੀਆਂ ਨੂੰ ਬਚਾਉਣਗੇ, ਇਹ ਕਰਦੇ ਉਹ ਕਰਦੇ। ਸਾਨੂੰ ਕੋਈ ਅਸੀਂ ਕਿਹਾ ਚਲੋ ਤੁਹਾਡੀ ਭਾਵਨਾ ਨੂੰ ਦੇਖ ਕੇ ਅਸੀਂ ਦਿੰਨੇ ਆ ਉੱਥੇ ਆਪਣਾ ਸੀਬੀਆਈ ਨੂੰ ਦਿੱਤੀ। ਉਹ ਤਾਂ ਕਾਂਗਰਸ ਨੇ ਕਹਿੰਦੇ ਦਿੱਤੀ ਹੈ ਸਾਰੀ ਸਰ ਇਹ ਸੰਤੁਸ਼ਟੀ ਵਾਲਾ ਸਵਾਲ। ਜੇ ਤੁਸੀਂ ਯਾਰ ਮੈਂ ਹੋਰ ਦੱਸਾਂ 4 ਸਾਲ ਹੋ ਗਏ, 4.5 ਸਾਲ ਹੋ ਗਏ, 4.5 ਸਾਲ ਹੋ ਗਏ ਸਾਡੇ ਆਰਡਰ ਜਿਹੜਾ ਤਾਂ ਪੰਜਾਬ ਸਰਕਾਰ ਦੇ ਅੰਦਰ ਕਿਹੜਾ ਸੈਂਟਰ ਦੇ ਕਿਹੜਾ ਉਹਨਾਂ ਦੀ ਸਰਕਾਰੀਆਂ ਪਰ ਗੋਲੀ ਚੱਲੀ ਹੈ ਕਿਹੜੇ ਜਦੋਂ ਉੱਤੇ ਗੋਲੀ ਚੱਲੀ ਉਹ ਵੀ ਉਹਦੇ ਚ ਸਾਰੀ ਇਨਵੈਸਟੀਗੇਸ਼ਨ ਹੋ ਗਈ ਹੈ, ਕਾਂਗਰਸ ਨੇ ਕੀਤੀ ਹੈ। ਇੱਕ ਮੇਰੀ ਗੱਲ ਤਾਂ ਸੁਣੋ ਗੱਲ ਸੁਣ ਲਓ।
ਜੇ ਤੁਸੀਂ ਇਹ ਸੰਤੁਸ਼ਟੀ ਵਾਲਾ ਜਵਾਬ ਨਹੀਂ। ਸੰਤੁਸ਼ਟੀ ਤਾਂ ਭਾਵੇਂ ਮੈਂ ਸੰਤੁਸ਼ਟ ਕਰਦਾ ਨਹੀਂ ਫਿਰ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲੂਗਾ ਇਨਸਾਫ। ਇਨਸਾਫ ਮਿਲਣਾ ਚਾਹੀਦਾ, ਸਿਆਸਤ ਕਰਨੀ ਨਹੀਂ ਚਾਹੀਦੀ, ਮਿਲਣਾ, ਇਨਸਾਫ ਮਿਲ ਜੂਗਾ। ਇਸ ਤਰ੍ਹਾਂ ਨਹੀਂ ਮਿਲਣਾ। 5 ਸਾਲ ਕਾਂਗਰਸ ਦਾ ਰਾਜ ਰਿਹਾ ਹੈ, ਉਹਨਾਂ ਨੇ ਵੀ ਸਿਆਸਤ ਹੀ ਕੀਤੀ ਹੈ ਤੇ ਤੁਸੀਂ ਵੀ 1.5 ਸਾਲ ਸਿਆਸਤ ਕੀਤੀ। ਅਸੀਂ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਗੁਰੂ ਘਰ ਦੇ ਮਸਲੇ 'ਚ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਕਿ ਹੁਣ ਮੈਂ ਸਿੱਖ ਕੌਮ ਨੂੰ ਦੱਸਣਾ ਚਾਹਣਾ, ਆਪਾਂ ਭਾਵੇਂ ਤੁਸੀਂ ਕਿਸਾਨ ਯੂਨੀਅਨ ਆ, ਮੈਂ ਅਕਾਲੀ ਦਲ ਆ, ਬਾਕੀ ਸਿੱਖ ਕੋਈ ਕਿਸੇ ਪਾਰਟੀ 'ਚ ਹੈ, ਆਪਣੀ ਕੋਈ ਇੱਕ ਜਥੇਬੰਦੀ ਹੈ ਅਕਾਲੀ ਦਲ ਤੇ ਐਸਜੀਪੀਸੀ। ਜੇ ਆਪਾਂ ਐਸਜੀਪੀਸੀ ਤੇ ਇੱਕ ਮੇਰੀ ਗੱਲ ਮੈਂ ਸੁਣ ਤਾਂ ਲਓ ਨਾ, ਜੇ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਟਾਰਗੇਟ ਕਿਉਂ ਕਰ ਰਹੇ ਹੈ? ਕਿਉਂਕਿ ਕਮਜ਼ੋਰ ਕਰਨਾ ਚਾਹੁੰਦੇ ਕੌਮ। ਜੇ ਕਮਜ਼ੋਰ ਹੋ ਗਏ ਤੁਸੀਂ ਸੋਨੀਆ ਗਾਂਧੀ ਤੋਂ ਇਨਸਾਫ ਮੰਗੋਗੇ ਜਾ ਕੇ। ਇਨਸਾਫ ਤਾਂ ਸਾਨੂੰ ਆਪਣਿਆਂ ਤੋਂ ਨਹੀਂ ਮਿਲਿਆ ਜੀ, ਸੋਨੀਆ ਗਾਂਧੀ ਤੋਂ ਕੀ ਮੰਗਾਂਗੇ? ਸਰਕਾਰ ਹੈ 5 ਸਾਲ ਉਹਨਾਂ ਨੇ ਸੋਨੀਆ ਤੋਂ ਨਹੀਂ ਮੰਗਣਾ ਸੀ। ਪੰਥ ਜੰਗਲਾਂ 'ਚ ਰਹਿੰਦਾ ਸੀ, ਉਦੋਂ ਦਾ ਕੋਈ ਖਤਰਾ ਨਹੀਂ ਸੀ, ਹੁਣ ਖਤਰਾ ਹੈ ਪੰਥ ਨੂੰ। ਪੰਥ ਨੂੰ ਖਤਰਾ ਕਿਸੇ ਤੋਂ ਨਹੀਂ, ਆਪਣੇ ਵਿਚਕਦਾਰਾਂ ਤੋਂ ਹੈ। ਇਹ ਸੰਤੁਸ਼ਟੀ ਵਾਲਾ ਜਵਾਬ ਨਹੀਂ ਸਰ। ਪਹਿਲੇ ਮੈਂ ਇੱਕ ਬੇਨਤੀ ਕਰਨਾ ਚਾਹਣਾ ਯਾਰ, ਹਾਂਜੀ ਮੈਨੂੰ ਇਕੱਲੇ ਕਿਸਾਨੀ ਦੇ ਸਵਾਲ ਪੁੱਛ ਲਓ, ਕਿਉਂਕਿ ਮੈਂ ਵੀ ਨਹੀਂ, ਤੁਸੀਂ ਸਰਕਾਰ ਬਣਾਉਣੀ ਆ, ਤੁਸੀਂ ਸਰਕਾਰ ਬਣਾਉਣ ਲਈ ਰੈਲੀਆਂ ਕਰ ਰਹੇ ਹੋ। ਮੈਂ ਅੱਜ ਤੁਹਾਡੇ ਕੋਲ ਰੁਕਿਆ, ਮੇਰੀ ਗੱਲ ਮੈਂ ਤੁਹਾਡੇ ਸਰਕਾਰ ਨਾਲ ਰੁਕਿਆ, ਕਿਸਾਨੀ ਦੇ ਕਿਸਾਨੀ ਦੇ ਸੰਬੰਧ ਐਂ ਤਾਂ ਮੈਂ ਕਹੂੰਗਾ ਘਰ ਘਰ ਨੌਕਰੀ ਨਹੀਂ ਦਿੱਤੀ, ਤੁਸੀਂ ਜਵਾਬ ਦਿਓ, ਆ ਨਹੀਂ ਕੀਤੀ। ਮੈਂ ਉਹਦੇ ਚ ਪੈਣਾ ਨਹੀਂ ਚਾਹੁੰਦਾ। ਸਰਕਾਰ ਨਹੀਂ ਬਣਾਣੀ, ਅਸੀਂ ਤੁਸੀਂ ਤਾਂ ਜਿਆਦਾ ਕਹਿ ਦੋ ਵੀ ਮੈਂ ਸਰਕਾਰ ਨਹੀਂ ਬਣਾਣੀ, ਮੈਂ ਜਵਾਬ ਦੇ ਨਹੀਂ। ਮੈਂ ਜਵਾਬ ਅੱਜ ਕਿਸਾਨੀ ਦੇ ਮੁੱਦੇ ਤੇ ਦੇਣਾ ਹੈ। ਨਹੀਂ ਇਹ ਨਹੀਂ ਗੱਲ। ਨਹੀਂ ਜਾਂ ਤੁਸੀਂ ਕਹੋ ਤਾਂ ਮੈਂ ਅਸੀਂ ਕਿਸਾਨੀ ਦਾ ਮੁੱਦਾ ਨਹੀਂ ਪੁੱਛਣਾ, ਦੂਜੇ ਪੁੱਛਣਾ। ਕਿਸਾਨੀ ਦੇ ਸਾਰੇ ਅਸੀਂ ਸਾਰੇ ਪੁੱਛਣੇ ਆ। ਨਹੀਂ ਬਿਲਕੁਲ ਗੱਲ ਗਲਤ ਆ ਸਰ, ਬਿਲਕੁਲ ਗੱਲ ਗਲਤ ਆ। ਦੇਖੋ ਅਸੀਂ ਲੋਕਾਂ ਨੂੰ ਸ਼ਾਂਤ ਕੀਤਾ, ਤੁਹਾਡੇ ਸਤਿਕਾਰ ਕਰਕੇ ਮੈਂ ਇੱਥੇ ਰੁਕ ਕੇ ਤੁਹਾਡੇ ਕਿਸਾਨ, ਪਰ ਬੇਨਤੀ ਹੈ ਕਿਸਾਨੀ ਦਾ ਕੋਈ ਮਰਜ਼ੀ ਸਵਾਲ ਪੁੱਛ ਲਓ। ਚਲੋ ਅਸੀਂ ਹੋਰ ਪੁੱਛ ਲਾਂਗੇ। ਗੁਰੂ ਗ੍ਰੰਥ ਸਾਹਿਬ ਉਹਦਾ ਆਪੇ ਹੀ ਹੋਊਗਾ, ਮਹਾਰਾਜ ਲਊਗਾ ਜਦੋਂ ਵੀ ਹੋਊਗਾ, ਤੇ ਇਹਨੂੰ ਅਸੀਂ ਛੱਡ ਦਿੰਦੇ ਆ। ਇਹਦੇ ਸੰਤੁਸ਼ਟ ਨਹੀਂ ਹੋਏ ਇਸ ਸਵਾਲ ਤੇ, ਇਹਨੂੰ ਵਿਵਾਦ ਨਹੀਂ ਬਣਾ। ਫਲਾਈਟ 'ਚ ਯਾਤਰੀ ਦੀ ਤਬੀਅਤ ਹੋਈ ਖਰਾਬ ਤਾਂ ਮੰਤਰੀ ਨੇ ਕੀਤੀ ਮਦਦ, ਪੀਐਮ ਮੋਦੀ ਨੇ ਬੰਨੇ ਤਾਰੀਫਾਂ ਦੇ ਪੁੱਲ। ਕੇਂਦਰੀ ਵਿੱਤ ਰਾਜ ਮੰਤਰੀ ਡਾਕਟਰ ਭਗਵੰਤ ਕ੍ਰਿਸ਼ਨ ਰਾਓ ਨੇ ਆਪਣੀ ਸੇਵਾ ਨਾਲ ਨਾ ਸਿਰਫ ਆਮ ਲੋਕਾਂ ਦਾ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਦਿਲ ਜਿੱਤ ਲਿਆ ਹੈ। ਪੀਐਮ ਮੋਦੀ ਨੇ ਦਿੱਲੀ ਤੋਂ ਮੁੰਬਈ ਜਾਣ ਵਾਲੀ ਫਲਾਈਟ ਵਿੱਚ ਗੰਭੀਰ ਰੂਪ ਵਿੱਚ ਬਿਮਾਰ ਵਿਅਕਤੀ ਦਾ ਇਲਾਜ ਕਰਕੇ ਜਿਸ ਤਰ੍ਹਾਂ ਉਸ ਦੀ ਜਾਨ ਬਚਾਈ, ਉਸ ਦੀ ਵੀ ਤਾਰੀਫ ਕੀਤੀ ਹੈ। ਉਹਨਾਂ ਦੀ ਤਾਰੀਫ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ 'ਚ ਲਿਖਿਆ ਹੈ, ਦਿਲ ਤੋਂ ਹਮੇਸ਼ਾ ਡਾਕਟਰ ਸਾਡੇ ਸਹਿਯੋਗੀ ਭਾਗਵਤ ਕਰਾੜ ਨੇ ਸੇਵਾ ਦੀ ਸ਼ਾਨਦਾਰ ਭਾਵਨਾ ਦਿਖਾਈ ਹੈ। ਡਾਕਟਰ ਭਾਗਵਤ ਨੂੰ ਟਵਿੱਟਰ ਤੇ ਲਗਾਤਾਰ ਵਧਾਈ ਅਤੇ ਪ੍ਰਸ਼ੰਸਾ ਦੇ ਸੰਦੇਸ਼ ਮਿਲ ਰਹੇ ਹਨ। ਉਹ ਵੀ ਪੂਰੀ ਨਿਰਮਤਾ ਨਾਲ ਸਾਰਿਆਂ ਨੂੰ ਜਵਾਬ ਦੇ ਰਹੇ ਹਨ। ਪੀਐਮ ਮੋਦੀ ਨੇ ਟਵੀਟ ਦੇ ਜਵਾਬ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪ੍ਰਸ਼ੰਸਾ ਲਈ ਬਹੁਤ ਧੰਨਵਾਦ। ਮੈਂ ਤੁਹਾਡੀ ਸੇਵਾ ਅਤੇ ਸਮਰਪਣ ਨਾਲ ਲੋਕਾਂ ਦੀ ਮਦਦ ਕਰਨ ਲਈ ਸਿਰਫ ਹਦਾਇਤਾਂ ਦੀ ਪਾਲਣਾ ਕਰ ਰਿਹਾ ਹਾਂ। ਦੱਸ ਦਈਏ ਕਿ ਇੰਡੀਗੋ ਦੀ ਫਲਾਈਟ 'ਚ ਦਿੱਲੀ ਤੋਂ ਮੁੰਬਈ ਦੇ ਸਫ਼ਰ ਦੌਰਾਨ ਇੱਕ ਯਾਤਰੀ ਦੀ ਤਬੀਅਤ ਖਰਾਬ ਹੋ ਗਈ ਸੀ। ਕੈਬਿਨ ਕਰੂ ਨੇ ਤੁਰੰਤ ਪੁੱਛਿਆ ਕਿ ਫਲਾਈਟ 'ਚ ਕੋਈ ਡਾਕਟਰ ਸੀ। ਇਸ ਤੇ ਕੇਂਦਰੀ ਮੰਤਰੀ ਭਾਗਵਤ ਕਰਾੜ ਜੋ ਖੁਦ ਸਰਜਨ ਸਨ ਤੁਰੰਤ ਮਦਦ ਲਈ ਅੱਗੇ ਆਏ। ਉਹਨਾਂ ਨੇ ਮਰੀਜ਼ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਉਸ ਨੂੰ ਟੀਕਾ ਲਗਾਇਆ ਜੋ ਫਲਾਈਟ ਦੀ ਐਮਰਜੈਂਸੀ ਕਿੱਟ ਵਿੱਚ ਉਪਲਬਧ ਸੀ। ਦਰਅਸਲ ਮਰੀਜ਼ ਦਾ ਬੀਪੀ ਕਾਫੀ ਘਟ ਗਿਆ ਸੀ, ਪਰ ਭਾਗਵਤ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਅਤੇ 30 ਮਿੰਟਾਂ ਵਿੱਚ ਯਾਤਰੀ ਠੀਕ ਮਹਿਸੂਸ ਕਰਨ ਲੱਗਾ। ਜੇਕਰ ਉਹਨਾਂ ਨੇ ਉਸ ਸਮੇਂ ਮਦਦ ਨਾ ਕੀਤੀ ਹੁੰਦੀ ਤਾਂ ਮਰੀਜ਼ ਦੀ ਮੌਤ ਹੋ ਸਕਦੀ ਸੀ। ਤਹਿਬਜ਼ਾਰੀ ਟੀਮ ਅਤੇ ਟ੍ਰੈਫਿਕ ਪੁਲਿਸ ਵੱਲੋਂ ਪੀਐਨਬੀ ਚੌਂਕ ਤੋਂ ਲੈ ਕੇ ਭਗਵਾਨ ਸ਼੍ਰੀ ਵਾਲਮੀਕ ਚੌਂਕ ਤੱਕ ਦਾ ਦੌਰਾ। ਜਲੰਧਰ ਦੇ ਨਗਰ ਨਿਗਮ ਦੀ ਤਹਿਬਜ਼ਾਰੀ ਟੀਮ ਅਤੇ ਟ੍ਰੈਫਿਕ ਪੁਲਿਸ ਵੱਲੋਂ ਪੀਐਨਬੀ ਚੌਂਕ ਤੋਂ ਲੈ ਕੇ ਭਗਵਾਨ ਸ਼੍ਰੀ ਵਾਲਮੀਕੀ ਚੌਂਕ ਤੱਕ ਦੌਰਾ ਕੀਤਾ ਗਿਆ ਅਤੇ ਨਗਰ ਨਿਗਮ ਦੇ ਇੰਸਪੈਕਟਰ ਹਿਤੇਸ਼ ਨੇ ਦੱਸਿਆ ਕਿ ਜਿੰਨੀ ਵੀ ਦੁਕਾਨਾਂ ਵੱਲੋਂ ਅਵੈਧ ਕਬਜ਼ੇ ਕੀਤੇ ਗਏ ਸੀ ਉਹਨਾਂ ਨੂੰ ਅੱਜ ਵਾਰਨਿੰਗ ਦਿੱਤੀ ਗਈ ਹੈ। ਉੱਥੇ ਹੀ ਉਹਨਾਂ ਵੱਲੋਂ ਸਮੇਂ ਤੇ ਦੁਕਾਨਾਂ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ। ਅੱਜ ਅਸੀਂ ਪੰਜਾਬ ਪੁਲਿਸ ਦੀ ਟ੍ਰੈਫਿਕ ਵਿਭਾਗ ਦੇ ਨਾਲ ਆਪਾਂ ਜੁਆਇੰਟ ਐਕਸ਼ਨ ਕੀਤਾ ਵਾ ਆਪਣੇ ਕੰਪਨੀ ਬਾਗ ਚੌਂਕ ਤੋਂ ਜੋਤੀ ਚੌਂਕ ਤੱਕ। ਜਿੰਨੇ ਵੀ ਦੁਕਾਨਦਾਰ ਜਿਨ੍ਹਾਂ ਦਾ ਸਮਾਨ ਬਾਹਰ ਆ ਉਹਨਾਂ ਸਾਰੇ ਵਾਰਨਿੰਗ ਦਿੱਤੀ ਆ ਵੀ ਆਪਾਂ ਉਹਨਾਂ ਸਮਾਨ ਅੰਦਰ ਕਰਨ, ਤੇ ਜਿੰਨੇ ਵੀ ਰੇਹੜੀਆਂ ਵਾਲੇ ਫੜੀਆਂ ਵਾਲੇ ਆ ਜਿਹੜੇ ਸੜਕਾਂ 'ਤੇ ਲਾ ਕੇ ਬੈਠੇ ਆ ਉਹਨਾਂ ਨੂੰ ਵੀ ਵਾਰਨਿੰਗ ਦੇ ਦਿੱਤੀ ਵੀ ਆਪੋ ਆਪਣੀ ਫੜ ਆਪੋ ਆਪਣੀ ਰੇਹੜੀ ਆਪਣੇ ਫੁੱਟਪਾਥ ਦੇ ਉੱਤੇ ਕਰਨ। ਦੇਖਿਆ ਤੁਹਾਡੇ ਵੱਲੋਂ ਵਾਰਨਿੰਗ ਦਿੱਤੀ ਜਾਂਦੀ ਹੈ, ਚਲਾਨ ਕੱਟੇ ਜਾਂਦੇ, ਉਸ ਤੋਂ ਬਾਅਦ ਵੀ ਸੇਮ ਉਹੀ ਪੋਜੀਸ਼ਨ ਦੇ ਉੱਪਰ ਨਹੀਂ, ਹੁਣ ਆਪਾਂ ਰੈਗੂਲਰ ਬੇਸਿਸ ਤੇ ਇੰਕਰੋਚਮੈਂਟ ਵਗੈਰਾ ਜੋ ਵੀ ਰਿਮੂਵ ਕਰਾਉਣੀ ਆ, ਭਾਵੇਂ ਉਹ ਦੁਕਾਨਦਾਰ ਵੱਲੋਂ ਭਾਵੇਂ ਆਪਣੇ ਰੇਹੜੀ ਫੜੀ ਵਾਲਿਆਂ ਨੂੰ ਆ।
ਇਹਨਾਂ ਦੇ ਚਲਾਨ ਵੀ ਕੱਟੇ ਜਾਣਗੇ ਜਾਂ ਇਹਨਾਂ ਦਾ ਸਮਾਨ ਵੀ ਜ਼ਬਤ ਕੀਤਾ ਜਾਏਗਾ। ਟ੍ਰੈਫਿਕ ਪੁਲਿਸ ਤੁਹਾਡੇ ਨਾਲ ਸਹਿਯੋਗ ਦੇ ਰਹੀ ਹੈ। ਹਾਂਜੀ। ਸਾਡੀ ਜਿਹੜੀ ਸਮੱਸਿਆਵਾਂ ਹੁੰਦੀਆਂ ਉਹਨਾਂ ਨੂੰ ਦੱਸਿਆ ਗਿਆ। ਹਾਂਜੀ। ਉਹਦੇ ਹੱਲ ਹੋਣਗੇ ਉਹਨਾਂ ਨੇ ਕਿਹਾ। ਹਾਂ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਵਾ ਕਿ ਇਹਦੇ ਜੋ ਵੀ ਆਪਣਾ ਢੁਕਣਾ ਕਾਰਵਾਈ ਕੀਤੀ ਜਾਊਗੀ ਇੱਥੇ। ਸਰ ਕੀ ਨਾਮ ਆਪਣਾ? ਮੇਰਾ ਨਾਮ ਹਿਦੇਸ਼ ਨਾਹਰ। ਜਲੰਧਰ ਵਿੱਚ ਅੱਜ ਵਕੀਲਾਂ ਨੇ ਪ੍ਰਸ਼ਾਸਨ ਦੇ ਖਿਲਾਫ ਕੀਤਾ ਪ੍ਰਦਰਸ਼ਨ। ਜਲੰਧਰ ਵਿੱਚ ਅੱਜ ਵਕੀਲਾਂ ਵੱਲੋਂ ਪ੍ਰਬੰਧਕ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀ ਇੱਕ ਸਹਿਯੋਗੀ ਟੀਮ ਦੇ ਨਾਲ ਉਹਨਾਂ ਦੇ ਸਸੁਰਾਲ ਵੱਲੋਂ ਦੁਸ਼ਕਰਮ ਕੀਤਾ ਗਿਆ, ਜਿਸ ਦੀ ਸ਼ਿਕਾਇਤ ਉਹਨਾਂ ਨੇ ਪ੍ਰਬੰਧਕ ਨੂੰ ਕੀਤੀ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਕੀ ਨਾਮ ਹੈ ਆਪਕੇ, ਕੀ ਮਾਮਲਾ ਵਾ ਅੱਜ ਮੇਰੇ ਇਨ-ਲॉज ਦੇ ਨਾਲ ਕਾਫੀ ਟਾਈਮ ਦੇ ਉੱਤੇ ਝਗੜਾ ਚੱਲ ਰਿਹਾ ਹੈ। ਮੇਰੇ ਇਨ-ਲॉज ਨੇ ਮੇਰੇ ਸਿਵਲ ਸੂਟ ਪਾਇਆ ਸੀ ਘਰੋਂ ਕੱਢਣ ਲਈ, ਜਿਹਦੇ ਲਈ ਮੈਂ ਆਪਣੇ ਡੋਮੈਸਟਿਕ ਵਾਇਲੈਂਸ ਐਕਟ ਦੇ ਤਹਿਤ ਕੇਸ ਪਾਇਆ ਸੀਗਾ। ਉਹਦੇ ਵਿੱਚ ਮੇਰੇ ਕੋਲ ਸਟੇ ਹੈ। ਸਟੇ ਹੋਣ ਦੇ ਬਾਵਜੂਦ ਮੇਰੇ ਹਸਬੈਂਡ ਨੇ ਮੈਨੂੰ 2 ਵਾਰੀ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ। 12 ਤਰੀਕ ਨੂੰ 11 ਨੂੰ ਮੇਰੇ ਹਸਬੈਂਡ ਨੇ ਮੈਨੂੰ ਸਵੇਰੇ ਕੁੱਟਮਾਰ ਕਰਕੇ ਆਪ ਉਹ ਚਲੇ ਗਏ ਘਰੋਂ, ਤੇ ਉਹ ਤੋਂ ਬਾਅਦ ਮੇਰੇ ਜਿੱਦਾਂ ਸੱਟਾਂ ਲੱਗੀਆਂ ਮੈਂ MLR ਕਟਾਈ, ਤੇ ਮੇਰੇ ਹਸਬੈਂਡ ਦਾ ਸ਼ਾਮ ਤੱਕ ਮੈਂ ਘਰ ਨਹੀਂ ਆਈ ਕਿਉਂਕਿ ਮੇਰੇ ਸੱਟਾਂ ਲੱਗੀਆਂ ਹੋਈਆਂ ਸੀ। ਨੈਕਸਟ ਡੇ ਮੈਂ ਆਈ ਹਾਂ, ਮੇਰੇ ਸੱਸ ਸਹੁਰਾ ਤੇ ਮੇਰੇ ਹਸਬੈਂਡ ਜਿਹੜੇ ਘਰ ਨੂੰ ਤਾਲਾ ਲਗਾ ਕੇ ਚਲੇ ਜਾ ਰਹੇ ਸੀ। ਤੁਸੀਂ ਕਿੱਥੇ ਰਹਿੰਦੇ ਹੋ, ਕੀ ਨਾਮ ਹੈ ਤੁਹਾਡਾ, ਕਿ ਵਿਆਹ ਨੂੰ ਕਿੰਨੇ ਸਾਲ ਹੋ ਗਏ? ਮੇਰੇ ਵਿਆਹ ਨੂੰ 4 ਸਾਲ ਹੋਣੇ ਆ। 3/12/2017 ਚ ਮੇਰੀ ਮੈਰਿਜ ਹੋਈ ਹੈ। 2 ਸਾਲ ਦੀ ਮੇਰੀ ਕੁੜੀ ਹੈ। ਤੇ ਹੁਣ ਮੈਂ ਜਿਹੜਾ ਵਿਵਾਦ ਚੱਲਦਾ ਪਿਆ ਕਾਹਦੇ ਵਾਸਤੇ ਚੱਲਦਾ, ਕੀ ਤੁਹਾਡੇ ਕੋਲ ਡਿਮਾਂਡ ਕਰਦੇ ਜਾਂ ਕੀ ਹੈ ਵਗੈਰਾ? ਮੇਰਾ ਜਿਹੜਾ ਡਿਸਪਿਊਟ ਤਾਂ ਡੇ 1 ਤੋਂ ਹੀ ਚੱਲ ਰਿਹਾ ਸੀਗਾ, ਕਿਉਂਕਿ ਉਹ ਜਿਹੜੇ ਡੋਰੀ ਆਰਟੀਕਲਸ ਤੋਂ ਖੁਸ਼ ਨਹੀਂ ਸੀਗੇ। ਮੇਰੇ ਵਿਆਹ ਦੇ ਵਿੱਚ ਕਾਫੀ ਡੋਰੀ ਦਿੱਤੀ ਗਈ ਸੀਗੀ ਮੇਰੇ ਸਸੁਰਾਲ ਦੇ ਕਹਿਣ ਦੇ, ਬਟ ਜਿਹੜੀਆਂ ਘਰੇਲੂ ਪ੍ਰੋਬਲਮਸ ਬਹੁਤ ਜ਼ਿਆਦਾ ਫੇਸ ਕਰਨੀਆਂ ਪਈਆਂ ਮੈਨੂੰ। ਮੈਂ 4 ਸਾਲ ਤੋਂ ਸਿਰਫ ਸਟਰਗਲ ਹੀ ਕਰ ਰਹੀ ਹਾਂ ਆਪਣੀ ਮੈਟਰ। ਮੈਡਮ, ਇੱਕ ਮਹਿਲਾ ਵਕੀਲ ਹੁੰਦੇ ਨਾਤੇ ਤੁਸੀਂ ਇਹਨੂੰ ਆਪ ਨੂੰ ਜਾਣੂ ਇੱਦਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ, ਤੁਸੀਂ ਕੀ ਮਹਿਸੂਸ ਕਰਦੇ ਕਿ ਆਮ ਜਨਤਾ ਦਾ ਕੀ ਹਾਲ ਹੁੰਦਾ ਹੋਊਗਾ ਕਿ ਤੁਹਾਨੂੰ ਖੁਦ ਸੜਕ ਤੇ ਆਉਣਾ ਪੈ ਰਿਹਾ ਵਾ? ਲੇਡੀ ਔਰ ਬੀਇੰਗ ਅ ਮਦਰ ਨਾ ਘਰ ਬਸਾਉਣ ਦੇ ਬਸ ਬਹੁਤ ਕੁਝ ਸੋਚਣਾ ਪੈਂਦਾ ਹੈ। ਸੋਸਾਇਟੀ ਦੇ ਵਿੱਚ ਜਦੋਂ ਬੰਦਾ ਹਾਰਦਾ ਫਿਰ ਹੀ ਆ ਪਾਉਂਦਾ ਹੈ। ਮੈਂ ਤੁਹਾਨੂੰ ਖੁਦ ਸੜਕ ਤੇ ਆਪਣੇ ਇਨਸਾਫ ਲਈ ਖੁਦ ਸੜਕ ਤੇ ਆਉਣਾ ਪੈਂਦਾ ਕਿ ਲੋਕਾਂ ਨੂੰ ਇਨਸਾਫ ਦਿਲਾਉਂਦੇ ਹੋ। ਕਾਫੀ ਟਾਈਮ ਤੋਂ ਕੰਪਲੇਂਟਸ ਕਰ ਰਹੀ ਸੀ, ਰਾਜੀਨਾਮੇ ਕਰਦੇ ਸੀ। ਡੇ 1 ਦੇ ਤੇ ਰਾਜੀਨਾਮਾ ਕਰਕੇ ਉਹ ਮੁੱਕਰ ਜਾਂਦੇ। ਹੁਣ ਮੇਨ ਡਿਮਾਂਡ ਕੀ ਹੈ ਆਪਣੀ? ਮੇਨ ਡਿਮਾਂਡ ਇਹ ਹੈ ਕਿ ਮੈਨੂੰ ਮੇਰੇ ਕੋਲ ਸਟੇ ਹੈ ਸਟਿਲ ਕੱਲ੍ਹ ਤੱਕ ਦਾ, ਤੇ ਮੈਨੂੰ ਮੇਰੇ ਘਰ ਦੇ ਵਿੱਚ ਵਾੜਿਆ ਜਾਵੇ, ਕਿਉਂਕਿ ਮੇਰੇ ਰੂਮਸ ਦੀਆਂ ਚਾਬੀਆਂ ਸਾਰਾ ਕੁਝ ਮੇਰਾ ਉੱਥੇ ਪਿਆ ਹੈ। ਤੁਹਾਡੇ ਪੇਕੇ ਕਿੱਥੇ ਤੇ ਸਹੁਰੇ ਕਿੱਥੇ ਹੈ? ਮੇਰੇ ਪੇਕੇ ਗੁਰੂ ਨਾਨਕਪੁਰ ਹੈ, ਤੇ ਮੇਰੇ ਸਹੁਰੇ ਜਿਹੜੇ ਹੈਗੇ ਆ ਉਹ ਇੰਡਸਟਰੀ ਏਰੀਆ ਸੰਜੇ ਗਾਰਡਨ। ਤੇ ਹਸਬੈਂਡ ਤੁਹਾਡੇ ਕੀ ਕਰਦੇ ਨੇ? ਹਸਬੈਂਡ ਮੇਰੇ ਜੇਈ ਹੈ ਬਿਜਲੀ ਬੋਰਡ ਦੇ ਵਿੱਚ, PSPCL ਦੇ ਵਿੱਚ ਨੋਰਮਲ ਪੋਸਟ। ਤੇ ਇਹ ਦਾ ਕਾਰਨ ਕੀ ਹੈ ਜਿਹੜੀ? ਕਾਰਨ ਇਹ ਹੈ ਜੀ, ਸਾਡੇ ਮੈਂਬਰ ਸਾਹਿਬਾਨ ਆ ਮੈਡਮ ਅਮਨਦੀਪ ਕੌਰ, ਜਿਨ੍ਹਾਂ ਨੂੰ ਉਹਨਾਂ ਦੇ ਸਹੁਰਾ ਪਰਿਵਾਰ ਨੇ ਸਮੇਤ ਬੱਚੀ ਵੀਰਵਾਰ ਨੂੰ ਲੜਾਈ ਝਗੜਾ ਕੀਤਾ, ਸ਼ੁੱਕਰਵਾਰ ਨੂੰ ਉਹਨਾਂ ਨੂੰ ਘਰੋਂ ਕੱਢ ਦਿੱਤਾ। ਘਰੋਂ ਕੱਢਣ ਤੋਂ ਬਾਅਦ ਜਦੋਂ ਆ ਕੇ ਇੱਥੇ ਬਾਹਰ ਸਾਡੇ ਨਾਲ ਵੀ ਗੱਲਬਾਤ ਕੀਤੀ, ਅਸੀਂ ACP ਨੂੰ ਕੰਟੈਕਟ ਕੀਤਾ, ਉਹਨੂੰ ਐਪਲੀਕੇਸ਼ਨ ਵੀ ਮੂਵ ਕੀਤੀ, ਪਰ ਉਹਨੇ ਸ਼ੁੱਕਰਵਾਰ ਨੂੰ ਸਾਰਾ ਦਿਨ ਕੋਈ ਕਾਰਵਾਈ ਨਹੀਂ ਕੀਤੀ। ਸ਼ਨੀ ਐਤਵਾਰ 2 ਛੁੱਟੀਆਂ ਆ ਗਈਆਂ। ਸੋਮਵਾਰ ਨੂੰ ਅਸੀਂ ਦੁਬਾਰਾ ਫਿਰ ACP ਨਾਲ ਕੰਟੈਕਟ ਕਰਕੇ ਤੇ ਮੈਡਮਾਂ ਉੱਥੇ ਗਈਆਂ। ਕੱਲ੍ਹ ਸ਼ਾਮ ਤੱਕ ਉਹਨਾਂ ਦੇ ਦਫ਼ਤਰ ਬੈਠੇ ਰਹੇ, ਪਰ ਉਹਨਾਂ ਨੇ ਫਿਰ ਵੀ ਇਹਦੇ ਇਨ-ਲਾਜ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਹਨੇ ਮੈਡਮ ਨੂੰ ਘਰੋਂ ਬਾਹਰ ਕੱਢ ਕੇ ਇਹਦਾ ਸਮਾਨ ਕੱਪੜੇ ਸਾਰੇ ਉਸੇ ਘਰ 'ਚ ਪਏ ਆ, ਬੱਚੀ ਦੇ ਵੀ ਇਹਦੇ ਵੀ, ਤੇ ਬਾਹਰੋਂ ਲੋਕ ਲਾ ਕੇ ਇਹਦੇ ਇਨ-ਲਾਜ ਪਤਾ ਨਹੀਂ ਕਿੱਥੇ ਚਲੇ ਗਏ। ਪੁਲਿਸ ਨੂੰ ਮੌਕਾ ਵੀ ਦਿਖਾ ਲਿਆ ਗਿਆ ਤੇ ਉੱਥੇ ਵੀਡੀਓ ਵੀ ਮੂਵ ਹੋਈ, ਵੀਡੀਓ ਵੀ ਕਾਫੀ ਮੋਬਾਈਲ ਤੇ ਸ਼ੇਅਰ ਕੀਤੀ ਗਈ। ਪਰ ਅੱਜ ਜਦੋਂ ਨਾ ਹੀ ਪੁਲਿਸ ਨੇ ਕਿਸੇ ਕਿਸਮ ਦੀ ਸਾਡੀ ਗੱਲ ਸੁਣੀ, ਅੱਜ ਅਸੀਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਜਲੰਧਰ ਨੇ ਇਹ ਮੈਡਮ ਦੇ ਹੱਥ 'ਚ ਨੋ ਵਰਕ ਕਰਕੇ 12 ਵਜੇ ਕਮਿਸ਼ਨਰ ਪੁਲਿਸ ਨੂੰ ਮਿਲਣ ਦਾ ਸਮਾਂ ਲਿਆ। 12 ਵਜੇ ਅਸੀਂ ਸਾਰੇ ਵਕੀਲ ਸਾਹਿਬਾਨ ਕਮਿਸ਼ਨਰ ਨੂੰ ਮਿਲ ਕੇ ਮੰਗ ਕਰਾਂਗੇ ਕਿ ਇਹਨੂੰ ਇਨਸਾਫ ਦਿਵਾਇਆ ਜਾਵੇ, ਇਹਨੂੰ ਆਪਣੇ ਘਰ ਉੱਥੇ ਰਿਹਾਇਸ਼ ਵਾਸਤੇ ਵਾੜਿਆ ਜਾਵੇ ਔਰ ਇਹ ਪ੍ਰਵਾਸ ਸਮੇਤ ਬੱਚੀ ਸਮੇਤ ਆਪਣੇ ਘਰ ਰਹਿ ਸਕੇ। ਫਿਰ ਵੀ ਆਪਣੀ ਸੁਣਵਾਈ ਨਹੀਂ ਤਾਂ ਅਗਲਾ ਕਦਮ ਕੀ ਹੋਊਗਾ ਜਾਂ ਸਟੇਸ਼ਨ ਵੱਲੋਂ? ਜੇ ਨਹੀਂ ਸੁਣਵਾਈ ਹੋਈ ਸੀ ਦੁਪਹਿਰ ਬਾਅਦ ਮੀਟਿੰਗ ਕਰਕੇ ਅਗਲਾ ਕਦਮ ਦੇਖਾਂਗੇ ਕੀ ਕਰਨਾ। ਮਾਮਲਾ ਵੈਸਾ ਦਾ ਜਿਹੜਾ ਕਿ ਅੱਜ ਜਿਹੜੇ ਵਕੀਲਾਂ ਨੂੰ ਸਟ੍ਰਾਈਕ ਕਰਨੀ ਪੈ ਰਹੀ ਹੈ ਸਾਡੇ ਬਾਰ ਐਸੋਸੀਏਸ਼ਨ ਦੇ ਇੱਕ ਰਿਸਪੈਕਟੇਬਲ ਮੈਂਬਰ ਮੈਡਮ ਅਮਨਦੀਪ ਕੌਰ ਨਾਲ ਉਹਨਾਂ ਦੇ ਇਨ-ਲॉज ਫੈਮਿਲੀ ਨੇ ਬੜਾ ਧੱਕਾ ਕੀਤਾ, ਬਹੁਤ ਜ਼ਿਆਦਾ ਧੱਕਾ ਕੀਤਾ, ਉਹਨਾਂ ਨੂੰ ਘਰੋਂ ਕੱਢ ਦਿੱਤਾ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਵੀ ਸੋਸਾਇਟੀ ਦੇ ਵਿੱਚ ਜੇ ਇੱਕ ਐਡਵੋਕੇਟ ਲੜਕੀ ਨਾਲ ਇਸ ਤਰ੍ਹਾਂ ਹੋ ਰਿਹਾ ਤਾਂ ਇੱਕ ਆਮ ਲੜਕੀਆਂ ਨਾਲ ਕਿੰਨਾ ਬੁਰਾ ਹੋਵੇਗਾ। ਮਤਲਬ ਜੇ ਉਹਨੂੰ ਜਸਟਿਸ ਨਹੀਂ ਮਿਲਦਾ ਤੇ ਆਮ ਲੜਕੀਆਂ ਨੂੰ ਜਸਟਿਸ ਕਿਸ ਤਰ੍ਹਾਂ ਮਿਲੇਗਾ? ਸੋ ਸਾਰੀ ਬਾਰ ਐਸੋਸੀਏਸ਼ਨ ਔਰ ਖਾਸ ਤੌਰ ਤੇ ਅੱਜ ਜਿੰਨੇ ਵੀ ਫੀਮੇਲ ਮੈਂਬਰ ਨੇ ਬਾਰ ਐਸੋਸੀਏਸ਼ਨ ਦੇ, ਬੜੇ ਸਟਰੋਂਗਲੀ ਉਹਨਾਂ 'ਚ ਬਹੁਤ ਜ਼ਿਆਦਾ ਰਿਜ਼ੈਂਟਮੈਂਟ ਹੈ ਐਡਮਿਨਿਸਟ੍ਰੇਸ਼ਨ ਦੇ ਪ੍ਰਤੀ ਕਿ ਇਹਨਾਂ ਹੋਣ ਦੇ ਬਾਵਜੂਦ ਵੀ ਹਾਲੇ ਤੱਕ ਐਡਮਿਨਿਸਟ੍ਰੇਸ਼ਨ ਨੇ ਕੋਈ ਵੀ ਇੱਦਾਂ ਦੀ ਇਨ-ਲॉज ਫੈਮਿਲੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਸੋ ਉਸ ਰੋਸ਼ ਦੇ ਵਜੋਂ ਅੱਜ ਸਾਰੀ ਬਾਰ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਅਸੀਂ 1 ਦਿਨ ਦੀ ਸਟ੍ਰਾਈਕ ਕਰਾਂਗੇ। ਅੱਜ ਸਾਡੇ ਪ੍ਰਧਾਨ ਤੇ ਸੈਕਟਰੀ CP ਸਾਹਿਬ ਨੂੰ ਮਿਲਣਗੇ ਤੇ ਜੋ ਬੰਦੀ ਕਾਨੂੰਨੀ ਕਾਰਵਾਈ
ਜੇ ਨਹੀਂ ਹੋਏਗੀ ਤੇ ਇਸ ਜਿਹੜੀ ਡੈਮੋਸਟ੍ਰੇਸ਼ਨ ਹੈ ਇਹਨੂੰ ਹੋਰ ਸਟਰੋਂਗਲੀ ਅਸੀਂ ਇਹਨਾਂ ਦੇ ਨਾਲ ਸਾਰੀ ਬਾਰ ਐਸੋਸੀਏਸ਼ਨ ਅੱਜ ਆਪਣੀ ਮੈਂਬਰ ਅਮਨਦੀਪ ਕੌਰ ਦੇ ਨਾਲ ਖੜੀ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਐਡਮਿਨਿਸਟ੍ਰੇਸ਼ਨ ਸਾਡੀ ਆਵਾਜ਼ ਨੂੰ ਸੁਣਦਿਆਂ ਹੋਇਆਂ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਉਹਨਾਂ ਦੇ ਖਿਲਾਫ ਕਰੇ। ਸਪਲਾਈ ਵਰਕਰਸ ਵੱਲੋਂ ਠੇਕੇ ਤੇ ਕੀਤੀਆਂ ਭਰਤੀਆਂ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ। ਜਲੰਧਰ ਵਿੱਚ ਅੱਜ ਸਪਲਾਈ ਅਤੇ ਸੈਨੀਟੇਸ਼ਨ ਸਰਕਲ ਤਾਲਮੇਲ ਕਮੇਟੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਅਤੇ ਅੱਜ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲ ਕੇ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਦਾ ਸਮੇਂ ਦਿੱਤਾ ਜਾਵੇ ਤਾਂ ਜੋ ਉਹ ਮੁੱਖ ਮੰਤਰੀ ਨਾਲ ਮੀਟਿੰਗ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਤੌਰ ਤੇ ਦਾਖਲ ਕਰਵਾਉਣ ਦੇ ਮੰਗ ਰੱਖ ਸਕਣ। ਹਾਂ ਸਰ, ਕੀ ਨਾਮ ਤੁਹਾਡਾ? ਪ੍ਰਤਾਪ ਸਿੰਘ ਤੇ ਕਮਿਸ਼ਨਰ ਪੰਜਾਬ। ਅੱਜ ਤੁਹਾਡੇ ਡਿਪਾਰਟਮੈਂਟ ਕਿਹੜੇ ਡਿਪਾਰਟਮੈਂਟ ਵੱਲੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਦੱਸ ਦਿਓ। ਜਲ ਸਪਲਾਈ ਸੈਨੀਟੇਸ਼ਨ ਵਰਕਰ ਸੰਘਰਸ਼ ਕਮੇਟੀ ਵੱਲੋਂ ਦਿੱਤਾ ਗਿਆ ਜੀ। ਕਾਰਨ ਕੀ ਹੈ ਜੀ ਅਸੀਂ? ਸਰ ਅਸੀਂ 15 ਸਾਲਾਂ ਤੋਂ 10 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ, ਪਰ ਜਲ ਸਪਲਾਈ ਵਿਭਾਗ ਨੇ ਸਾਨੂੰ ਨਾ ਜਾਲੀ ਪਾਲਿਸੀ ਠੇਕੇਦਾਰ ਬਣਾ ਕੇ ਰੱਖਿਆ ਹੋਇਆ ਕਾਮਿਆਂ ਨੂੰ, ਭਾਵੇਂ ਉਹ ਫੀਲਡ 'ਤੇ ਆ ਭਾਵੇਂ ਦਫ਼ਤਰਾਂ 'ਚ ਕੰਮ ਕਰਦੇ ਆ। ਅਸੀਂ ਚਾਹੁੰਦੇ ਹਾਂ ਜੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇ। ਅਸੀਂ ਡੀਸੀ ਸਾਹਿਬ ਨੂੰ ਮਿਲੇ ਹਾਂ, ਉਹਨਾਂ ਨੇ ਇਹੀ ਮੰਗ ਕੀਤੀ ਆ। ਉਹਨੇ ਚਿਰ ਧਰਨਾ ਜਾਰੀ ਰਹੂਗਾ, ਬਾਹਰ ਰੋਡ ਜਾਮ ਰਹੂਗਾ, ਜਿੰਨੇ ਤੱਕ ਸਾਨੂੰ ਲਿਖਤੀ ਮੀਟਿੰਗ ਨਹੀਂ ਦਿੱਤੀ ਜਾਂਦੀ, ਕੋਈ ਗੱਲ ਸਾਡੀ ਸੁਣਵਾਈ ਨਹੀਂ ਹੁੰਦੀ। ਜਿਵੇਂ ਵੀ ਤੁਸੀਂ ਕਿਹਾ ਡੀਸੀ ਸਾਹਿਬ ਨੂੰ ਕਿਹਾ ਕਿ ਸਾਨੂੰ ਸੀਐਮ ਸਾਹਿਬ ਨਾਲ ਮੀਟਿੰਗ ਕਰਾਇਓ, ਡੀਸੀ ਸਾਹਿਬ ਦਾ ਕਹਿਣਾ ਹੈ ਕਿ ਕਪੂਰਥਲੇ ਆ ਰਹੇ ਹੋ, ਕਪੂਰਥਲੇ ਡੀਸੀ ਸਾਹਿਬ ਨੂੰ ਮਿਲਿਆ ਜਾਵੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਸਰ ਅਸੀਂ ਹੁਣ ਕਪੂਰਥਲੇ ਨਹੀਂ ਜਾਵਾਂਗੇ। ਜੋ ਸਾਡਾ ਮੋਰਚਾ ਪੱਕਾ ਮੋਰਚਾ ਇੱਥੇ ਲੱਗਾ ਹੋਇਆ ਸਰਕਲ ਦੇ ਵਿੱਚ ਨਗਰਾਨ ਜੀ ਨੇ ਤੇ ਸਾਡੇ ਜਲ ਸਪਲਾਈ ਦੇ, ਇੱਥੋਂ ਹੀ ਅਸੀਂ ਪ੍ਰੋਗਰਾਮ ਇੱਥੇ ਕਰਾਂਗੇ। ਅਗਰ ਡੀਸੀ ਸਾਹਿਬ ਤੁਹਾਡੀ ਮੀਟਿੰਗ ਨਹੀਂ ਕਰਾਉਂਦੇ ਸੀਐਮ ਸਾਹਿਬ ਨਾਲ, ਤੁਹਾਡਾ ਅਗਲਾ ਪ੍ਰੋਟੈਸਟ ਕੀ ਹੋਏਗਾ? ਅਗਲਾ ਅਸੀਂ ਆਪਣੀ ਸੰਘਰਸ਼ ਕਮੇਟੀ ਨਾਲ ਤਾਲਮੇਲ ਮੀਟਿੰਗ ਕਰਕੇ ਉਹਦੀ ਰੂਪਰੇਖਾ ਅਗਲੀ ਲਿਖਾਂਗੇ। ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੇ ਆਟੋ ਡਰਾਈਵਰ ਨੇ ਮਾਰੀ ਕਾਰ ਨੂੰ ਟੱਕਰ। ਜਲੰਧਰ ਤੋਂ ਇਹੋ ਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਚੱਲਦਿਆਂ ਸਕੂਲੀ ਬੱਚਿਆਂ ਨੂੰ ਛੱਡਣ ਜਾ ਰਹੇ ਸ਼ਰਾਬੀ ਆਟੋ ਚਾਲਕ ਨੇ ਪ੍ਰਾਈਵੇਟ ਕਾਰ ਵਿੱਚ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਕਾਰ ਚਾਲਕ ਨੇ ਆਟੋ ਚਾਲਕ ਨੂੰ ਫੜ ਕੇ ਪੁੱਛਿਆ ਤਾਂ ਉਹ ਭੱਜ ਗਿਆ ਅਤੇ ਕੁਝ ਹੀ ਦੂਰੀ ਤੇ ਉਸ ਨੂੰ ਫਿਰ ਫੜ ਲਿਆ ਗਿਆ। ਸ਼ਹਿਰ ਦੇ ਰਹਿਣ ਵਾਲੇ ਕਾਰ ਚਾਲਕ ਨੇ ਆਟੋ ਚਾਲਕ ਤੋਂ ਨੰਬਰ ਲੈ ਕੇ ਬੱਚਿਆਂ ਦੇ ਮਾਤਾ-ਪਿਤਾ ਨੂੰ ਬੁਲਾ ਕੇ ਬੱਚੇ ਸੌਂਪ ਦਿੱਤੇ। ਇਸ ਦੀ ਸੂਚਨਾ ਮੌਕੇ ਦੇ ਪੁਲਿਸ ਨੂੰ ਦਿੱਤੀ ਗਈ। ਨਹੀਂ ਤੁਸੀਂ ਲੋੜੀਆਂ ਚੋੜੇ ਦੇ ਮੈਂ ਤਾਂ ਹੀ ਰੋਕਿਆ, ਮੈਂ ਕਿਹਾ ਪੇਰੈਂਟਸ ਆਣ ਕੇ ਮੈਂ ਭੇਜਾਂਗਾ, ਮੈਂ ਨਹੀਂ ਭੇਜਣਾ। ਨਹੀਂ ਰੋ ਨਾ ਰੋ, ਮੈਂ ਤਾਂ ਤੁਹਾਡੇ ਬੱਚਿਆਂ ਕਰਕੇ ਰੁਕੇ ਨਹੀਂ। ਮੈਂ ਨਹੀਂ ਭੇਜਣਾ। ਪੀਣਾ ਖਾਣਾ ਪੀਣੀ ਵੀ ਪੁੱਛਾ ਗਿਆ। ਚਲੋ ਸਕੂਲ ਛੋੜੇ ਚਲੇ ਨੂੰ ਸਕੂਲ ਛੱਡੋ, ਅੱਜ ਤੋਂ ਬਾਅਦ ਨਹੀਂ ਭੇਜਣਾ ਜੇ। ਕੀ ਨਾਲ ਨਹੀਂ ਭੇਜਣਾ ਜੀ? ਤੁਹਾਡੇ ਮਦਰ ਆ ਜੀ ਬੇਟਾ? ਹਾਂ ਬੱਚੇ ਠੀਕ, ਤੁਹਾਡੇ ਮਦਰ ਆ ਗੱਡੀ ਚ ਮਾਰਿਆ ਬੱਚੇ ਗਿਰ ਜਾਂਦੇ। ਕੀ ਨਾਮ ਹੈ ਜੀ ਆਪਣਾ? ਕੀ ਨਾਮ ਹੈ ਜੀ ਆਪਣਾ? ਕਿੱਥੇ ਕੰਮ ਕਰਦੇ? ਕਿੱਥੇ ਕੰਮ ਕਰਦੇ? ਆਟੋ ਚਲਾਉਣਾ। ਕਿੱਥੇ? ਇੱਥੇ ਹੀ ਆਪਣੇ ਰੋਡ ਤੇ। ਕਿੱਥੇ? ਰੋਡ ਤੇ ਹੀ ਨਕੋਦਰ ਰੋਡ ਤੇ। ਕਿਹੜੇ ਸਕੂਲ ਚ ਆਟੋ ਚਲਾਉਂਦੇ? ਕਿਹੜੇ ਸਕੂਲ ਦਾ ਆਟੋ ਚਲਾਉਂਦੇ? ਸੈਂਟ ਸੋਲਜਰ। ਤੁਸੀਂ ਸ਼ਰਾਬ ਪੀਤੀ ਵੀ? ਰਾਤੀ ਪੀ ਹੋ ਗਈ ਯਾਰ, ਮੈਂ ਹੁਣ ਥੋੜੀ ਪੀਤੀ ਆ। ਮੈਂ ਤਾਂ ਹੁਣ ਕਿਵੇਂ ਸਮੈਲ ਆ ਰਹੀ? ਹੋਰ ਰਾਤ ਦੀ ਨਹੀਂ ਉਤਰੀ ਹੋ ਗਈ। ਆਟੋ ਮਾਰ ਦਿੱਤਾ ਗੱਡੀ 'ਚ? ਉਹ ਮਾੜਾ ਜਿਹਾ ਲੱਗ ਗਿਆ ਤੇ ਉਹ ਬੱਚੇ ਨਾਲ ਸੀਗੇ ਸਕੂਲ ਦੇ? ਬੱਚੇ ਨਾਲ ਸੀ ਸਕੂਲ ਦੇ? ਬੱਚੇ ਰਿਸਪੌਂਸਿਬਿਲਟੀ ਕੀ ਹੈ? ਤੁਹਾਨੂੰ ਸਕੂਲ ਵੱਲੋਂ ਅਲਾਉ ਕੀਤਾ ਗਿਆ ਬੱਚੇ ਲੈ ਕੇ ਆਣੇ? ਨਹੀਂ ਸਕੂਲ ਵਾਲਾ ਨਹੀਂ, ਫਿਰ ਪ੍ਰਾਈਵੇਟ ਹੀ। ਹਾਂਜੀ ਪ੍ਰਾਈਵੇਟ ਹੀ ਚੱਕਿਆ। ਕਿਹੜੇ ਸਕੂਲ ਤੋਂ, ਕਿਹੜੇ ਸਕੂਲ ਦੇ ਬਾਹਰੋਂ ਚੱਕ ਕੇ ਲਿਆਏ ਸੀ ਸਵਾਰੀਆਂ? ਬੱਚੇ ਕਿਹੜੇ ਸਕੂਲ ਦੇ ਬਾਹਰੋਂ ਲਿਆਏ ਸੀ ਚੱਕ ਕੇ? ਲੈ ਕੇ ਜਾ ਰਿਹਾ ਸੀ ਸਕੂਲੇ। ਕਿਹੜੇ ਸਕੂਲ? ਆ ਸੈਂਟ ਜੋਸਫ। ਕਿੱਥੇ ਰਹਿੰਦੇ ਤੁਸੀਂ? ਬੂਟਾ ਪਿੰਡ। ਸ਼ਰਾਬ। ਸਰ ਕੀ ਨਾਮ ਜੀ? ਮੇਰਾ ਨਾਮ ਪਰਮੀਤ ਹੈ ਜੀ। ਕਿੱਥੇ ਰਹਿੰਦੇ ਜੀ? ਮੈਂ ਮੋਟੋ ਨਹੀਂ, ਮੈਂ ਘਰ ਜਾ ਰਿਹਾ ਸੀ, ਗੱਡੀ ਸਾਈਡ ਤੇ ਲਾਈ ਸੀ, ਸਿੱਧਾ ਆ ਕੇ ਵਿੱਚ ਵੱਜਾ। ਕੌਣ ਜੀ? ਆਟੋ ਵਾਲਾ ਜੀ। ਤੇ ਮੈਂ ਕਿਹਾ ਤੂੰ ਸ਼ਰਾਬ ਪੀਤੀ ਹੈ, ਨਾਲ ਹੀ ਭੱਜ ਗਿਆ। ਫਿਰ ਮੈਨੂੰ ਫੜਿਆ, ਦੇਖਿਆ 3 ਬੱਚੇ ਵਿੱਚ ਬੈਠੇ ਆ, ਫੁੱਲੋਂ ਸ਼ਰਾਬ ਪੀਤੀ। ਮੈਂ ਰੋਕਿਆ, ਉਹਦੇ ਪੇਰੈਂਟਸ ਨੂੰ ਬੁਲਾਇਆ, ਬੱਚਿਆਂ ਨੂੰ ਪੇਰੈਂਟ ਦੇ ਹਵਾਲੇ ਪਾਪਾ ਨਾਲ ਗੱਲ ਕਰਾ ਕੇ ਭੇਜਤਾ ਤੇ ਬਸ ਉਹਨਾਂ ਨੂੰ ਭੇਜਤਾ। ਪਤਾ ਕੁਝ ਵੀ ਨਹੀਂ ਕੀਤਾ। ਆਟੋ ਵਾਲਾ ਵੀ ਚੱਲ ਗਿਆ। ਆਟੋ ਵਾਲਾ ਹੁਣ ਤੁਹਾਡੇ ਸਾਹਮਣੇ ਗਿਆ। ਤੇ ਆਟੋ
ਨਹੀਂ ਮੈਂ ਨਹੀਂ ਇਨਫੋਰਮ ਕੀਤਾ ਮੈਨੂੰ ਮੇਨ ਬੱਚੇ ਪੇਰੈਂਟਸ ਲੈ ਗਏ। ਜਿਹੜਾ ਆਟੋ ਸੀਗਾ ਇਹ ਸਕੂਲ 'ਚ ਲੱਗਾ ਪਿਆ ਸੀਗਾ ਜਾਂ ਇਹ ਸਕੂਲ 'ਚ ਮੈਂ ਨਹੀਂ ਪੁੱਛਿਆ ਜੀ, ਮੈਂ ਸਿਰਫ ਬੱਚਿਆਂ ਦੀ ਸੇਫਟੀ ਦੇਖੀ ਕਿਉਂਕਿ ਮੇਰੇ ਵੀ ਛੋਟੇ ਬੱਚੇ ਆ ਠੀਕ ਹੈ ਤੇ ਮੈਂ ਉਹਨਾਂ ਨੂੰ ਭੇਜਤਾ ਬਸ ਇੰਨਾ ਕੰਮ ਪੇਰੈਂਟਸ ਨੂੰ ਭੇਜਤਾ ਬਸ ਕਹਾਣੀ ਖਤਮ। ਠੀਕ ਹੈ ਨਾ। ਸੂਬਿਆਂ ਵਿਚਾਲੇ ਵਿਰੋਧ ਪ੍ਰਦਰਸ਼ਨ ਛੱਡ ਕੇ ਸੰਘਰਸ਼ ਨੂੰ ਦੁਬਾਰਾ ਦਿੱਲੀ ਦੇ ਬਾਰਡਰਾਂ ਤੇ ਕੇਂਦਰਿਤ ਕਰੀਏ। ਮਨਜੀਤ ਸਿੰਘ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਕਿਸਾਨ ਵੀਰੋ ਤੁਹਾਨੂੰ ਪਤਾ ਹੈ ਕਿ 1 ਸਾਲ ਤੋਂ ਬਾਰਡਰਾਂ ਤੇ ਅੰਦੋਲਨ ਚੱਲ ਰਿਹਾ ਹੈ, ਸੋ ਹੁਣ ਇਹ ਕਾਲ ਦਿੱਤੀ ਗਈ ਕਿ 26 ਤਰੀਕ ਨੂੰ ਸਾਰੇ ਕੂਚ ਕਰੋ। 2020 ਦੀ ਤਰ੍ਹਾਂ ਜਿੱਦਾਂ ਆਪਾਂ 25 ਨਵੰਬਰ ਨੂੰ 24 ਨਵੰਬਰ ਨੂੰ ਜਾਂ 26 ਨਵੰਬਰ ਨੂੰ ਮੋਰਚਿਆਂ ਵੱਲ ਨੂੰ ਵਧੇ ਸੀ, ਸੋ ਉਸੇ ਤਰੀਕੇ ਨਾਲ ਹੁਣ ਵਧੋ। ਜਿਹੜੀਆਂ ਇੱਥੇ ਆਪਾਂ ਵਿਰੋਧ ਕਰ ਰਹੇ ਹਾਂ, ਕਦੇ ਕਿਸੇ ਪਾਰਟੀ ਦਾ, ਕਦੇ ਅਕਾਲੀ ਦਲ ਦਾ, ਕਦੇ ਕਾਂਗਰਸ ਦਾ, ਕਦੇ ਆਮ ਆਦਮੀ ਪਾਰਟੀ ਦਾ, ਮੈਂ ਸਮਝਦਾ ਇਹ ਵਿਰੋਧ ਨੂੰ ਛੱਡੋ ਤੇ ਜਿਹੜਾ ਮੋਰਚੇ ਆ ਉਹਨਾਂ ਦੀ ਰੌਣਕ ਵਧਾਓ। ਉੱਥੇ ਚਲੀਏ, ਉੱਥੇ ਸੰਖਿਆ ਵਧਾਈਏ। ਉੱਥੇ ਬਿਲਕੁਲ ਸੰਖਿਆ ਘੱਟ ਹੈ ਤੇ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਬਿਲਕੁਲ ਇਸ ਗੱਲ ਨੂੰ ਵੇਖ ਰਹੀ ਹੈ ਕਿ ਇਹਨਾਂ ਦੀ ਉੱਥੇ ਸੰਖਿਆ ਘਟੀ ਹੋਈ ਹੈ। ਉਹ ਕਹਿ ਰਹੇ ਨੇ, ਉਹਨਾਂ ਦੇ ਮੀਡੀਆ ਕਹਿ ਰਿਹਾ ਕਿ ਅੰਦੋਲਨ ਕਮਜ਼ੋਰ ਹੈ। ਸੋ ਇਹ ਬੇਨਤੀ ਹੈ ਇੱਥੇ ਦਾ ਵਿਰੋਧ ਬੰਦ ਕਰੋ ਔਰ ਸਾਰੇ ਦੇ ਸਾਰੇ ਕਣਕਾਂ ਬੀਜ ਕੇ 26 ਤੋਂ ਜਿਹੜੀ 26 ਨਵੰਬਰ ਹੁਣ ਆ ਰਹੀ ਹੈ, 26 ਨਵੰਬਰ ਨੂੰ ਉੱਥੇ ਦੀ ਸੰਖਿਆ ਵਧਾਓ। ਸੋ ਇੰਨੀਆਂ ਕੁ ਬੇਨਤੀਆਂ ਨੇ, ਇੱਥੇ ਦਾ ਵਿਰੋਧ ਸਾਰਾ ਬੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਕਿਸਾਨ ਵੀਰੋ ਤੁਹਾਨੂੰ ਪਤਾ ਹੈ ਕਿ 1 ਸਾਲ ਤੋਂ ਬਾਰਡਰਾਂ ਤੇ ਅੰਦੋਲਨ ਚੱਲ ਰਿਹਾ ਹੈ, ਸੋ ਹੁਣ ਇਹ ਕਾਲ ਦਿੱਤੀ ਗਈ ਕਿ 26 ਤਰੀਕ ਨੂੰ ਸਾਰੇ ਕੂਚ ਕਰੋ। 2020 ਦੀ ਤਰ੍ਹਾਂ ਜਿੱਦਾਂ ਆਪਾਂ 25 ਨਵੰਬਰ ਨੂੰ 24 ਨਵੰਬਰ ਨੂੰ ਜਾਂ 26 ਨਵੰਬਰ ਨੂੰ ਮੋਰਚਿਆਂ ਵੱਲ ਨੂੰ ਵਧੇ ਸੀ, ਸੋ ਉਸੇ ਤਰੀਕੇ ਨਾਲ ਹੁਣ ਵਧੋ। ਜਿਹੜੀਆਂ ਇੱਥੇ ਆਪਾਂ ਵਿਰੋਧ ਕਰ ਰਹੇ ਹਾਂ, ਕਦੇ ਕਿਸੇ ਪਾਰਟੀ ਦਾ, ਕਦੇ ਅਕਾਲੀ ਦਲ ਦਾ, ਕਦੇ ਕਾਂਗਰਸ ਦਾ, ਕਦੇ ਆਮ ਆਦਮੀ ਪਾਰਟੀ ਦਾ, ਮੈਂ ਸਮਝਦਾ ਇਹ ਵਿਰੋਧ ਨੂੰ ਛੱਡੋ ਤੇ ਜਿਹੜਾ ਮੋਰਚੇ ਆ ਉਹਨਾਂ ਦੀ ਰੌਣਕ ਵਧਾਓ। ਉੱਥੇ ਚਲੀਏ, ਉੱਥੇ ਸੰਖਿਆ ਵਧਾਈਏ। ਉੱਥੇ ਬਿਲਕੁਲ ਸੰਖਿਆ ਘੱਟ ਹੈ ਤੇ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਬਿਲਕੁਲ ਇਸ ਗੱਲ ਨੂੰ ਵੇਖ ਰਹੀ ਹੈ ਕਿ ਇਹਨਾਂ ਦੀ ਉੱਥੇ ਸੰਖਿਆ ਘਟੀ ਹੋਈ ਹੈ। ਉਹ ਕਹਿ ਰਹੇ ਨੇ, ਉਹਨਾਂ ਦੇ ਮੀਡੀਆ ਕਹਿ ਰਿਹਾ ਕਿ ਅੰਦੋਲਨ ਕਮਜ਼ੋਰ ਹੈ। ਸੋ ਇਹ ਬੇਨਤੀ ਹੈ ਇੱਥੇ ਦਾ ਵਿਰੋਧ ਬੰਦ ਕਰੋ ਔਰ ਸਾਰੇ ਦੇ ਸਾਰੇ ਕਣਕਾਂ ਬੀਜ ਕੇ 26 ਤੋਂ ਜਿਹੜੀ 26 ਨਵੰਬਰ ਹੁਣ ਆ ਰਹੀ ਹੈ, 26 ਨਵੰਬਰ ਨੂੰ ਉੱਥੇ ਦੀ ਸੰਖਿਆ ਵਧਾਓ। ਸੋ ਇੰਨੀਆਂ ਕੁ ਬੇਨਤੀਆਂ ਨੇ, ਇੱਥੇ ਦਾ ਵਿਰੋਧ ਸਾਰਾ ਬੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਕਿਸਾਨ ਵੀਰੋ ਤੁਹਾਨੂੰ ਪਤਾ ਹੈ ਕਿ 1 ਸਾਲ ਤੋਂ ਬਾਰਡਰਾਂ ਤੇ ਅੰਦੋਲਨ ਚੱਲ ਰਿਹਾ ਹੈ, ਸੋ ਹੁਣ ਇਹ ਕਾਲ ਦਿੱਤੀ ਗਈ ਕਿ 26 ਤਰੀਕ ਨੂੰ ਸਾਰੇ ਕੂਚ ਕਰੋ। 2020 ਦੀ ਤਰ੍ਹਾਂ ਜਿੱਦਾਂ ਆਪਾਂ 25 ਨਵੰਬਰ ਨੂੰ 24 ਨਵੰਬਰ ਨੂੰ ਜਾਂ 26 ਨਵੰਬਰ ਨੂੰ ਮੋਰਚਿਆਂ ਵੱਲ ਨੂੰ ਵਧੇ ਸੀ, ਸੋ ਉਸੇ ਤਰੀਕੇ ਨਾਲ ਹੁਣ ਵਧੋ। ਜਿਹੜੀਆਂ ਇੱਥੇ ਆਪਾਂ ਵਿਰੋਧ ਕਰ ਰਹੇ ਹਾਂ, ਕਦੇ ਕਿਸੇ ਪਾਰਟੀ ਦਾ, ਕਦੇ ਅਕਾਲੀ ਦਲ ਦਾ, ਕਦੇ ਕਾਂਗਰਸ ਦਾ, ਕਦੇ ਆਮ ਆਦਮੀ ਪਾਰਟੀ ਦਾ, ਮੈਂ ਸਮਝਦਾ ਇਹ ਵਿਰੋਧ ਨੂੰ ਛੱਡੋ ਤੇ ਜਿਹੜਾ ਮੋਰਚੇ ਆ ਉਹਨਾਂ ਦੀ ਰੌਣਕ ਵਧਾਓ। ਉੱਥੇ ਚਲੀਏ, ਉੱਥੇ ਸੰਖਿਆ ਵਧਾਈਏ। ਉੱਥੇ ਬਿਲਕੁਲ ਸੰਖਿਆ ਘੱਟ ਹੈ ਤੇ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਬਿਲਕੁਲ ਇਸ ਗੱਲ ਨੂੰ ਵੇਖ ਰਹੀ ਹੈ ਕਿ ਇਹਨਾਂ ਦੀ ਉੱਥੇ ਸੰਖਿਆ ਘਟੀ ਹੋਈ ਹੈ। ਉਹ ਕਹਿ ਰਹੇ ਨੇ, ਉਹਨਾਂ ਦੇ ਮੀਡੀਆ ਕਹਿ ਰਿਹਾ ਕਿ ਅੰਦੋਲਨ ਕਮਜ਼ੋਰ ਹੈ। ਸੋ ਇਹ ਬੇਨਤੀ ਹੈ ਇੱਥੇ ਦਾ ਵਿਰੋਧ ਬੰਦ ਕਰੋ ਔਰ ਸਾਰੇ ਦੇ ਸਾਰੇ ਕਣਕਾਂ ਬੀਜ ਕੇ 26 ਤੋਂ ਜਿਹੜੀ 26 ਨਵੰਬਰ ਹੁਣ ਆ ਰਹੀ ਹੈ, 26 ਨਵੰਬਰ ਨੂੰ ਉੱਥੇ ਦੀ ਸੰਖਿਆ ਵਧਾਓ। ਸੋ ਇੰਨੀਆਂ ਕੁ ਬੇਨਤੀਆਂ ਨੇ, ਇੱਥੇ ਦਾ ਵਿਰੋਧ ਸਾਰਾ ਬੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਕਿਸਾਨ ਵੀਰੋ ਤੁਹਾਨੂੰ ਪਤਾ ਹੈ ਕਿ 1 ਸਾਲ ਤੋਂ ਬਾਰਡਰਾਂ ਤੇ ਅੰਦੋਲਨ ਚੱਲ ਰਿਹਾ ਹੈ, ਸੋ ਹੁਣ ਇਹ ਕਾਲ ਦਿੱਤੀ ਗਈ ਕਿ 26 ਤਰੀਕ ਨੂੰ ਸਾਰੇ ਕੂਚ ਕਰੋ। 2020 ਦੀ ਤਰ੍ਹਾਂ ਜਿੱਦਾਂ ਆਪਾਂ 25 ਨਵੰਬਰ ਨੂੰ 24 ਨਵੰਬਰ ਨੂੰ ਜਾਂ 26 ਨਵੰਬਰ ਨੂੰ ਮੋਰਚਿਆਂ ਵੱਲ ਨੂੰ ਵਧੇ ਸੀ, ਸੋ ਉਸੇ ਤਰੀਕੇ ਨਾਲ ਹੁਣ ਵਧੋ। ਜਿਹੜੀਆਂ ਇੱਥੇ ਆਪਾਂ ਵਿਰੋਧ ਕਰ ਰਹੇ ਹਾਂ, ਕਦੇ ਕਿਸੇ ਪਾਰਟੀ ਦਾ, ਕਦੇ ਅਕਾਲੀ ਦਲ ਦਾ, ਕਦੇ ਕਾਂਗਰਸ ਦਾ, ਕਦੇ ਆਮ ਆਦਮੀ ਪਾਰਟੀ ਦਾ, ਮੈਂ ਸਮਝਦਾ ਇਹ ਵਿਰੋਧ ਨੂੰ ਛੱਡੋ ਤੇ ਜਿਹੜਾ ਮੋਰਚੇ ਆ ਉਹਨਾਂ ਦੀ ਰੌਣਕ ਵਧਾਓ। ਉੱਥੇ ਚਲੀਏ, ਉੱਥੇ ਸੰਖਿਆ ਵਧਾਈਏ। ਉੱਥੇ ਬਿਲਕੁਲ ਸੰਖਿਆ ਘੱਟ ਹੈ ਤੇ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਬਿਲਕੁਲ ਇਸ ਗੱਲ ਨੂੰ ਵੇਖ ਰਹੀ ਹੈ ਕਿ ਇਹਨਾਂ ਦੀ ਉੱਥੇ ਸੰਖਿਆ ਘਟੀ ਹੋਈ ਹੈ। ਉਹ ਕਹਿ ਰਹੇ ਨੇ, ਉਹਨਾਂ ਦੇ ਮੀਡੀਆ ਕਹਿ ਰਿਹਾ ਕਿ ਅੰਦੋਲਨ ਕਮਜ਼ੋਰ ਹੈ। ਸੋ ਇਹ ਬੇਨਤੀ ਹੈ ਇੱਥੇ ਦਾ ਵਿਰੋਧ ਬੰਦ ਕਰੋ ਔਰ ਸਾਰੇ ਦੇ ਸਾਰੇ ਕਣਕਾਂ ਬੀਜ ਕੇ 26 ਤੋਂ ਜਿਹੜੀ 26 ਨਵੰਬਰ ਹੁਣ ਆ ਰਹੀ ਹੈ, 26 ਨਵੰਬਰ ਨੂੰ ਉੱਥੇ ਦੀ ਸੰਖਿਆ ਵਧਾਓ। ਸੋ ਇੰਨੀਆਂ ਕੁ ਬੇਨਤੀਆਂ ਨੇ, ਇੱਥੇ ਦਾ ਵਿਰੋਧ ਸਾਰਾ ਬੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਕਿਸਾਨ ਵੀਰੋ ਤੁਹਾਨੂੰ ਪਤਾ ਹੈ ਕਿ 1 ਸਾਲ ਤੋਂ ਬਾਰਡਰਾਂ ਤੇ ਅੰਦੋਲਨ ਚੱਲ ਰਿਹਾ ਹੈ, ਸੋ ਹੁਣ ਇਹ ਕਾਲ ਦਿੱਤੀ ਗਈ ਕਿ 26 ਤਰੀਕ ਨੂੰ ਸਾਰੇ ਕੂਚ ਕਰੋ। 2020 ਦੀ ਤਰ੍ਹਾਂ ਜਿੱਦਾਂ ਆਪਾਂ 25 ਨਵੰਬਰ ਨੂੰ 24 ਨਵੰਬਰ ਨੂੰ ਜਾਂ 26 ਨਵੰਬਰ ਨੂੰ ਮੋਰਚਿਆਂ ਵੱਲ ਨੂੰ ਵਧੇ ਸੀ, ਸੋ ਉਸੇ ਤਰੀਕੇ ਨਾਲ ਹੁਣ ਵਧੋ। ਜਿਹੜੀਆਂ ਇੱਥੇ ਆਪਾਂ ਵਿਰੋਧ ਕਰ ਰਹੇ ਹਾਂ, ਕਦੇ ਕਿਸੇ ਪਾਰਟੀ ਦਾ, ਕਦੇ ਅਕਾਲੀ ਦਲ ਦਾ, ਕਦੇ ਕਾਂਗਰਸ ਦਾ, ਕਦੇ ਆਮ ਆਦਮੀ ਪਾਰਟੀ ਦਾ,
मैं समझदा ਇਹ ਵਿਰੋਧ ਨੂੰ ਛੱਡੋ ਤੇ ਜਿਹੜਾ ਮੋਰਚੇ ਆ ਉਹਨਾਂ ਦੀ ਰੌਣਕ ਵਧਾਓ, ਉੱਥੇ ਚਲੀਏ, ਉੱਥੇ ਸੰਖਿਆ ਵਧਾਈਏ। ਉੱਥੇ ਬਿਲਕੁਲ ਸੰਖਿਆ ਘੱਟ ਹੈ ਤੇ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਬਿਲਕੁਲ ਇਸ ਗੱਲ ਨੂੰ ਵੇਖ ਰਹੀ ਹੈ ਕਿ ਇਹਨਾਂ ਦੀ ਉੱਥੇ ਸੰਖਿਆ ਘਟੀ ਹੋਈ ਹੈ। ਉਹ ਕਹਿ ਰਹੇ ਨੇ, ਉਹਨਾਂ ਦੇ ਮੀਡੀਆ ਕਹਿ ਰਿਹਾ ਕਿ ਅੰਦੋਲਨ ਕਮਜ਼ੋਰ ਹੈ। ਸੋ ਇਹ ਬੇਨਤੀ ਹੈ ਇੱਥੇ ਦਾ ਵਿਰੋਧ ਬੰਦ ਕਰੋ ਔਰ ਸਾਰੇ ਦੇ ਸਾਰੇ ਕਣਕਾਂ ਬੀਜ ਕੇ 26 ਤੋਂ ਜਿਹੜੀ 26 ਨਵੰਬਰ ਹੁਣ ਆ ਰਹੀ ਹੈ, 26 ਨਵੰਬਰ ਨੂੰ ਉੱਥੇ ਦੀ ਸੰਖਿਆ ਵਧਾਓ। ਸੋ ਇੰਨੀਆਂ ਕੁ ਬੇਨਤੀਆਂ ਨੇ, ਇੱਥੇ ਦਾ ਵਿਰੋਧ ਸਾਰਾ ਬੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਕਿਸਾਨ ਵੀਰੋ, ਤੁਹਾਨੂੰ ਪਤਾ ਹੈ ਕਿ 1 ਸਾਲ ਤੋਂ ਬਾਰਡਰਾਂ ਤੇ ਅੰਦੋਲਨ ਚੱਲ ਰਿਹਾ ਹੈ। ਸੋ ਹੁਣ ਇਹ ਕਾਲ ਦਿੱਤੀ ਗਈ ਕਿ 26 ਤਰੀਕ ਨੂੰ ਸਾਰੇ ਕੂਚ ਕਰੋ। 2020 ਦੀ ਤਰ੍ਹਾਂ ਜਿੱਦਾਂ ਆਪਾਂ 25 ਨਵੰਬਰ ਨੂੰ, 24 ਨਵੰਬਰ ਨੂੰ ਜਾਂ 26 ਨਵੰਬਰ ਨੂੰ ਮੋਰਚਿਆਂ ਵੱਲ ਨੂੰ ਵਧੇ ਸੀ, ਸੋ ਉਸੇ ਤਰੀਕੇ ਨਾਲ ਹੁਣ ਵਧੋ। ਜਿਹੜੀਆਂ ਇੱਥੇ ਆਪਾਂ ਵਿਰੋਧ ਕਰ ਰਹੇ ਆ, ਕਦੇ ਕਿਸੇ ਪਾਰਟੀ ਦਾ, ਕਦੇ ਅਕਾਲੀ ਦਲ ਦਾ, ਕਦੇ ਕਾਂਗਰਸ ਦਾ, ਕਦੇ ਆਮ ਆਦਮੀ ਪਾਰਟੀ ਦਾ, ਮੈਂ ਸਮਝਦਾ ਇਹ ਵਿਰੋਧ ਨੂੰ ਛੱਡੋ ਤੇ ਜਿਹੜਾ ਮੋਰਚੇ ਆ ਉਹਨਾਂ ਦੀ ਰੌਣਕ ਵਧਾਓ। ਉੱਥੇ ਚਲੀਏ, ਉੱਥੇ ਸੰਖਿਆ ਵਧਾਈਏ। ਉੱਥੇ ਬਿਲਕੁਲ ਸੰਖਿਆ ਘੱਟ ਹੈ ਤੇ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਬਿਲਕੁਲ ਇਸ ਗੱਲ ਨੂੰ ਵੇਖ ਰਹੀ ਹੈ ਕਿ ਇਹਨਾਂ ਦੀ ਉੱਥੇ ਸੰਖਿਆ ਘਟੀ ਹੋਈ ਹੈ। ਉਹ ਕਹਿ ਰਹੇ ਨੇ, ਉਹਨਾਂ ਦੇ ਮੀਡੀਆ ਕਹਿ ਰਿਹਾ ਕਿ ਅੰਦੋਲਨ ਕਮਜ਼ੋਰ ਹੈ। ਸੋ ਇਹ ਬੇਨਤੀ ਹੈ ਇੱਥੇ ਦਾ ਵਿਰੋਧ ਬੰਦ ਕਰੋ ਔਰ ਸਾਰੇ ਦੇ ਸਾਰੇ ਕਣਕਾਂ ਬੀਜ ਕੇ 26 ਤੋਂ ਜਿਹੜੀ 26 ਮਨੁੱਖਤਾ ਨੂੰ ਮਹਾਨ ਗੁਰੂ ਦੀ ਦਾਤ ਕਰਤਾਰਪੁਰ ਲਾਂਘਾ ਨੂੰ ਲੈ ਕੇ ਬੋਲੇ ਨਵਜੋਤ ਸਿੱਧੂ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਇੱਕ ਨਾਯਾਬ ਬੇਸ਼ਕੀਮਤ ਤੋਹਫਾ ਸਾਰੀ ਹਿਊਮਨ ਜਗਤ ਗੁਰੂ ਉਹਨਾਂ ਨੂੰ ਤੁਸੀਂ ਕਿਤੇ ਰੈਸਟ੍ਰਿਕਟ ਨਹੀਂ ਕਰ ਸਕਦੇ। ਚਾਨਣ ਮਨਾ ਰਹੇ ਨੇ, ਸਾਰੀ ਦੁਨੀਆ ਦੇ ਚਾਨਣ ਮਨਾ ਔਰ ਮੈਂ ਸ਼ਲਾਘਾ ਕਰਦਾ ਸਰਕਾਰ ਦੀ ਜਿਨ੍ਹਾਂ ਨੇ ਖੋਲਿਆ। ਕੁਝ ਚੀਜ਼ਾਂ ਪੋਲਿਟਿਕਸ ਤੋਂ ਬਹੁਤ ਉੱਤੇ ਹੁੰਦੀਆਂ ਨੇ, ਕੁਝ ਚੀਜ਼ਾਂ ਪਾਰਟੀਆਂ ਤੋਂ ਵੀ ਬਹੁਤ ਉੱਤੇ ਹੁੰਦੀਆਂ। ਇਹ ਰਸਤਾ ਅਸੰਖਿਅ ਸੰਭਾਵਨਾਵਾਂ ਦਾ ਰਸਤਾ ਹੈ। ਇਟ ਇਜ਼ ਅ ਕੋਰੀਡੋਰ ਆਫ ਇਨਫਿਨਿਟ ਪੋਸਿਬਿਲਿਟੀਜ਼। ਅਸੀਂ ਅਰਦਾਸਾਂ ਕਰਦੇ ਹਾਂ ਔਰ ਅੱਜ ਮੇਰੀ ਅਰਦਾਸ ਹੈ, ਇੱਕ ਨਿਮਾਣੇ ਸਿੱਖ ਦੀ ਅਰਦਾਸ ਕਿ ਇਹ ਸਦਾ ਲਈ ਖੁੱਲਿਆ ਰਹੇ। ਟੈਂਪਰੇਰੀ ਤੌਰ ਤੇ ਵੀ ਇਹ ਇੱਕ ਦਿਨ ਵੀ ਬੰਦ ਨਾ ਹੋਵੇ, ਕਿਉਂਕਿ ਗੁਰੂ ਦੀ ਮਿਹਰ ਸਾਡੇ ਲਈ ਸੇਧ ਹੈ, ਸਾਡਾ ਮੂਲ ਹੈ, ਸਾਡੀ ਜੜ ਹੈ। ਕਿ ਜੜ ਹੈ ਤੇ ਤਣੇ ਨੇ, ਤਣੇ ਨੇ ਤੇ ਪੱਤੇ ਨੇ, ਤੇ ਪੱਤੇ ਨੇ ਤੇ ਫਲ। ਇਸ ਕਰਕੇ ਸਾਡਾ ਮੂਲ ਮੰਤਰ ਵੀ ਉਹਨਾਂ ਤੋਂ ਅਸੀਂ ਇਸ ਮੂਲ ਨੂੰ ਸਿੱਖੀਏ। ਉੱਥੇ ਮੱਥਾ ਲਾ ਕੇ ਹਰ ਧਰਮ ਦਾ ਬੰਦਾ ਪ੍ਰੇਰਣਾ ਲੈ, ਯੂਨੀਵਰਸਲ ਬ੍ਰਦਰਹੁੱਡ ਦੀ, ਆਪਸੀ ਭਾਈਚਾਰੇ ਦੀ ਸੇਧ ਪਾਉਂਦਾ ਤੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਮੈਂ ਇੱਕ ਲਾਈਨ ਲਿਖੀ ਸੀ, ਮੈਨੂੰ ਅੱਜ ਤੱਕ ਸਭ ਤੋਂ ਵਧੀਆ ਲੱਗਦੀ ਹੈ। The whole world is my country, all mankind my brethren, to do good my religion। ਇਸ ਕਰਕੇ ਇਹ ਨਾਯਾਬ ਬੇਸ਼ਕੀਮਤ ਤੋਹਫਾ, ਇਹਦੇ ਲਈ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਇਹ ਚਾਨਣ ਮਨਾਰਾ ਇਹ ਸਾਡੇ ਲਈ ਸਭ ਤੋਂ ਵੱਡੀ ਤਾਕਤ ਦਾ ਸਰੋਤ ਕਦੇ ਵੀ ਬਣ। ਸਿੱਧੂ ਸਾਹਿਬ, ਤੁਸੀਂ ਕਿਹਾ ਕਿ ਇਨਫਾਈਨਾਈਟ ਪੋਸਿਬਿਲਿਟੀਜ਼ ਦਾ ਇਹ ਕੋਰੀਡੋਰ ਹੈ, ਤਾਂ ਤੁਸੀਂ ਸੈਂਟਰ ਗਵਰਨਮੈਂਟ ਤੋਂ ਮੰਗ ਕਰੋਗੇ ਕਿ ਜਿਹੜਾ ਟ੍ਰੇਡ ਹੈ ਉਹ ਵੀ ਖੁੱਲੇ। ਟ੍ਰੇਡ ਖੁੱਲਾ ਹੈ। ਤੁਹਾਡੀ ਮੈਨੂੰ ਲੱਗਦਾ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਜਿਹੜਾ 34 ਦੇਸ਼ਾਂ ਨੂੰ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਅਫਗਾਨਿਸਤਾਨ ਦੀ ਨੋਟੀਫਿਕੇਸ਼ਨ ਹੋਈ ਹੈ, ਟ੍ਰੇਡ ਖੁੱਲਾ ਹੈ। ਲੇਕਿਨ ਸਟੇਟ ਦੀ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਭਾਈ ਕਿਹੜੀਆਂ ਚੀਜ਼ਾਂ ਕੁਆਲਿਟੀ ਦੀਆਂ ਜਿਹੜੀਆਂ ਉੱਥੋਂ ਜਾਣ। ਤਾਂ ਹੀ ਮੈਂ ਕਹਿੰਦਾ ਕਿ ਇਹ ਕੋਰੀਡੋਰ ਆਫ ਇਨਫਿਨਿਟ ਪੋਸਿਬਿਲਿਟੀਜ਼ ਇਸ ਕਰਕੇ ਹੈ ਕਿ ਪੀਪਲ ਟੂ ਪੀਪਲ ਕੰਟੈਕਟ ਦੇ ਨਾਲ ਇੱਕ ਵਿਸ਼ਵਾਸ ਵੱਜਦਾ ਔਰ ਅਗਰ ਉਹਦੇ ਨਾਲ ਤਿਜਾਰਤ ਸ਼ੁਰੂ ਹੁੰਦੀ ਹੈ ਤੇ ਉਹਦੇ ਨਾਲ ਇੱਕ ਬੋਨਹੋਮੀ ਦਾ ਸੰਦੇਸ਼ ਜਾਂਦਾ ਹੈ, ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜਿਨ੍ਹਾਂ ਕੋਲ ਪਾਸਪੋਰਟ ਨੇ। ਔਰ ਮੈਂ ਇੱਕ ਵੱਡੀ ਗੱਲ ਕਰਾਂ, ਜਿਹੜੀ ਪੋਰਟ ਅਥਾਰਟੀ ਆਫ ਇੰਡੀਆ ਉਹਨਾਂ ਨੇ ਪਿਛਲੀ ਵਾਰ 1.5-2 ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿ ਜਿੱਥੇ ਦੂਰਬੀਨ ਲੱਗੀ ਹੋਈ ਹੈ, ਕਿਉਂਕਿ 75% ਲੋਕ ਜਿਹੜੇ ਦਰਸ਼ਨ ਕਰਨ ਆਉਂਦੇ ਆ, ਜਿਹੜੇ ਡੇਰਾ ਬਾਬਾ ਨਾਨਕ ਵੀ ਆਉਂਦੇ ਆ, ਉਹਨਾਂ ਕੋਲ ਪਾਸਪੋਰਟ ਨਹੀਂ ਹੁੰਦੇ ਔਰ ਉਹ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹੁੰਦੇ ਉਹ ਜਾ ਕੇ ਦਰਸ਼ਨ ਸਥਲ ਦੇ ਵਿੱਚ ਜਿਹੜਾ ਟੁੱਟ ਚੁੱਕਿਆ ਉਹ ਉੱਥੇ ਜਾ ਕੇ ਦੂਰਬੀਨ ਰਾਹੀਂ ਬੜੀ ਆਸ ਨਾਲ, ਮੇਰੇ ਤਾਇਆ ਜੀ ਵੀ ਉਹ ਮਿੱਟੀ ਨੂੰ ਅੱਖਾਂ ਨੂੰ ਲਾ ਕੇ ਰੋਂਦੇ ਹੁੰਦੇ ਸੀ ਕਿ ਮੈਂ ਆਪਣੇ ਮਾਈ ਬਾਪ ਦੇ
ਘਰ ਕਿਉਂ ਨਹੀਂ ਜਾ ਸਕਦੇ? ਸਮਝਦੇ ਹੋ? ਇਸ ਕਰਕੇ ਉਹ ਵੀ ਉੱਥੋਂ ਦਰਸ਼ਨ ਕਰਦੇ ਆ। ਮੇਰੀ ਇਹ ਰਿਕੁਐਸਟ ਹੈ, ਔਰ ਮੈਂ ਪਹਿਲਾਂ ਵੀ ਗਿਆ ਸੀ, ਅੱਜ ਤੋਂ 4-5 ਦਿਨ ਪਹਿਲਾਂ ਗਿਆ ਸੀਗਾ ਉੱਥੇ, ਉਦੋਂ ਵੀ ਮੈਂ ਕਿਹਾ ਸੀ ਕਿ ਜਿਹੜਾ ਉਹ ਦਰਸ਼ਨ ਸਥਲ ਹੈ ਉਹਦਾ ਇੱਕ 100 ਮੀਟਰ ਦਾ ਵੱਡਾ ਚਬੂਤਰਾ, ਜਿੱਥੇ ਬਹੁਤ ਹੀ ਅੱਛੀਆਂ ਦੂਰਬੀਨਾਂ ਤੇ 60 ਮੀਟਰ ਉੱਚਾ, ਇਹ ਪ੍ਰੋਮਿਸਡ ਹੈ, ਇਹ ਅਥਾਰਟੀ ਨੇ ਪ੍ਰੋਮਿਸ ਕੀਤਾ, ਉਹਨਾਂ ਦਾ ਕੋਈ ਟੈਂਡਰਾਂ ਦਾ ਚੱਕਰ ਹੈ। ਪਾਸਪੋਰਟ ਦੀ ਸ਼ਰਤ ਨਹੀਂ ਖਤਮ ਹੋਣੀ ਚਾਹੀਦੀ ਸਰ? ਦੇਖੋ ਮੇਰੀ ਗੱਲ ਸੁਣੋ, ਜਿੰਨੀਆਂ ਸੁਵਿਧਾਵਾਂ ਦਿੱਤੀਆਂ ਜਾ ਸਕਣ, ਕਿਉਂਕਿ ਇੱਥੇ ਬੜੇ ਮਸਲੇ ਨੇ, ਹੋਰ ਮੈਂ ਉਹਨਾਂ 'ਚ ਨਹੀਂ ਜਾਣਾ ਚਾਹੁੰਦਾ। ਅੱਜ ਖੁਸ਼ੀ ਦਾ ਦਿਹਾੜਾ ਹੈ। ਤੁਸੀਂ ਜਾਓਗੇ ਪਹਿਲੇ ਜੱਥੇ ਤੋਂ ਤੁਸੀਂ ਜਾਓਗੇ। ਦੇਖੋ ਮੈਂ ਇੱਕ ਨਿਮਾਣਾ ਸਿੱਖ ਹੋ ਕੇ ਅਪਲਾਈ ਜ਼ਰੂਰ ਕਰਾਂਗਾ, ਜੇ ਉਸ ਲਾਈਨ ਦੇ ਵਿੱਚ ਮੇਰਾ ਨੰਬਰ ਲੱਗਿਆ ਤੇ ਮੈਂ ਆਪਣੇ ਆਪ ਨੂੰ ਵਟਪਾ ਸਿੱਧੂ ਸਾਹਿਬ ਕ੍ਰੈਡਿਟ ਕਾਰਡ ਵੀ ਸ਼ੁਰੂ ਹੋ ਗਈ ਹੈ। ਮੇਰੀ ਗੱਲ ਨੂੰ ਸੁਣੋ, ਜਿੱਥੇ 13 ਤੋਲਿਆ ਗਿਆ ਉੱਥੇ ਮੇਰਾ ਕਿਉਂ? ਮੈਂ ਪਹਿਲਾਂ ਵੀ ਕਹਿਣਾ, ਅਸੀਂ ਤੇ ਨੌਕਰ ਹਾਂ ਉਹਦੇ ਦਰ ਤੇ। ਉਥੇ ਨਤਮਸਤਕ ਹੋਣ ਤੋਂ ਬਾਅਦ ਦੂਜੀ ਗੱਲ, ਇਹ ਮਤਲਬ 12 ਕਰੋੜ ਨਾਨਕ ਨਾਮ ਲੇਵਾ, ਉਹਨਾਂ ਦੀਆਂ ਦੁਆਵਾਂ ਤੇ ਅਸੰਖ ਹਰ ਧਰਮ ਦੇ ਬੰਦਿਆਂ ਦੀਆਂ ਜਿਹੜੀਆਂ ਦੁਆਵਾਂ ਨੇ, ਇਹ ਕ੍ਰੈਡਿਟ ਉਹਨਾਂ ਦਾ ਹੈ। ਤੁਸੀਂ ਦੇਖੋ ਅਰਦਾਸ ਜਦੋਂ ਹੁੰਦੀ ਹੈ, ਉੱਥੇ ਅਰਦਾਸ 'ਚ ਸਭ ਤੋਂ ਪਹਿਲੀ ਗੱਲ ਵੀ ਖੁੱਲੇ ਦਰਸ਼ਨ ਦਿਦਾਰੇ ਦੇ ਵਿਛੜੇ ਗੁਰਧਾਮਾਂ। ਤੇ ਅੱਜ ਅਸੀਂ ਫੇਰ ਵਿਛੜ ਗਏ ਸੀ, ਚਾਹੇ ਕਰੋਨਾ ਕਾਲ 'ਚ ਵਿਛੜੇ ਸੀਗੇ ਔਰ ਲੰਬਾ ਅਰਸਾ ਹੋ ਗਿਆ ਸੀ। ਜਿਵੇਂ ਅਰਸੇ ਬਾਅਦ ਰੇਗਿਸਤਾਨ ਦੇ ਵਿੱਚ ਕਈ ਵਾਰ ਬੂੰਦਾਂ ਡਿੱਗਦੀਆਂ ਨੇ ਨਾ ਬਾਰਿਸ਼ ਦੀਆਂ, ਤੇ ਸੌਂਦੀ ਖੁਸ਼ਬੂ, ਯਾਰ ਸੌਂਦੀ ਖੁਸ਼ਬੂ ਦਾ ਆਨੰਦ ਹਾਂਜੀ ਗੁਰਪੁਰਬ ਮੁਕਤੀ। ਦੇਖੋ ਮੈਂ ਇਹ ਗੱਲ ਕਹਿਣਾ ਕਿ ਬਾਬਾ ਨਾਨਕ ਸਾਹਿਬ ਦੇ ਭਾਈ ਲਾਲੋ, ਉਹਨਾਂ ਦਾ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ 'ਚ ਸੀਬੀਆਈ ਦੀ ਪੰਜਾਬ 'ਚ ਛਾਪੇਮਾਰੀ। ਬੱਚਿਆਂ ਦੇ ਚਾਈਲਡ ਪੋਰਨੋਗ੍ਰਾਫੀ ਬਣਾਉਣ ਅਤੇ ਸ਼ੇਅਰ ਕਰਨ ਦੇ ਮਾਮਲੇ 'ਚ ਕੇਂਦਰ ਜਾਂਚ ਬਿਊਰੋ ਨੇ ਕਈ ਰਾਜਾਂ 'ਚ ਛਾਪੇਮਾਰੀ ਕੀਤੀ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਟਿਆਲਾ, ਸੰਗਰੂਰ, ਮਲੇਰਕੋਟਲਾ ਅਤੇ ਹੁਸ਼ਿਆਰਪੁਰ ਵਿੱਚ ਤਲਾਸ਼ੀ ਕੀਤੀ ਗਈ, ਜਿਸ ਦੌਰਾਨ ਕਈ ਮਾਮਲੇ ਸਾਹਮਣੇ ਆਏ ਹਨ। ਸੀਬੀਆਈ ਨੇ ਹਰਿਆਣੇ ਦੇ 3 ਹੋਰ ਵੱਡੇ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ। ਹਿਸਾਰ 'ਚ ਚਾਈਲਡ ਪੋਰਨੋਗ੍ਰਾਫੀ ਦਾ ਮਾਮਲਾ ਪਹਿਲੀ ਵਾਰ ਰਾਸ਼ਟਰੀ ਪੱਧਰ ਤੇ ਸਾਹਮਣੇ ਆਇਆ ਹੈ। ਹਮਲੇ ਤੋਂ ਬਾਅਦ ਕੀਤੀ ਲੁੱਟ, ਇਲਾਕੇ 'ਚ ਫੈਲੀ ਸਨਸਨੀ। ਜਲੰਧਰ ਵਿੱਚ ਕੁਝ ਨੌਜਵਾਨਾਂ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਨੌਜਵਾਨ ਨਾਲ ਕੁੱਟਮਾਰ ਕਰਨ ਤੋਂ ਬਾਅਦ ਲੁੱਟ ਵੀ ਕੀਤੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਥਾਣਾ ਬਾਵਾ ਖੇਲ ਦੇ ਇਲਾਕੇ 'ਚ ਇੱਕ ਨੌਜਵਾਨ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ, ਜਿਸ ਦੀ ਸੂਚਨਾ ਲੋਕਾਂ ਨੇ ਪੁਲਿਸ ਨੂੰ ਵੀ ਦਿੱਤੀ, ਪਰ ਲੋਕਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਪੁਲਿਸ ਉਸ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਹਾਂਜੀ, ਕੀ ਮਾਮਲਾ ਕੀ ਹੈ ਪੂਰਾ? ਕਿੰਨੇ ਕੁ ਵਜੇ ਦੀ ਘਟਨਾ ਹੈ? ਸਰ 1 ਤੋਂ ਸਵਾ 1 ਵਜੇ ਦੀ ਘਟਨਾ ਹੈ। ਮੇਰਾ ਬੱਚਾ ਛੋਟਾ ਹੈ, ਮੈਂ ਉਹਨੂੰ ਸਕੂਲ ਲੈਣ ਗਈ ਸੀ ਤੇ ਆਉਂਦਿਆਂ ਨੂੰ ਮੈਂ ਜਦੋਂ ਉੱਪਰ ਆਈ ਤੇ ਮੈਂ ਉਹਨੂੰ ਦੇਖਿਆ ਕਿ ਅੰਦਰ ਕੋਈ ਹੈ, ਤੇ ਜਿੰਨੀ ਦੇਰ ਨੂੰ ਮੈਂ ਪੌੜੀਆਂ ਚੜ੍ਹੀਆਂ ਉੱਪਰ ਆਈ, ਉਹਨੂੰ ਆਵਾਜ਼ ਮਾਰੀ ਹੈ ਕਿ ਹਾਂਜੀ ਤੁਸੀਂ ਕੌਣ। ਜਦੋਂ ਮੈਂ ਲਾਸਟ ਵਾਲੀ ਪੌੜੀ ਚੜ੍ਹੀ ਆ ਤੇ ਉਹ ਉਤਰਨ ਲੱਗਾ ਤੇ ਮੈਂ ਉਹਨੂੰ ਧੱਕਾ ਮਾਰਿਆ, ਤੇ ਉਹ ਜਿੱਦਾਂ ਮੈਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਉਹਨੇ ਮੈਨੂੰ ਧੱਕਾ ਮਾਰਿਆ, ਹੱਥੋਂ ਪਾਈ ਹੋਈ, ਉਹਨੇ ਪੌੜੀਆਂ ਤੋਂ ਜੰਪ ਕੀਤਾ ਤੇ ਨੀਚੇ ਬਾਹਰ ਨਿਕਲ ਗਿਆ। ਜਿੰਨੀ ਦੇਰ ਨੂੰ ਆਪਾਂ ਪਿੱਛੇ ਦੌੜੇ ਉਹਨੇ ਦੇਰ ਨੂੰ ਚਲਾ ਗਿਆ। ਨਹੀਂ, ਘਰ ਵਿੱਚ ਤੁਸੀਂ, ਤੁਹਾਡੇ ਨਾਲ ਕੌਣ ਸੀ? ਘਰ ਵਿੱਚ ਮੈਂ ਸੀ, ਮੇਰੇ ਮਦਰ ਇਨ ਲੋ ਸੀ। ਜਿੱਦਾਂ ਹੀ ਉਹਨੇ ਨੀਚੇ ਉਸ ਟਾਈਮ ਤੁਸੀਂ ਨੀਚੇ ਸੀਗੇ? ਨਹੀਂ, ਮੈਂ ਉੱਪਰ ਸੀ, ਲਾਸਟ ਵਾਲੀ ਪੌੜੀ ਤੇ ਸੀਗੀ। ਅੱਛਾ। ਫਿਰ ਜਿੰਨੀ ਦੇਰ ਨੂੰ ਮੈਂ ਆਪਣੇ ਮਦਰ ਇਨ ਲੋ ਨੂੰ ਆਵਾਜ਼ ਮਾਰੀ ਆ, ਉਹਨਾਂ ਨੇ ਵੀ ਫੜਿਆ, ਉਹਨਾਂ ਨੂੰ ਵੀ ਧੱਕਾ ਮਾਰੇ ਤੇ ਨਿਕਲ ਗਿਆ। ਫਿਰ ਗਲੀ ਵਿੱਚ ਇੱਕ ਮੁੰਡਾ ਸੀ ਛੋਟਾ ਜਿਹਾ, ਉਹਨੂੰ ਆਪਾਂ ਕਿਹਾ ਫੜ ਪੈਸੇ ਲੈ ਕੇ ਚਲਾ ਗਿਆ। ਉਹਦੇ ਸਾਈਕਲ ਦੇ ਨਾਲ ਇਹਦਾ ਪੈਰ ਫਸਿਆ ਵਾ ਤੇ ਚੱਪਲ ਵੀ ਉਹਦੀ ਇੱਥੇ ਹੀ ਰਹਿ ਗਈ ਹੈ ਤੇ ਉਹ ਨਿਕਲ ਗਿਆ। ਤੇ ਉਹ ਜਿਹੜੇ ਲੜਕੇ ਨਾਲ ਤੁਹਾਡੀ ਹੱਥੋਂ ਪਾਈ ਹੋਈ ਹੈ, ਕਦੀ ਉਹਨੂੰ ਦੇਖਿਆ ਇਸ ਏਰੀਏ 'ਚ? ਪਹਿਚਾਣ ਹੈਗੀ ਤੁਹਾਨੂੰ ਕੌਣ ਆ? ਸਰ ਉਹ ਸਵੇਰ ਦਾ ਇੱਥੇ ਹੀ ਸੀਗਾ, ਜਿਸ ਟਾਈਮ ਮੈਂ ਬੱਚਾ ਲੈਣ ਗਈ ਉਹ ਤਾਂ ਵੀ ਇੱਥੇ ਹੀ ਘੁੰਮਦਾ ਪਿਆ ਸੀਗਾ। ਨਹੀਂ, ਅੱਗੇ ਵੀ ਕੋਈ ਇਦਾਂ ਦੀ ਵਾਰਦਾਤ ਜਿਹੜੀ ਉਹਨੇ ਇਸ ਏਰੀਏ 'ਚ ਕੀਤੀ? ਪਹਿਲਾਂ ਵੀ ਕਿਤੇ ਚੋਰੀ ਕੀਤੀ ਉਹਨੇ? ਹਾਂਜੀ, ਕਹਿੰਦੇ ਕਾਫੀ ਕੀਤੀ ਹੈ। ਦੁਕਾਨ ਦਾ ਗੱਲਾ ਖੋਲਣ ਲੱਗਿਆ, ਨਾਲ ਦੀ ਗਲੀ 'ਚ ਉਹਨਾਂ ਦੀ ਰਜਿਸਟਰੀਆਂ ਵੀ ਚੁੱਕ ਕੇ ਲੈ ਗਏ ਜੀ। ਤੇ ਕਿੰਨੇ ਵਜੇ ਦੀ ਘਟਨਾ ਹੈ? ਕਿੰਨੇ ਕੁ ਵਜੇ ਦਾ ਟਾਈਮ ਸੀਗਾ ਉਹਦਾ? ਐਗਜ਼ੈਕਟ 1:15 ਵਜੇ ਤੋਂ 1:30 ਵਜੇ ਦੇ ਵਿੱਚ। ਤੇ ਪੁਲਿਸ ਨੂੰ ਤੁਸੀਂ ਕਦੋਂ ਸੂਚਿਤ ਕੀਤਾ? ਅੱਧੇ ਘੰਟੇ ਬਾਅਦ ਸੂਚਿਤ ਕਰਤਾ, ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਹਾਲੇ ਤੱਕ ਕੋਈ ਵੀ ਨਹੀਂ ਆਇਆ। ਅੱਛਾ ਜੀ, ਹਾਲੇ ਤੱਕ ਕਿਹੜੀ ਪੁਲਿਸ ਇੱਥੇ ਨਹੀਂ ਪਹੁੰਚੀ? ਮੇਰਾ ਛੋਟਾ ਬੱਚਾ ਉੱਪਰ ਆ ਗਿਆ ਵਾ। ਕੀ ਸਾਡੇ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈਗੀ? ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਜਿੱਦਾਂ ਚੋਰ ਆ ਗਿਆ, ਮੇਰੇ ਬੱਚੇ ਨੂੰ ਕੁਝ ਹੋ ਜਾਂਦਾ, ਕੌਣ ਜ਼ਿੰਮੇਵਾਰ ਹੈਗਾ? ਮਤਲਬ ਕਿ ਤੁਸੀਂ ਕਹਿੰਦੇ ਕਿ ਅੱਜ ਦਾ ਜਿਹੜਾ ਟਾਈਮ ਹੈ ਕਿ ਕੋਈ ਵੀ ਹੈ ਕਿ ਘਰ ਵਿੱਚ ਵੀ ਨਹੀਂ ਸੇਫ? ਕਿ ਇੱਕ ਘਰ ਦੇ ਵਿੱਚ ਵੜ ਕੇ ਇੱਕ ਚੋਰ ਵੱਲੋਂ ਇੰਨੀ ਵੱਡੀ ਜਿਹੜੀ ਵਾਰਦਾਤ ਹੋਈ? ਬੱਚੇ ਨੂੰ ਧੱਕਾ ਮਾਰ ਦਿੰਦਾ ਜਾਂ ਕਿਸੇ ਦੇ ਸੱਟ ਪੇਟ ਲੱਗ ਜਾਂਦੀ। ਜੀ।
ਉਹਦਾ ਕੌਣ ਜ਼ਿੰਮੇਵਾਰ ਹੈ? ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਵਾ। 2 ਵਜੇ ਦੀ ਕੰਪਲੇਂਟ ਲਿਖਾਈ ਅਜੇ ਤੱਕ ਨਹੀਂ, ਜਦੋਂ ਤੁਸੀਂ ਕੰਪਲੇਂਟ ਲਿਖਾਣ ਗਏ ਹੋ ਕੀ ਆਸ਼ਵਾਸਨ ਪੁਲਿਸ ਨੇ ਦਿੱਤਾ ਕਿ ਤੁਸੀਂ ਮਤਲਬ ਕਿ ਦਰਖਾਸਤ ਦਿਓ, ਤੁਹਾਡੇ ਨਾਲ ਹੀ ਪੁਲਿਸ 15-20 ਮਿੰਟਾਂ ਵਿੱਚ ਆ ਜਾਏਗੀ। ਹਜੇ ਤੱਕ ਪੁਲਿਸ ਦਾ ਕੋਈ ਨਾ ਮਤਲਬ ਕਿ ਮੌਕਾ ਦੇਖਣ ਹਲੇ ਤੱਕ ਪੁਲਿਸ ਕੋਈ ਨਹੀਂ ਵੀ ਨਹੀਂ ਆਈ? ਆਇਆ ਹੈਗਾ। ਵੈਸੇ ਮਤਲਬ ਕਿ ਜਿਹੜਾ ਮੁੰਡਾ ਹੈਗਾ ਉਹ ਵੀ ਮਹੱਲੇ ਵਾਲਿਆਂ ਨੇ ਪਛਾਣ ਲਿਆ, ਉਹਦੀ ਫੋਟੋ ਵਗੈਰਾ ਆ ਗਈ ਹੈ। ਕੋਈ ਫੋਟੋ ਦਿਖਾ ਸਕਦੇ ਮੁੰਡੇ ਦੀ ਲਾਈਵ? ਦੋਸਤੋ ਦੱਸ ਦਈਏ ਕਿ ਇਹ ਜਿਹੜੀ ਮੁੰਡੇ ਦੀ ਫੋਟੋ ਹੈ, ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਹਾਂ, ਇਹ ਜਿਹੜਾ ਲਗਾਤਾਰ ਜਿਹੜਾ ਇਸ ਏਰੀਏ 'ਚ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ। ਕੱਲ ਰਾਤ ਵੀ ਇੱਕ ਤੁਹਾਨੂੰ ਆਪਾਂ ਖਬਰ ਜਿਹੜੀ ਪ੍ਰਕਾਸ਼ਿਤ ਕੀਤੀ ਸੀਗੀ, ਇਸ ਵਿੱਚ ਇਹੀ ਬੰਦਾ ਜਿਹੜਾ ਕਿ ਦੋਸ਼ੀ ਪਾਇਆ ਗਿਆ ਔਰ ਲੋਕਾਂ ਵੱਲੋਂ ਵੀ ਕਿਹਾ ਗਿਆ ਸੀ ਕਿ ਇਹ ਲਗਾਤਾਰ ਜਿਹੜੀ ਸਨੈਚਿੰਗ ਦੀਆਂ ਵਾਰਦਾਤਾਂ, ਪਰ ਸਨੈਚਿੰਗ ਦੇ ਨਾਲ ਨਾਲ ਅੱਜ ਜਿਹੜੀ ਵੱਡੀ ਇੱਕ ਜਿਹੜੀ ਵਾਰਦਾਤ ਹੈ 5 ਤੋਂ 6 ਲੱਖ ਰੁਪਏ ਕੈਸ਼, ਜਿਸ ਵਿੱਚ ਦੱਸਿਆ ਜਾ ਰਿਹਾ ਔਰ ਉਹਦੇ ਨਾਲ ਜਿਹੜਾ ਕਿ ਸੋਨਾ ਕਾਫੀ ਜਿਹੜਾ ਘਰ ਵਿੱਚ ਪਿਆ ਸੀ ਉਹ ਵੀ ਜਿਹੜਾ ਕਿ ਲੈ ਕੇ ਚਲੇ ਗਿਆ। ਔਰ ਵੱਡੀ ਗੱਲ ਹੈ, ਅਗਰ ਉਹਨੂੰ ਕੋਈ ਇਦਾਂ ਦੀ ਜਿਹੜੀ ਕੋਈ ਚੀਜ਼ ਨਾ ਮਿਲਦੀ, ਹੋ ਸਕਦਾ ਕਿ ਕਿਸੇ ਨਾਲ ਜਿਹੜਾ ਜਾਨੀ ਨੁਕਸਾਨ ਵੀ ਕਰ ਸਕਦਾ ਸੀ। ਜਿਸ ਤਰੀਕੇ ਘਰ ਵਿੱਚ ਲੇਡੀ ਇਕੱਲੇ ਸੀਗੇ ਜੋ ਦੱਸਿਆ ਜਾ ਰਿਹਾ ਉਹਨਾਂ ਵੱਲੋਂ, ਔਰ ਕੁੱਟਮਾਰ ਜਿਹੜੀ ਉਹਦੇ ਵੱਲੋਂ ਕੀਤੀ ਗਈ ਹੈ। ਹਾਂਜੀ, ਤੁਸੀਂ ਦੇਖਿਆ ਉਹਨੂੰ ਮੁੰਡੇ ਨੂੰ? ਹਾਂਜੀ, ਮੈਂ ਜਦੋਂ ਘਰੋਂ ਬਾਹਰ ਨਿਕਲਿਆ, ਮੈਂ ਸਾਈਕਲ ਕੱਢੀ ਤੇ ਉਨੀ ਦਿਨ ਨੂੰ ਆਵਾਜ਼ਾਂ ਆ ਰਹੀਆਂ ਸੀ ਫੜ ਲਓ ਫੜ ਲਓ। ਮੈਂ ਜਿੰਨੀ ਦਿਨ ਨੂੰ ਘੁੰਮਿਆ ਤੇ ਉਨੀ ਦਿਨ ਨੂੰ ਮੇਰੇ ਕੋਲੋਂ ਕ੍ਰੋਸ ਕਰ ਗਿਆ ਸੀ, ਉਹ ਅੱਗੇ ਚਲ ਗਿਆ ਕਾਫੀ। ਨਹੀਂ, ਕਿਸ ਸਾਈਡ ਤੋਂ ਆਂਦਾ, ਕਿੱਧਰੋਂ ਪਿਆ ਸੀ? ਇੱਧਰੋਂ ਆਇਆ, ਬਾਹਰ ਨਿਕਲਿਆ ਪੈਦਲ ਹੀ ਸੀਗਾ? ਪੈਦਲ ਹੀ ਸੀਗਾ, ਦੌੜਦਾ ਬਹੁਤ ਤੇਜ਼ ਦੌੜਿਆ। ਜਿੱਦਾਂ ਹੀ ਮੈਂ ਘੁੰਮਿਆ ਅੱਗੇ ਲੰਘ ਗਿਆ, ਫਿਰ ਡਿੱਗਣ ਲਗਾ ਸੀ, ਉਹਦੀ ਚੱਪਲ ਲੱਥੀ ਤੇ ਉਹ ਹੋਰ ਦੌੜ ਗਿਆ ਉੱਠ ਕੇ। ਤੇ ਚੱਪਲਾਂ ਇੱਥੇ ਛੱਡ ਕੇ ਬਾਹਰ ਚਲਾ ਇੱਕ ਡਿੱਗੀ ਗਿਆ? ਦੀ। ਭਾਜੀ ਇਦਾਂ ਦੀ ਘਟਨਾ ਹੋਈ ਹੈ ਇੱਕ ਰਿਹਾਇਸ਼ੀ ਏਰੀਆ ਆਸ-ਪਾਸ ਵਿੱਚ, ਕੋਈ ਇਹ ਤੇ ਹੈ ਨਹੀਂ ਇੰਡਸਟਰੀਅਲ ਏਰੀਆ ਕਿ ਆਸ-ਪਾਸ ਲੋਕੀ ਰਹਿੰਦੇ ਆ, ਕਿ ਇੰਨੀ ਕੀ ਜਿਹੜੀ ਚੋਰਾਂ ਦੀ ਜਿਹੜੀ ਉਹ ਹੈ ਹੌਸਲੇ ਆ ਜਿਹੜੇ ਬੁਲੰਦ ਆ, ਪਰ ਪੁਲਿਸ ਹੱਲੇ ਤੱਕ ਵੀ ਜਿਹੜੀ ਕਿ ਕਾਰਵਾਈ ਕਿਉਂ ਨਹੀਂ ਕਰ ਰਹੀ? ਮਤਲਬ ਕਿ ਤੁਸੀਂ ਕੀ ਸਮਝਦੇ ਹੋ ਕਿ ਘਰ ਵਿੱਚ ਵੀ ਬੰਦਾ ਸੇਫ ਨਹੀਂ ਹੈਗਾ? ਘਰ ਵਿੱਚ ਵੀ ਜਦੋਂ ਘਰ ਲੇਡੀਜ਼ ਕੱਲੀਆਂ ਹੁੰਦੀਆਂ, ਭਾਈ ਸਾਹਿਬ ਤੇ ਆਪ ਹੁਣ ਖਤਰਾ ਪੈ ਗਿਆ ਕਿ ਕਿਦਾਂ ਦਾ ਘਰ ਲੇਡੀਜ਼ ਨੂੰ ਕੱਲੀ। ਕਿਸ ਚੀਜ਼ ਦਾ ਭਾਜੀ ਕੰਮ ਹੈ ਤੁਹਾਡਾ? ਸਾਡਾ ਬੀਡੀ ਸਿਗਰਟ ਦਾ ਮਾਮਲਾ, ਸਰ ਬਾਜ਼ਾਰ 'ਚ ਦੁਕਾਨ ਹੈ ਮਨਿਆਰੀ ਦੀ ਵਗੈਰਾ। ਤੇ ਉੱਥੇ ਮਤਲਬ ਤੁਸੀਂ ਕੰਮ ਤੇ ਸੀ ਉਸ ਵੇਲੇ? ਸਾਰੇ ਮਤਲਬ ਘਰ ਦੇ ਜਿੰਨੇ ਵੀ ਜੀ ਸੀਗੇ, ਜਿਹੜੇ ਜੈਂਟ ਸੀਗੇ, ਸਾਰੇ ਕੰਮ ਤੇ ਸੀਗੇ। ਉਸ ਤੋਂ ਬਾਅਦ ਤੁਹਾਨੂੰ ਦੱਸਿਆ ਇਹਨਾਂ ਨੇ? ਉਸ ਤੋਂ ਬਾਅਦ ਦੱਸਿਆ ਤੇ ਫਿਰ ਉਸ ਤੋਂ ਬਾਅਦ ਅਸੀਂ ਆਏ। ਤੇ ਕਿਸ ਤਰੀਕੇ ਘਟਨਾ ਸਮਝਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੀ ਕਿੰਨੀ ਕਿੱਥੇ ਜਿਹੜਾ ਕਿ ਫੇਲੀਅਰ ਕਿੰਨਾ ਕੁ ਸਮਝਦੇ ਹੋ? ਜਿੱਦਾਂ ਅਸੀਂ ਮਤਲਬ ਕਿ ਪਤਾ ਕਰ ਰਹੇ ਹਾਂ, ਉਦੋਂ ਤਾਂ ਪਤਾ ਲੱਗਦਾ ਕਿ ਮੁੰਡਾ ਅੱਜ ਇੱਥੇ ਵਾਰਦਾਤ ਕੀਤੀ, ਉੱਥੇ ਵਾਰਦਾਤ ਕੀਤੀ। ਹੁਣ ਉਹਨਾਂ ਦੇ ਅਸੀਂ ਘਰ ਗਏ ਹਾਂ ਤੇ ਕਿਤੇ 4 ਵਾਰਦਾਤਾਂ ਕੀਤੀਆਂ ਉਹਨੇ ਕੱਲ। ਨਾਮ ਪਤਾ ਭਾਜੀ ਮੁੰਡੇ ਦਾ? ਮੁੰਡੇ ਦਾ ਨਾਮ ਅੱਜੂ ਕਹਿ ਰਹੇ ਸਾਰੇ। ਅੱਜੂ ਨਾਮ? ਹਾਂ ਸਰ, ਜਿਹੜਾ ਤੁਸੀਂ 5.5 ਲੱਖ ਰੁਪਇਆ ਕਹਿ ਰਹੇ ਹੋ, ਉਹ ਕਿਸ ਚੀਜ਼ ਦਾ ਤੁਸੀਂ ਘਰ ਆਪਣੇ ਰੱਖਿਆ ਹੋਇਆ ਸੀ? ਸਰ, ਸਾਡੀ ਨਾ ਮਤਲਬ ਕਿ ਸ਼ਾਪ ਲਈ ਹੈ, ਉਹਦੀ ਰਜਿਸਟਰੀ ਕਰਾਣੀ ਸੀਗੀ। ਠੀਕ ਹੈ। ਉਹ ਮਤਲਬ ਉਹ ਕੱਲ ਰਜਿਸਟਰੀ ਹੈ, ਉਹਦੇ ਕਰਕੇ ਪੈਸੇ ਘਰ ਕਢਾ ਕੇ ਲੈਂਦੇ। ਅੱਛਾ। ਤੇ ਹੁਣ ਦੁਕਾਨ ਦੇ ਸ਼ਾਪ ਦੇ ਨਾਲ ਇਹਨੇ ਪੈਸੇ ਲੈ ਕੇ ਜਾ ਨਹੀਂ ਸਕਦੇ ਤੇ ਆਪਣੇ ਘਰ ਹੀ ਸੇਵ ਕਰਕੇ ਜਾਣੇ, ਹੁਣ ਕਿੱਥੇ ਕਰਦੇ।